ਭਗਵਾਨ ਸ਼ਿਵ ਦੇ 7 ਭੇਦ ਭਾਗ 1 ਪਰਮ ਸ਼ਾਂਤੀ। ਅਨੰਤ ਜੀ ਅਤੇ ਬਾਪੂ ਜੀ ਦੇ ਵਿਚਕਾਰ ਅੱਜ ਦੀ ਚਰਚਾ ਦਾ ਵਿਸ਼ਾ ਭਗਵਾਨ ਸ਼ਿਵ ਦੇ 7 ਭੇਦਾਂ ਦੇ ਬਾਰੇ ਤੇ ਹੈ, ਯਾਨੀ ਕਿ 7 ਸੀਕ੍ਰੇਟ ਆਫ ਸ਼ਿਵਾ। ਅਨੰਤ ਪਰਮ ਸ਼ਾਂਤੀ ਬਾਪੂ ਜੀ ਅੱਜ ਦਾ ਮੇਰਾ ਸਵਾਲ ਹੈ ਕਿ ਸ਼ਿਵਾ ਦੇ ਰਿਲੇਟਡ ਜਾਂ ਸੰਬੰਧਿਤ ਜਿੰਨੇ ਵੀ ਕੁਐਸਚਨ ਹਨ ਉਹ 7 ਸੀਕ੍ਰੇਟ ਆਫ ਸ਼ਿਵਾ ਯਾਨੀ 7 ਸੀਕ੍ਰੇਟ ਆਫ ਸ਼ਿਵਾ ਦੇ ਬਾਰੇ ਤੇ ਹਨ। ਮੇਰੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲ ਹਨ, ਪਰ ਖਾਸ ਤੌਰ ਤੇ 7 ਕੁਐਸਚਨ ਇਸ ਤਰ੍ਹਾਂ ਦੇ ਹਨ ਜੋ ਹਰ ਇਨਸਾਨ ਉਹਨਾਂ ਦੀ ਅਸਲੀਅਤ ਦੇ ਬਾਰੇ ਤੇ ਜਾਣਨਾ ਚਾਹੁੰਦਾ ਹੈ। ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਇਸ ਸਵਾਲ ਤੋਂ ਕਰਦੇ ਹਾਂ ਕਿ ਆਪ ਜੀ ਸ਼ਿਵ ਜੀ ਦੇ ਜਨਮ ਅਤੇ ਮਰਨ ਦੇ ਬਾਰੇ ਤੇ ਦੱਸੋ। ਕਿ ਸ਼ਿਵ ਸਵੈੰਭੂ ਹੈ, ਮਤਲਬ ਕਿ ਉਹ ਆਪਣੇ ਆਪ ਬਣੇ ਜਾਂ ਜਨਮ ਹੋਇਆ ਹੈ, ਅਤੇ ਕੀ ਉਹਨਾਂ ਦਾ ਮਰਨ ਹੁੰਦਾ ਹੈ। ਬਾਪੂ ਜੀ ਵੇਖੋ, ਜੋ ਭਗਵਾਨ ਸ਼ਿਵ ਨੂੰ ਮੰਨਦੇ ਹਨ ਉਹਨਾਂ ਨੂੰ ਮੈਂ ਭਗਵਾਨ ਸ਼ਿਵ ਦੇ ਬਾਰੇ ਤੇ ਦੱਸ ਦੇਵਾਂ ਕਿ ਭਗਵਾਨ ਸ਼ਿਵ ਜੋ ਹਨ ਉਹ ਸਾਡੇ ਬ੍ਰਹਮੰਡ ਦੇ ਮਾਲਕ ਹਨ, ਸਾਡੇ ਬ੍ਰਹਮੰਡ ਦੇ ਕ੍ਰੀਏਟਰ ਜਾਂ ਸਿਰਜਣਹਾਰ ਹਨ। ਤੇ ਉਹ ਜਦੋਂ ਕ੍ਰੀਏਸ਼ਨ ਕਰਦੇ ਹਨ ਉਦੋਂ ਉਹ ਨਿਰਾਕਾਰ ਰੂਪ ਤੇ ਹੁੰਦੇ ਹਨ। ਫਿਰ ਉਹ ਸ਼ਿਵ ਨਿਰਾਕਾਰੀ ਤੋਂ ਆਕਾਰੀ ਬਣਦਾ ਹੈ, ਸ਼ਿਵ ਸ਼ਕਤੀ ਬਣਦਾ ਹੈ, ਤੇ ਸ਼ਿਵ ਦੇ ਆਕਾਰੀ ਅਤੇ ਨਿਰਾਕਾਰੀ ਰੂਪ ਹਨ। ਤੇ ਜੋ ਭਗਵਾਨ ਸ਼ੰਕਰ ਹਨ ਜੋ ਹਿਮਾਲਯ ਤੇ, ਜਿਸ ਤਰ੍ਹਾਂ ਕਿ ਪਹਿਲਾਂ ਵੀ ਦੱਸਿਆ ਹੈ ਕਿ ਸ਼ੰਕਰ ਆਪਣੇ ਪੂਰੇ ਪਰਿਵਾਰ ਦੇ ਨਾਲ ਯਾਨੀ ਸ਼ੰਕਰ, ਪਾਰਵਤੀ ਅਤੇ ਗਣੇਸ਼, ਕਾਰਤਿਕੇ ਸਾਰੇ ਹਿਮਾਲਯ ਤੇ ਆਕਾਰੀ ਰੂਪ ਮਤਲਬ 3 ਤੱਤਾਂ ਦੇ ਸਾਕਾਰ ਰੂਪ ਤੇ ਰਹਿੰਦੇ ਹਨ, ਮਤਲਬ ਸਾਕਾਰ ਤੇ ਹਨ, ਕਿਉਂਕਿ ਸ਼ੰਕਰ ਸ਼ਿਵ ਦੇ ਅਵਤਾਰ ਹਨ। ਪਰ ਇਹਨਾਂ ਦੀ ਵੀ ਕਦੀ ਜਨਮ ਅਤੇ ਮਰਨ ਨਹੀਂ ਹੁੰਦਾ। ਜਨਮ ਇੱਕ ਵਾਰ ਹੋ ਗਿਆ, ਪਰ ਉਹ ਸਵਯੰਭੂ ਯਾਨੀ ਆਪਣੇ ਆਪ ਪੈਦਾ ਨਹੀਂ ਹੁੰਦੇ, ਇਸ ਕਰਕੇ ਇਹ ਸਵਯੰਭੂ ਨਹੀਂ ਹਨ। ਸ਼ਿਵ ਨੂੰ ਯਾਨੀ ਨਿਰਾਕਾਰੀ ਰੂਪ ਨੂੰ ਸਵਯੰਭੂ ਕਹਿੰਦੇ ਹਨ, ਪਰ ਉਹ ਵੀ ਸਵਯੰਭੂ ਨਹੀਂ ਹੈ। ਇਹਨਾਂ ਦੇ ਵੀ ਯਾਨੀ ਸ਼ਿਵ ਦੇ ਵੀ ਕ੍ਰੀਏਟਰ ਜਾਂ ਸਿਰਜਣਹਾਰ ਹਨ। ਜਿਸ ਤਰ੍ਹਾਂ ਕਿ ਸ਼ਿਵ ਇੱਕ ਬ੍ਰਹਮੰਡ ਦਾ ਮਾਲਿਕ ਹੈ, ਮਤਲਬ ਇੱਕ ਸੋਲਰ ਸਿਸਟਮ ਦਾ ਮਾਲਿਕ ਹੈ, ਤੇ ਸ਼ਿਵ ਦਾ ਸਿਰਜਣਹਾਰ ਮਹਾਸ਼ਿਵ ਹੈ। ਇਸ ਤਰ੍ਹਾਂ ਅਨੰਤ ਕੋਟੀ ਯਾਨੀ ਬੇਅੰਤ ਸ਼ਿਵ ਹਨ, ਮਤਲਬ ਬੇਅੰਤ ਸੋਲਰ ਸਿਸਟਮ ਹਨ, ਤੇ ਬੇਅੰਤ ਸ਼ਿਵਾਂ ਦਾ ਕ੍ਰੀਏਟਰ ਮਹਾਸ਼ਿਵ ਹੈ। ਇਸ ਕਰਕੇ ਸ਼ਿਵ ਸਵਯੰਭੂ ਯਾਨੀ ਆਪਣੇ ਆਪ ਪ੍ਰਗਟ ਹੋਣ ਵਾਲਾ ਨਹੀਂ ਹੈ, ਅਤੇ ਇਸੇ ਤਰ੍ਹਾਂ ਮਹਾਸ਼ਿਵ ਵੀ ਸਵਯੰਭੂ ਨਹੀਂ ਹੈ। ਉਸ ਦਾ ਕ੍ਰੀਏਟਰ ਪਰਮ ਮਹਾਸ਼ਿਵ ਹੈ ਜੋ ਕਿ ਯੂਨੀਵਰਸ ਦਾ ਮਾਲਿਕ ਹੈ। ਮਹਾਸ਼ਿਵ ਗੈਲੈਕਸੀ ਦਾ, ਆਕਾਸ਼ ਗੰਗਾ ਦਾ ਮਾਲਿਕ ਹੈ। ਤੇ ਇਸੇ ਤਰ੍ਹਾਂ ਅੱਗੇ ਵੱਧਦੇ ਜਾਵਾਂਗੇ ਅਤੇ ਦੱਸਦੇ ਜਾਵਾਂਗੇ, ਪਰ ਹਲੇ ਤੇ ਜਨਮ ਮਰਨ ਦੇ ਚੱਕਰ ਤੇ ਉਸ ਦੇ ਅਵਤਾਰ ਹੁੰਦੇ ਹਨ। ਅਨੰਤ ਤੇ ਕਿ ਸ਼ਿਵ ਸਮੇਂ ਜਾਂ ਵਕਤ ਨਾਲ ਕਨੈਕਟਡ ਹਨ। ਬਾਪੂ ਜੀ ਹਾਂ, ਹਰ ਇੱਕ ਸ਼ਿਵ ਪਰਮਾਤਮਾ ਹੈ ਤੇ ਉਸ ਦੀ ਆਤਮਾ ਪਰਮ ਪ੍ਰਕਾਸ਼ ਤੋਂ ਬਣੀ ਹੋਈ ਹੈ। ਅਨੰਤ ਮਤਲਬ ਸ਼ਿਵਤਵ। ਬਾਪੂ ਜੀ ਹਾਂ, ਸ਼ਿਵਤਵ ਮਤਲਬ ਜੋ ਆਤਮਾ ਪਰਮ ਪ੍ਰਕਾਸ਼ ਦੀ ਬਣੀ ਹੁੰਦੀ ਹੈ, ਜੋ ਆਤਮਾ ਪਰਮ ਤੱਤ ਤੋਂ ਬਣੀ ਹੁੰਦੀ ਹੈ, ਉਸ ਨੂੰ ਅਸੀਂ ਪਰਮ ਆਤਮਾ ਕਹਿੰਦੇ ਹਨ। ਅਤੇ ਜੋ ਆਤਮਾ ਸਾਧਾਰਨ ਆਕਾਸ਼ ਤੱਤ ਤੋਂ ਬਣੀ ਹੁੰਦੀ ਹੈ ਉਸ ਨੂੰ ਅਸੀਂ ਸਾਧਾਰਨ ਮਨੁੱਖ ਆਤਮਾ ਕਹਿੰਦੇ ਹਾਂ। ਇਸ ਕਰਕੇ ਸ਼ਿਵਤਵ ਜੋ ਹੈ ਉਹ ਪਰਮ ਤੱਤ ਹੈ। ਸ਼ਿਵਤਵ ਦਾ ਮਤਲਬ ਪਰਮ ਤੱਤ ਹੈ ਯਾਨੀ ਪਰਮਾਤਮਾ। ਜੋ ਆਤਮਾਵਾਂ ਜੰਮਣ ਮਰਨ ਦੇ ਚੱਕਰਾਂ ਤੇ ਆਉਣ ਵਾਲੀਆਂ ਹੁੰਦੀਆਂ ਹਨ ਇਹ 5 ਤੱਤਾਂ ਦੇ ਮਨੁੱਖ ਹਨ, ਅਤੇ ਪਰਮ ਤੱਤਾਂ ਵਾਲੇ 5 ਤੱਤਾਂ ਦੇ ਨਹੀਂ ਹੁੰਦੇ। ਜਿਸ ਤਰ੍ਹਾਂ ਕਿ ਸ਼ੰਕਰ ਸ਼ਿਵ ਦਾ ਅਵਤਾਰ ਹਨ, ਪਰ ਉਹ 5 ਤੱਤ ਦਾ ਨਹੀਂ ਹੁੰਦਾ। ਉਹ ਵਿਅਕਤ ਤੋਂ ਅਵਿਅਕਤ ਯਾਨੀ ਆਕਾਰੀ ਤੋਂ ਨਿਰਾਕਾਰੀ ਸਰੂਪ ਤੇ ਹੁੰਦਾ ਹੈ। ਸ਼ੰਕਰ ਦੇ ਵੀ 12 ਅਵਤਾਰ ਹੋਏ ਹਨ। ਉਹਨਾਂ ਦਾ 12 ਅਵਤਾਰਾਂ ਦੇ 12 ਜੋਤਿਰਲਿੰਗ ਬਣਾਏ ਗਏ, ਤੇ ਅਵਤਾਰਾਂ ਤੇ ਵੀ ਵਿਅਕਤ ਜੋ ਅਵਿਅਕਤ ਸਰੂਪ ਹਨ। ਅਨੰਤ ਬਾਪੂ ਜੀ ਮੈਂ ਵਿਚਕਾਰ ਹੀ ਇਹ ਗੱਲ ਕਵਾਂਗਾ ਕਿ ਟਾਈਮ ਦੇ ਨਾਲ ਮੈਂ ਸ਼ਿਵ ਨੂੰ ਇਸ ਕਰਕੇ ਜੋੜਿਆ ਕਿਉਂਕਿ ਜਿਸ ਤਰ੍ਹਾਂ ਕਿ ਆਪ ਜੀ ਕਹਿੰਦੇ ਸੀ ਕਿ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਦਾ ਜੋ ਇੱਕ ਚੱਕਰ ਪੂਰਾ ਹੁੰਦਾ ਹੈ ਤੇ ਸ਼ਿਵ ਦੀ ਉਮਰ ਕਿੰਨੀ ਹੋਏਗੀ। ਬਾਪੂ ਜੀ ਤੁਸੀਂ ਬਹੁਤ ਚੰਗਾ ਸਵਾਲ ਪੁੱਛਿਆ। ਵੇਖੋ, ਅਸੀਂ ਪਹਿਲਾਂ ਧਰਤੀ ਦੇ ਸਮੇਂ ਤੇ ਉੱਪਰ ਜਾਣਾ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਕਿ ਧਰਤੀ ਦੇ 4 ਯੁੱਗ ਹੁੰਦੇ ਹਨ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਕਲਯੁਗ ਹੈ 4,32,000 ਸਾਲ।
ਇਸ ਤੋਂ ਡਬਲ ਹੈ ਦੁਆਪਰ, ਇਸ ਤੋਂ 3 ਗੁਣਾ ਹੈ ਤ੍ਰੇਤਾ, ਇਸ ਤੋਂ 4 ਗੁਣਾ ਹੈ ਸਤਯੁਗ, ਤੇ 4 ਯੁਗਾਂ ਦਾ ਟੋਟਲ ਹੁੰਦਾ ਹੈ 43,20,000 ਸਾਲ। ਤੇ ਜਦੋਂ 4 ਯੁਗ ਪੂਰੇ ਹੁੰਦੇ ਹਨ ਉਦੋਂ ਅਰਧ ਪਰਲੇ ਹੁੰਦੀ ਹੈ, ਫਿਰ ਪਰਲੇ ਹੁੰਦੀ ਹੈ, ਤੇ ਇਸ ਤਰ੍ਹਾਂ 4 ਯੁਗ 71 ਵਾਰ ਆਉਂਦੇ ਜਾਂਦੇ ਰਹਿੰਦੇ ਹਨ। ਜਦੋਂ 71 ਵਾਰ 4 ਯੁਗ ਦਾ ਚੱਕਰ ਖਤਮ ਹੁੰਦਾ ਹੈ ਤੇ ਪਰਲੇ ਹੁੰਦੀ ਹੈ। ਪਰਲੇ ਤੇ ਮਨੁ ਸ੍ਰਿਸ਼ਟੀ ਯਾਨੀ ਮਨੁੱਖ ਜਗਤ ਖਤਮ ਹੋ ਜਾਂਦਾ ਹੈ ਤੇ ਇਸ ਨੂੰ ਮਨਵੰਤਰ ਕਹਿੰਦੇ ਹਨ। ਮਤਲਬ ਮਨੁ ਸ਼ਤਰੂਪਾ ਜਾਂ ਐਡਮ ਈਵ ਦਾ ਟਾਈਮ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਜਦੋਂ 14 ਮਨਵੰਤਰ ਹੋ ਜਾਂਦੇ ਹਨ ਤੇ ਇੱਕ ਕਲਪ ਪ੍ਰਲਯ ਹੁੰਦਾ ਹੈ ਤੇ ਇਸ ਦੇ ਭੂਲੋਕ, ਭੁਵਰਲੋਕ, ਸਵਰਗਲੋਕ ਤਿੰਨੋਂ ਲੋਕ ਖਤਮ ਹੋ ਜਾਂਦੇ ਹਨ। ਹੁਣ ਇਸ ਤੋਂ ਅੱਗੇ ਜਾਓ ਤੇ ਇੱਕ ਮਹਾਕਲਪ ਪ੍ਰਲਯ ਹੁੰਦਾ ਹੈ, ਉਸ ਤੇ ਪੂਰਾ ਬ੍ਰਹਮੰਡ ਖਤਮ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਇੱਕ ਬ੍ਰਹਮੰਡ ਦੀ ਉਮਰ ਬ੍ਰਹਮਾ ਦੇ 100 ਸਾਲ ਦੱਸੀ ਗਈ ਹੈ ਤੇ ਬ੍ਰਹਮਾ ਦੇ ਰਾਹੀਂ ਸਿਰਜਣਾ, ਵਿਸ਼ਨੂੰ ਦੇ ਰਾਹੀਂ ਪਾਲਣਾ ਅਤੇ ਸ਼ੰਕਰ ਦੇ ਰਾਹੀਂ ਨਾਸ਼ ਜਾਂ ਖਾਤਮਾ ਕਰਵਾਉਂਦੇ ਹਨ। ਹੁਣ ਜੇਕਰ ਬ੍ਰਹਮਾ ਜਰੀ ਪੁਰੀ ਤੇ ਇੱਕ ਦਿਨ ਰਹੋ ਤੇ ਬ੍ਰਹਮਾ ਦਾ ਇੱਕ ਦਿਨ ਧਰਤੀ ਦੇ 1000 ਚਤੁਰਯੁਗ ਯਾਨੀ ਧਰਤੀ ਦੇ 4 ਯੁਗਾਂ ਦੇ ਬਰਾਬਰ ਦਾ ਟਾਈਮ ਹੁੰਦਾ ਹੈ। ਮਤਲਬ 1000 ਵਾਰ 4 ਯੁਗ ਘੁੰਮ ਜਾਂਦੇ ਹਨ। ਜਿਸ ਤਰ੍ਹਾਂ ਕਿ ਬ੍ਰਹਮਾ ਦੇ ਇੱਕ ਦਿਨ ਦਾ ਟਾਈਮ 4 ਅਰਬ 32 ਕਰੋੜ ਸਾਲ ਹੁੰਦੇ ਹਨ ਅਤੇ ਇੰਨੇ ਹੀ ਟਾਈਮ ਦੀ ਰਾਤ ਵੀ ਹੁੰਦੀ ਹੈ। ਯਾਨੀ ਬ੍ਰਹਮਾ ਦਾ ਦਿਨ ਰਾਤ ਮਿਲਾ ਕੇ ਇੱਕ ਦਿਨ ਦਾ ਟੋਟਲ ਸਮਾਂ 8 ਅਰਬ 64 ਕਰੋੜ ਸਾਲ ਹੋ ਜਾਂਦੇ ਹਨ। ਜਦੋਂ ਬ੍ਰਹਮੰਡ ਬਣਦਾ ਹੈ ਤੇ ਨਾਲ ਹੀ ਬ੍ਰਹਮੰਡ ਦਾ ਟਾਈਮ ਸ਼ੁਰੂ ਹੁੰਦਾ ਹੈ। ਉਸ ਦੇ ਨਾਲ ਹੀ ਸ਼ਿਵ ਦਾ ਵੀ ਸਮਾਂ ਸ਼ੁਰੂ ਹੋ ਜਾਂਦਾ ਹੈ ਨਾ, ਕਿਉਂਕਿ ਮਾਲਿਕ ਤੇ ਉਹੀ ਹੈ। ਯਾਨੀ ਸ਼ਿਵ ਹੀ ਬ੍ਰਹਮੰਡ ਦਾ ਕ੍ਰੀਏਟਰ ਹੈ। ਯਾਨੀ ਬ੍ਰਹਮੰਡ ਅਤੇ ਸ਼ਿਵ ਦਾ ਸਮਾਂ ਇੱਕ ਹੀ ਹੁੰਦਾ ਹੈ। ਅਨੰਤ, ਮੈਂ ਇਹੀ ਕਹਿਣਾ ਚਾਹੁੰਦਾ ਸੀ ਬਾਪੂ ਜੀ। ਬਾਪੂ ਜੀ, ਇਹ ਤੇ ਹੋਈ ਬ੍ਰਹਮੰਡ ਦੀ ਗੱਲ। ਹੁਣ ਜਿਸ ਤਰ੍ਹਾਂ ਕਿ ਮਹਾਬ੍ਰਹਮੰਡ ਤੇ ਮਹਾਸ਼ਿਵ ਦਾ ਟਾਈਮ ਹੁੰਦਾ ਹੈ ਤੇ ਮਹਾਸ਼ਿਵ ਦੇ ਮਹਾਬ੍ਰਹਮੰਡ ਦੇ ਟਾਈਮ ਦੇ ਹਿਸਾਬ ਨਾਲ ਸ਼ਿਵ ਯਾਨੀ ਬ੍ਰਹਮੰਡ ਦੇ ਮਾਲਿਕ ਦਾ ਟਾਈਮ ਘੱਟ ਹੋ ਗਿਆ ਨਾ। ਜਿਸ ਤਰ੍ਹਾਂ ਕਿ ਘੜੀ ਤੇ ਟਾਈਮ ਵੇਖਣ ਦੀਆਂ 3 ਸੂਈਆਂ ਹੁੰਦੀਆਂ ਹਨ। ਹੁਣ ਜਿਸ ਤਰ੍ਹਾਂ ਕਿ ਗੈਲੈਕਸੀ ਦੇ ਮਾਲਕ ਯਾਨੀ ਮਹਾਬ੍ਰਹਮੰਡ ਦੇ ਮਹਾਸ਼ਿਵ ਦਾ ਟਾਈਮ ਜਾਂ ਆਕਾਸ਼ ਗੰਗਾ ਦਾ ਜੋ ਟਾਈਮ ਹੈ ਉਸ ਤੇ ਸ਼ਿਵ ਦਾ ਯਾਨੀ ਇੱਕ ਬ੍ਰਹਮੰਡ ਦਾ ਟਾਈਮ ਘੜੀ ਦੀ ਸਭ ਤੋਂ ਛੋਟੀ ਸੂਈ ਯਾਨੀ 1 ਸੈਕਿੰਡ ਦੀ ਸੂਈ ਦੀ ਤਰ੍ਹਾਂ ਦਾ ਹੈ ਅਤੇ ਮਹਾਸ਼ਿਵ ਦਾ ਟਾਈਮ 1 ਮਿੰਟ ਦੀ ਸੂਈ ਦੀ ਤਰ੍ਹਾਂ ਦਾ ਹੈ। ਪਰਮ ਮਹਾਸ਼ਿਵ ਦਾ ਟਾਈਮ 1 ਘੰਟੇ ਦੀ ਸੂਈ ਦੀ ਤਰ੍ਹਾਂ ਦਾ ਹੈ। ਅਨੰਤ, ਮਤਲਬ ਇਹ ਹੈ ਕਿ ਜੋ ਪਰਮ ਮਹਾਸ਼ਿਵ ਹੈ ਉਹ ਪੂਰੇ ਯੂਨੀਵਰਸ ਦਾ ਮਾਲਿਕ ਹੈ। ਜੋ ਮਹਾਸ਼ਿਵ ਹੈ ਉਹ ਸਾਡੀ ਗੈਲੈਕਸੀ ਯਾਨੀ ਆਕਾਸ਼ ਗੰਗਾ ਦਾ ਮਾਲਿਕ ਹੈ ਅਤੇ ਜੋ ਸ਼ਿਵ ਹੈ ਉਹ ਸਾਡੇ ਸੋਲਰ ਸਿਸਟਮ ਯਾਨੀ ਇੱਕ ਬ੍ਰਹਮੰਡ ਦਾ ਮਾਲਕ ਹੈ। ਤੇ ਤਿੰਨੋਂ ਸ਼ਿਵਾਂ ਦੀ ਘੜੀ ਹੈ ਉਹ ਵੱਖਰੇ ਵੱਖਰੇ ਟਾਈਮ ਤੇ ਤੁਰਦੀਆਂ ਹਨ। ਜਿਸ ਤਰ੍ਹਾਂ ਕਿ ਦੇਵਤਿਆਂ ਦੇ ਇੱਕ ਦਿਨ ਦਾ ਮਤਲਬ ਧਰਤੀ ਦੇ 1 ਸਾਲ ਹੁੰਦਾ ਹੈ ਤੇ ਇਸ ਤਰ੍ਹਾਂ ਹੀ ਜਿੱਥੇ ਸ਼ਿਵ ਦੀ ਯਾਨੀ ਬ੍ਰਹਮੰਡ ਦੇ ਮਾਲਕ ਦੀ ਇੱਕ ਘੜੀ ਹੋਏਗੀ ਉੱਥੇ ਮਹਾਸ਼ਿਵ ਯਾਨੀ ਗੈਲੈਕਸੀ ਦੇ ਮਾਲਕ ਦੀਆਂ ਅਨੇਕਾਂ ਘੜੀਆਂ ਹੋਣਗੀਆਂ। ਇਸ ਤਰ੍ਹਾਂ ਹੀ ਜਿੱਥੇ ਗੈਲੈਕਸੀ ਦੇ ਮਾਲਕ ਦੀ ਯਾਨੀ ਮਹਾਸ਼ਿਵ ਦੀ ਇੱਕ ਘੜੀ ਹੋਏਗੀ ਉੱਥੇ ਯੂਨੀਵਰਸ ਦੇ ਮਾਲਿਕ ਯਾਨੀ ਪਰਮ ਮਹਾਸ਼ਿਵ ਦੀਆਂ ਅਨੇਕਾਂ ਘੜੀਆਂ ਹੋਣਗੀਆਂ ਤੇ ਇਸ ਤਰ੍ਹਾਂ ਸਭ ਦੇ ਵੱਖਰੇ ਵੱਖਰੇ ਟਾਈਮ ਦੇ ਹਿਸਾਬ ਨਾਲ ਸਮਾਂ ਚੱਲਦਾ ਹੈ। ਇਸੇ ਕਰਕੇ ਸਾਇੰਸ ਵਾਲੇ ਦੱਸਦੇ ਹਨ ਕਿ ਸਾਡਾ ਜੋ ਸੋਲਰ ਸਿਸਟਮ ਹੈ ਉਹ ਮਿਲਕੀ ਵੇ ਯਾਨੀ ਆਕਾਸ਼ ਗੰਗਾ ਦੇ ਅੰਦਰ ਚੱਕਰ ਲਗਾ ਰਿਹਾ ਹੈ ਅਤੇ ਸਾਡੀ ਜੋ ਪ੍ਰਿਥਵੀ ਹੈ ਉਹ ਸੂਰਜ ਦੇ ਚੱਕਰ ਲਗਾ ਰਹੀ ਹੈ ਤੇ ਇਸ ਤਰ੍ਹਾਂ ਟਾਈਮ ਅਤੇ ਸ਼ਿਵ ਜੋ ਹਨ ਉਹ ਇੱਕ ਦੂਸਰੇ ਨਾਲ ਕਨੈਕਟ ਜਾਂ ਸੰਬੰਧਿਤ ਹਨ। ਇਹ ਗੱਲ ਬਾਪੂ ਜੀ ਆਪ ਜੀ ਨੇ ਸਾਨੂੰ ਦੱਸੀ। ਤੇ ਬਾਪੂ ਜੀ, ਸ਼ਿਵ ਨੇ ਬ੍ਰਹਮੰਡ ਕਿਸ ਤਰ੍ਹਾਂ ਬਣਾਇਆ? ਇਹ ਸਾਡਾ ਅਗਲਾ ਸਵਾਲ ਹੈ। ਬਾਪੂ ਜੀ, ਤੁਹਾਨੂੰ ਇੱਕ ਗੱਲ ਪਹਿਲਾਂ ਹੀ ਦੱਸ ਦਵਾਂ ਕਿ ਮਹਾਸ਼ਿਵ ਨੇ ਵੀ ਇੱਕ ਸੰਕਲਪ ਜਾਂ ਸੋਚ ਕੀਤੀ ਕਿ ਮੈਂ ਵੀ ਇੱਕ ਤੋਂ ਅਨੰਤ ਹੋ ਜਾਵਾਂ ਜਾਂ ਅਨੇਕ ਹੋ ਜਾਵਾਂ
ਤੇ ਬੇਅੰਤ ਸ਼ਿਵ ਬਣ ਗਏ ਅਤੇ ਪਾਵਰ ਦਾ ਬ੍ਰੇਕਅਪ ਹੋ ਗਿਆ। ਨਿਰਾਕਾਰ ਮਹਾਸ਼ਿਵ ਨੇ ਅਨੰਤ ਹੋਣ ਦੀ ਸੋਚ ਕੀਤੀ ਤੇ ਪਾਵਰ ਦੇ ਟੁਕੜੇ ਹੋ ਗਏ ਨਾ। ਪਾਵਰ ਦਾ ਬ੍ਰੇਕਅਪ ਹੋਇਆ ਤੇ ਪਰਮ ਪ੍ਰਕਾਸ਼ ਦੇ ਟੁਕੜੇ ਹੋ ਗਏ। ਅਸੀਂ ਪਰਮ ਪ੍ਰਕਾਸ਼ ਨੂੰ ਜੋਤੀਲਿੰਗ ਕਹਿੰਦੇ ਹਾਂ। ਜੋਤੀ ਦਾ ਮਤਲਬ ਲਾਈਟ ਜਾਂ ਪ੍ਰਕਾਸ਼, ਲਾਈਟ ਦਾ ਲਿੰਗ ਮਤਲਬ ਪਰਮ ਪ੍ਰਕਾਸ਼। ਤੇ ਸ਼ਿਵ ਨੇ ਵੀ ਮਹਾਸ਼ਿਵ ਦੀ ਤਰ੍ਹਾਂ ਹੀ ਸੰਕਲਪ ਕੀਤਾ ਤੇ ਫਿਰ ਸ਼ਿਵ ਨੇ ਨਿਰਾਕਾਰੀ ਅਤੇ ਆਕਾਰੀ ਰੂਪ ਧਾਰਨ ਕੀਤਾ ਅਤੇ ਸ਼ਿਵ ਸ਼ਕਤੀ ਬਣਿਆ। ਸ਼ਿਵ ਨੇ ਫਿਰ ਸ਼ਕਤੀ ਦੀ ਸਿਰਜਣਾ ਜਾਂ ਰਚਨਾ ਕੀਤੀ। ਸ਼ਿਵ ਸ਼ਕਤੀ ਨੇ ਮਿਲ ਕੇ ਫਿਰ ਵਿਸ਼ਨੂੰ ਦੀ ਰਚਨਾ ਕੀਤੀ। ਵਿਸ਼ਨੂੰ ਨੇ ਲਕਸ਼ਮੀ ਨੂੰ ਸਿਰਜਿਆ। ਲਕਸ਼ਮੀ ਨਾਰਾਇਣ ਦਾ ਕੰਬਾਈਨ ਜਾਂ ਇਕੱਠਿਆਂ ਦਾ ਰੂਪ ਵਿਸ਼ਨੂੰ ਹੈ। ਵਿਸ਼ਨੂੰ ਦੀ ਨਾਭੀ ਜਾਂ ਧੁਨੀ ਤੋਂ ਬ੍ਰਹਮਾ ਨਿਕਲਿਆ। ਮੇਰੀ ਜੋ ਪੁਰਾਣੀ ਵੀਡੀਓ ਹੈ ਹਿਸਟਰੀ ਆਫ ਯੂਨੀਵਰਸ ਹੈ ਨਾ, ਉਸ ਵਿੱਚ ਇਹ ਸਾਰੀਆਂ ਗੱਲਾਂ ਡਿਟੇਲ ਤੇ ਹਨ, ਪਰ ਹੁਣ ਮੈਂ ਸ਼ਾਰਟਕਟ ਜਾਂ ਸੰਖੇਪ ਤੇ ਦੱਸ ਰਿਹਾ ਹਾਂ। ਅਨੰਤ, ਹਾਂਜੀ ਬਾਪੂ ਜੀ, ਇਹ ਚੰਗਾ ਰਹੇਗਾ ਕਿਉਂਕਿ ਆਪ ਜੀ ਦੀ ਹਿਸਟਰੀ ਆਫ ਯੂਨੀਵਰਸ ਵਾਲੀ ਵੀਡੀਓ ਹਿੰਦੀ ਅਤੇ ਇੰਗਲਿਸ਼ ਦੀ ਆਵਾਜ਼ ਤੇ ਅਨੁਵਾਦਿਤ ਜਾਂ ਟ੍ਰਾਂਸਲੇਟ ਵੀ ਹੈ। ਹੁਣ ਆਪ ਜੀ ਅੱਗੇ ਦੱਸੋ। ਬਾਪੂ ਜੀ, ਤੇ ਨਿਰਾਕਾਰੀ ਸ਼ਿਵ ਨੇ ਬ੍ਰਹਮਾ ਦੇ ਰਾਹੀਂ ਸਿਰਜਣਾ ਕੀਤੀ। ਬ੍ਰਹਮਾ ਨੇ ਸੰਕਲਪਿਆ ਜਾਂ ਵਿਚਾਰਾਂ ਦੇ ਰਾਹੀਂ ਅਨੰਤ ਫਰਿਸ਼ਤਿਆਂ ਦੀ ਤਰ੍ਹਾਂ ਦੀ ਆਤਮਾਵਾਂ ਬਣਾਈਆਂ। ਪਹਿਲਾਂ ਫਰਿਸ਼ਤਿਆਂ ਦੀ ਦੁਨੀਆ ਬਣੀ, ਫਿਰ ਫਰਿਸ਼ਤੇ ਦੇਵਤਾ ਬਣੇ ਅਤੇ 3 ਤੱਤਾਂ ਤੇ ਆਏ। ਪਹਿਲਾਂ ਫਰਿਸ਼ਤਿਆਂ ਦੀ ਬਾਡੀ ਪਰਮ ਤੱਤਾਂ ਦੀ ਸੀ, ਫਿਰ ਪਰਮ ਤੱਤਾਂ ਦੀ ਬਾਡੀ ਜਾਂ ਸਰੀਰ ਵਾਲੇ ਫਰਿਸ਼ਤੇ ਦੇਵਤਾ ਬਣ ਗਏ ਤੇ ਦੇਵਤਾਵਾਂ ਦਾ ਸਰੀਰ ਵੀ 3 ਤੱਤਾਂ ਦਾ ਹੁੰਦਾ ਹੈ। ਤੇ ਸਾਡੀ ਜੋ ਗੱਲ ਚੱਲ ਰਹੀ ਸੀ ਕਿ ਬ੍ਰਹਮੰਡ ਦੀ ਸਿਰਜਣਾ ਜਾਂ ਰਚਨਾ ਕਿਸ ਤਰ੍ਹਾਂ ਹੋਈ, ਤੇ ਜੋ ਬ੍ਰਹਮੰਡ ਦੀ ਰਚਨਾ ਹੈ ਉਹ ਪਹਿਲਾਂ ਬ੍ਰਹਮਾ ਦੇ ਰਾਹੀਂ ਫਰਿਸ਼ਤੇ ਬਣੇ, ਫਰਿਸ਼ਤਿਆਂ ਦੇ ਰਾਹੀਂ ਦੇਵਤੇ ਬਣੇ। ਦੇਵਤੇ ਮਤਲਬ 3 ਤੱਤਾਂ ਵਾਲੇ ਦੇਵਤੇ ਹੁੰਦੇ ਹਨ। ਫਿਰ ਦੇਵਤਾਵਾਂ ਤੋਂ ਮਨੁੱਖ ਯਾਨੀ 5 ਤੱਤਾਂ ਦੇ ਸਰੀਰ ਵਾਲੇ ਮਨੁੱਖ ਬਣੇ। ਫਿਰ ਮਨੁੱਖ ਹੋਰ ਨੀਚੇ ਡਿੱਗਦੇ ਗਏ ਤੇ ਅਤਲ, ਵਿਤਲ, ਸੁਤਲ, ਰਸਾਤਲ, ਪਤਾਲ ਲੋਕ ਤੇ ਗਏ। ਫਿਰ ਪਤਾਲ ਲੋਕ ਤੋਂ ਵੀ ਨੀਚੇ ਡਿੱਗ ਗਏ ਤੇ 55 ਕਰੋੜ ਨਰਕ ਬਣ ਗਏ। ਤੇ ਇਸ ਤਰ੍ਹਾਂ ਇਹ ਬ੍ਰਹਮੰਡ ਬਣਦਾ ਗਿਆ। ਸਿਰਜਣਾ ਹੁੰਦੀ ਗਈ। ਪਹਿਲਾਂ ਸਿਰਜਣਾ, ਫਿਰ ਪਰਲੈ, ਅਰਧ ਪਰਲੈ, ਕਲਪ ਪਰਲੈ, ਮਹਾਕਲਪ ਪਰਲੈ ਹੁੰਦਾ ਗਿਆ। ਤੇ ਇਸੇ ਤਰ੍ਹਾਂ ਬ੍ਰਹਮੰਡ ਦੀ ਵੀ ਸਿਰਜਣਾ ਅਤੇ ਵਿਨਾਸ਼ ਜਾਂ ਵਿਸਰਜਣ ਹੁੰਦਾ ਰਹਿੰਦਾ ਹੈ। ਅਨੰਤ, ਬਾਪੂ ਜੀ, ਅਗਲਾ ਸਵਾਲ ਇਹ ਹੈ ਕਿ ਸ਼ਿਵ ਦੀ ਸ਼ਕਤੀ ਕੌਣ ਹੈ ਅਤੇ ਉਸ ਦਾ ਕੀ ਕੰਮ ਹੈ? ਬਾਪੂ ਜੀ, ਸ਼ਿਵ ਜਦੋਂ ਨਿਰਾਕਾਰੀ ਤੋਂ ਆਕਾਰੀ ਬਣਿਆ ਯਾਨੀ 3 ਤੱਤਾਂ ਦਾ ਬਣਿਆ ਜੋ ਕਿ ਸ਼ਿਵਪੁਰੀ ਤੇ ਰਹਿੰਦਾ ਹੈ, ਉਸ ਸ਼ਿਵ ਨੇ ਆਪਣੇ ਅੰਦਰੋਂ ਵਿਚਾਰਾਂ ਦੇ ਰਾਹੀਂ ਸ਼ਕਤੀ ਨੂੰ ਰਚਿਆ ਅਤੇ ਸ਼ਿਵ ਸ਼ਕਤੀ ਤੋਂ ਜੋ ਰੂਪ ਯਾਨੀ ਅਰਧ ਨਾਰੇਸ਼ਵਰ ਯਾਨੀ ਅੱਧਾ ਸ਼ਿਵ ਅਤੇ ਅੱਧੀ ਸ਼ਕਤੀ ਜਾਂ ਪਾਰਵਤੀ ਦਾ ਜੋ ਜੁੜਿਆ ਇੱਕ ਰੂਪ ਅਸੀਂ ਵੇਖਦੇ ਹਾਂ ਨਾ, ਉਹ ਸ਼ਿਵਪੁਰੀ ਤੇ ਰਹਿੰਦੇ ਹਨ। ਅਤੇ ਜਦੋਂ ਕੋਈ ਚੰਗਾ ਜਾਂ ਵੱਡਾ ਕੰਮ ਕਰਨਾ ਹੁੰਦਾ ਹੈ ਤੇ ਸ਼ਿਵ ਸ਼ਕਤੀ ਅਰਧ ਨਾਰੇਸ਼ਵਰ ਬਣ ਕੇ ਉਹ ਕੰਮ ਕਰਦੇ ਹਨ। ਪਰ ਸ਼ੰਕਰ ਪਾਰਵਤੀ ਜੋ ਕਿ ਸ਼ਿਵ ਸ਼ਕਤੀ ਦਾ ਸਾਕਾਰੀ ਰੂਪ ਹੈ ਅਤੇ ਜੋ ਹਿਮਾਲੇ ਤੇ ਰਹਿੰਦਾ ਹੈ, ਉਸ ਨੂੰ ਵੀ ਅਰਧ ਨਾਰੇਸ਼ਵਰ ਦੇ ਰੂਪ ਤੇ ਵਿਖਾਉਂਦੇ ਹਨ। ਪਰ ਅਸਲੀ ਸ਼ਿਵ ਸ਼ਕਤੀ ਸ਼ਿਵਪੁਰੀ ਤੇ ਰਹਿੰਦੇ ਹਨ। ਉਹ ਸ਼ਿਵਪੁਰੀ ਤੇ ਵਿਸ਼ਨੂਪੁਰੀ ਤੋਂ ਵੀ ਉੱਪਰ ਹੈ, 7 ਲੋਕਾਂ ਤੋਂ ਵੀ ਉੱਪਰ ਹੈ, ਜਿਸ ਤਰ੍ਹਾਂ ਕਿ ਭੂਲੋਕ, ਭੂਵਰਲੋਕ, ਸਵਲੋਕ, ਮਹਰਲੋਕ, ਜਨਲੋਕ, ਤਪਲੋਕ, ਫਿਰ ਬ੍ਰਹਮਾਪੁਰੀ, ਵਿਸ਼ਨੂਪੁਰੀ, ਸ਼ਿਵਪੁਰੀ ਅਤੇ ਪਰਮਧਾਮ। ਤੇ ਪਰਮਧਾਮ ਤੇ ਸ਼ਿਵ ਸ਼ਕਤੀ ਦਾ ਰੂਪ ਨਿਰਾਕਾਰੀ ਹੈ। ਇਹ ਨਿਰਾਕਾਰੀ ਰੂਪ ਤੇ ਪਰਮਧਾਮ ਤੇ ਰਹਿੰਦੇ ਹਨ। ਜਦੋਂ ਬ੍ਰਹਮਾ, ਵਿਸ਼ਨੂੰ ਅਤੇ ਸ਼ੰਕਰ ਕੋਈ ਕੰਮ ਨਹੀਂ ਕਰ ਸਕਦੇ, ਮਤਲਬ ਜਦੋਂ ਬ੍ਰਹਮਾ, ਵਿਸ਼ਨੂੰ, ਸ਼ੰਕਰ ਕਿਸੇ ਰਾਖਸ਼ ਜਾਂ ਅਸੁਰ ਦਾ ਨਾਸ਼ ਨਹੀਂ ਕਰ ਪਾਉਂਦੇ, ਉਦੋਂ ਇਹਨਾਂ ਸ਼ਕਤੀਆਂ ਦਾ ਕੰਮ ਹੁੰਦਾ ਹੈ। ਅਤੇ ਇਹ ਸ਼ਕਤੀਆਂ ਉਦੋਂ ਅਵਤਾਰ ਲੈਂਦੀਆਂ ਹਨ ਤੇ ਇਹ ਅਵਤਾਰ ਲੈ ਕੇ ਰਾਖਸ਼ਾਂ ਦਾ ਜਾਂ ਦੈਤਾਂ ਦਾ ਖਾਤਮਾ ਕਰਦੀਆਂ ਹਨ, ਵੱਡੇ ਵੱਡੇ ਦੈਤਾਂ ਦਾ ਵਿਨਾਸ਼ ਕਰਦੀਆਂ ਹਨ। ਐਸੇ ਵੱਡੇ ਵੱਡੇ ਕੰਮ ਇਹਨਾਂ ਸ਼ਕਤੀਆਂ ਦੇ ਰਾਹੀਂ ਕਰਵਾਏ ਜਾਂਦੇ ਹਨ। ਤੇ ਐਸੀ ਤਰ੍ਹਾਂ ਮਹਾਬ੍ਰਹਮੰਡ ਤੇ ਵੀ ਮਹਾਸ਼ਕਤੀਆਂ ਹੁੰਦੀਆਂ ਹਨ। ਮਹਾਸ਼ਕਤੀਆਂ ਪੂਰੇ ਮਹਾਬ੍ਰਹਮੰਡ ਨੂੰ ਚਲਾਉਂਦੀਆਂ ਹਨ। ਅਨੰਤ, ਬਾਪੂ ਜੀ, ਸ਼ਿਵ ਦੇ ਕਿੰਨੇ ਰੂਪ ਹਨ? ਬਾਪੂ ਜੀ, ਸ਼ਿਵ ਦੇ 3 ਰੂਪ ਹਨ।
शिव ਦਾ ਇੱਕ ਨਿਰਾਕਾਰੀ ਰੂਪ ਹੈ ਜੋ ਪਰਮ ਧਾਮ ਤੇ ਰਹਿੰਦਾ ਹੈ। ਨਿਰਾਕਾਰੀ ਰੂਪ ਨੂੰ ਪੂਜਣ ਦੇ ਲਈ ਪਹਿਲਾਂ ਜੋਤੀਲਿੰਗ ਬਣਾਇਆ ਸੀ। ਜੋਤੀ ਮਤਲਬ ਲਾਈਟ ਅਤੇ ਲਿੰਗ ਦਾ ਮਤਲਬ ਆਕਾਰ। ਪਰ ਅੱਜ ਨਿਰਾਕਾਰ ਸ਼ਿਵ ਨੂੰ ਪੂਜਣ ਦੇ ਲਈ ਜੋ ਸ਼ਿਵਲਿੰਗ ਬਣਾਏ ਗਏ ਹਨ ਉਹ ਸ਼ੰਕਰ ਦੇ ਹਨ। ਸ਼ੰਕਰ ਜੋ ਨਿਰਾਕਾਰੀ ਸ਼ਿਵ ਦਾ ਅਵਤਾਰ ਹੈ, ਉਸ ਦੇ 12 ਸ਼ਿਵਲਿੰਗ ਮਤਲਬ 12 ਜੋਤੀਲਿੰਗ ਹਨ, ਪਰ ਉਹਨਾਂ ਨੂੰ ਜੋਤੀਲਿੰਗ ਨਹੀਂ ਕਵਾਂਗੇ। ਭਗਤੀ ਮਾਰਗ ਵਾਲਿਆਂ ਨੂੰ ਤੇ ਗਿਆਨ ਨਹੀਂ ਹੈ, ਇਸ ਕਰਕੇ ਉਹ ਪੱਥਰ ਦੇ ਜੋਤਿਰਲਿੰਗ ਨੂੰ ਨਿਰਾਕਾਰੀ ਸ਼ਿਵ ਮੰਨ ਕੇ ਪੂਜਦੇ ਹਨ। ਪਰ ਜੋਤੀ ਮਤਲਬ ਲਾਈਟ ਤੇ ਨਿਰਾਕਾਰ ਸ਼ਿਵ ਨੂੰ ਪੂਜਣ ਦੇ ਲਈ ਜੋਤੀ ਯਾਨੀ ਪ੍ਰਕਾਸ਼ ਦਾ ਲਿੰਗ ਹੁੰਦਾ ਹੈ। ਪਹਿਲਾਂ ਲਾਈਟ ਨੂੰ ਡਾਇਮੰਡ ਦੇ ਰੂਪ ਤੇ ਵਿਖਾਉਂਦੇ ਸਨ ਤੇ ਉਸ ਨਿਰਾਕਾਰੀ ਸ਼ਿਵ ਦਾ ਪ੍ਰਕਾਸ਼ ਸਰੂਪ ਦਾ ਜੋਤੀਲਿੰਗ ਡਾਇਮੰਡ ਦਾ ਹੁੰਦਾ ਸੀ। ਉਸ ਵਿੱਚੋਂ ਰੋਸ਼ਨੀ ਜਾਂ ਪ੍ਰਕਾਸ਼ ਨਿਕਲਦਾ ਸੀ। ਉਹ ਕੋਈ ਪੱਥਰ ਦਾ ਲਿੰਗ ਨਹੀਂ ਹੁੰਦਾ, ਡਾਇਮੰਡ ਦਾ ਲਿੰਗ ਹੁੰਦਾ ਹੈ। ਪਹਿਲਾਂ ਡਾਇਮੰਡ ਦਾ ਲਿੰਗ ਹੁੰਦਾ ਸੀ। ਤੁਸੀਂ ਸੂਰਯ ਮੰਦਿਰਾਂ ਤੇ ਵੇਖੋ ਤੇ ਡਾਇਮੰਡ ਦਾ ਲਿੰਗ ਹੁੰਦਾ ਸੀ। ਤੇ ਦੂਸਰਾ ਸ਼ਿਵ ਦਾ ਰੂਪ ਆਕਾਰੀ ਰੂਪ ਹੈ। ਸ਼ਿਵ ਸ਼ਕਤੀ ਆਕਾਰੀ ਰੂਪ ਤੇ ਸ਼ਿਵਪੁਰੀ ਤੇ ਰਹਿੰਦੇ ਹਨ। ਅਤੇ ਤੀਸਰਾ ਸਾਕਾਰੀ ਰੂਪ ਹੈ ਜੋ ਹਿਮਾਲਯ ਤੇ ਸ਼ੰਕਰ ਪਾਰਵਤੀ ਅਤੇ ਉਹਨਾਂ ਦਾ ਪਰਿਵਾਰ ਸਾਰੇ ਰਹਿੰਦੇ ਹਨ। ਅਨੰਤ ਤੇ ਬਾਪੂ ਜੀ ਉਹ ਅੱਜ ਦੀ ਤਾਰੀਖ ਤੇ ਵੀ ਰਿਐਲਿਟੀ ਤੇ ਹਿਮਾਲਯ ਤੇ ਰਹਿੰਦੇ ਹੋਣਗੇ? ਬਾਪੂ ਜੀ ਹਾਂ, ਅੱਜ ਵੀ ਜੇਕਰ ਤੁਸੀਂ ਉੱਥੇ ਜਾਓ, ਯਾਨੀ ਜਿਸ ਨੂੰ ਕੈਲਾਸ਼ ਮਾਨਸਰੋਵਰ ਜੋ ਕਹਿੰਦੇ ਹਨ ਨਾ, ਹਿਮਾਲਯ ਤੇ ਜੋ ਕੈਲਾਸ਼ ਪਹਾੜ ਹੈ, ਉੱਥੇ ਸ਼ੰਕਰ ਪਾਰਵਤੀ ਪਰਿਵਾਰ ਸਮੇਤ ਸਾਕਾਰੀ ਰੂਪ ਤੇ ਯਾਨੀ 3 ਤੱਤਾਂ ਵਾਲੇ ਆਕਾਰੀ ਰੂਪ ਤੇ ਰਹਿੰਦੇ ਹਨ। ਸਾਕਾਰ ਤੇ ਨਹੀਂ, 3 ਤੱਤਾਂ ਦੇ ਆਕਾਰੀ ਰੂਪ ਤੇ ਹਨ। ਅਨੰਤ ਪਰ ਬਾਪੂ ਜੀ ਸਾਇੰਸ ਵਾਲੇ ਕਹਿੰਦੇ ਹਨ ਕਿ ਉੱਥੇ UFO ਵੇਖੇ ਗਏ ਹਨ, ਕੀ ਇਹ ਗੱਲ ਸੱਚ ਹੈ? ਬਾਪੂ ਜੀ ਭਗਵਾਨ ਸ਼ੰਕਰ ਦੇ ਦਰਸ਼ਨ ਕਰਨ ਲਈ ਉੱਪਰ ਜੋ ਦੇਵਤਾ ਰਹਿੰਦੇ ਹਨ ਨਾ, ਉਹ ਆਪਣੇ ਯਾਨ ਜਾਂ ਹਵਾਈ ਜਹਾਜ਼ ਲੈ ਕੇ ਆਉਂਦੇ ਜਾਂਦੇ ਰਹਿੰਦੇ ਹਨ। ਇਸ ਲਈ ਉਹਨਾਂ ਦੇ ਹਵਾਈ ਜਹਾਜ਼ ਨੂੰ UFO ਕਹਿੰਦੇ ਹਨ ਤੇ ਉਹ ਤੇ ਆਉਂਦੇ ਜਾਂਦੇ ਰਹਿੰਦੇ ਹਨ। ਕੈਲਾਸ਼ ਪਰਬਤ ਜਾਂ ਮਾਨਸਰੋਵਰ ਦੇ ਉੱਪਰ ਅੱਜ ਵੀ ਜੋ ਲੋਕੀ ਭਗਵਾਨ ਸ਼ੰਕਰ ਪਾਰਵਤੀ ਦੇ ਦਰਸ਼ਨ ਕਰਨ ਲਈ ਜਾਂਦੇ ਹਨ ਤੇ ਉਹਨਾਂ ਨੂੰ ਉੱਥੇ ਅਨੁਭੂਤੀ ਜਾਂ ਭਗਵਾਨ ਸ਼ੰਕਰ ਪਾਰਵਤੀ ਦੇ ਹੋਣ ਦਾ ਅਹਿਸਾਸ ਹੁੰਦਾ ਹੈ। ਮਨੁੱਖ 5 ਸਥੂਲ ਤੱਤਾਂ ਤੇ ਹੋਣ ਕਰਕੇ ਭਗਵਾਨ ਸ਼ਿਵ ਪਾਰਵਤੀ ਦੇ ਦਰਸ਼ਨ ਨਹੀਂ ਕਰ ਸਕਦਾ, ਕਿਉਂਕਿ ਭਗਵਾਨ 3 ਤੱਤਾਂ ਤੇ ਹੈ ਤੇ ਮਨੁੱਖ 3 ਤੱਤਾਂ ਵਾਲਿਆਂ ਦਾ ਦਰਸ਼ਨ ਨਹੀਂ ਕਰ ਸਕਦਾ। ਇਸ ਲਈ ਭਗਵਾਨ ਸ਼ੰਕਰ ਪਾਰਵਤੀ ਅਨੁਭੂਤੀ ਕਰਾਉਂਦੇ ਹਨ। ਲੋਕੀ ਅਨੁਭੂਤੀ ਕਰਦੇ ਹਨ ਅਤੇ ਉਹ ਹਾਜ਼ਰਾ ਹਜ਼ੂਰ ਹਨ, ਯਾਨੀ ਉਹ ਆਪ ਖੁਦ ਪ੍ਰਤੱਖ ਰੂਪ ਤੇ ਹਨ। ਸ਼ੰਕਰ ਪਾਰਵਤੀ ਅਤੇ ਉਹਨਾਂ ਦੇ ਪਰਿਵਾਰ ਗਣੇਸ਼ ਹੈ, ਕਾਰਤਿਕ ਹੈ, ਸਾਰੇ ਘੁੰਮਦੇ ਰਹਿੰਦੇ ਹਨ, ਆਪਣੀ ਡਿਊਟੀ ਕਰਦੇ ਹਨ, ਆਪਣੇ ਕੰਮ ਕਰਦੇ ਰਹਿੰਦੇ ਹਨ। ਅਨੰਤ ਬਾਪੂ ਜੀ ਸ਼ਿਵ ਇੱਕ ਹੈ ਜਾਂ ਬੇਅੰਤ ਹਨ? ਬਾਪੂ ਜੀ ਇਹ ਤੇ ਬਹੁਤ ਵੱਡਾ ਸਵਾਲ ਹੈ। ਅੱਜ ਤੱਕ ਕਈ ਸ਼ਾਸਤਰਾਂ ਤੇ ਵੀ ਇਹ ਦੱਸਿਆ ਗਿਆ ਹੈ। ਲਿੰਗ ਪ੍ਰਾਣ ਤੇ ਵੀ ਮੈਂ ਇੱਕ ਵਾਰ ਪੜ੍ਹਿਆ ਸੀ ਕਿ ਅਨੰਤਾ ਅਨੰਤ ਜਾਂ ਬੇਅੰਤ ਸ਼ਿਵ ਹਨ। ਬਾਪੂ ਜੀ ਜਿਸ ਤਰ੍ਹਾਂ ਸਾਡੇ ਬ੍ਰਹਮੰਡ ਦਾ ਇੱਕ ਸ਼ਬਦ ਹੈ ਅਨੰਤ ਕੋਟੀ ਬ੍ਰਹਮੰਡ, ਯਾਨੀ ਬੇਅੰਤ ਤਰ੍ਹਾਂ ਦੇ ਬ੍ਰਹਮੰਡ ਹਨ ਤੇ ਇੱਕ ਬ੍ਰਹਮੰਡ ਦਾ ਮਾਲਿਕ ਸ਼ਿਵ ਹੈ, ਤੇ ਇਸ ਤਰ੍ਹਾਂ ਬੇਅੰਤ ਸ਼ਿਵ ਹੋ ਗਏ ਨਾ। ਇਸ ਤਰ੍ਹਾਂ ਬੇਅੰਤ ਤਰ੍ਹਾਂ ਦੇ ਸ਼ਿਵ ਹਨ। ਮੈਂ ਦੱਸਿਆ ਹੈ ਕਿ ਗੈਲੈਕਸੀ ਦਾ ਮਾਲਿਕ ਜੋ ਹੈ, ਯਾਨੀ ਆਕਾਸ਼ ਗੰਗਾ ਦਾ ਮਾਲਿਕ ਮਹਾਸ਼ਿਵ ਹੈ, ਉਸ ਨੇ ਸੰਕਲਪਾਂ ਤੋਂ ਯਾਨੀ ਸੋਚ ਤੋਂ ਬੇਅੰਤ ਸ਼ਿਵ ਪੈਦਾ ਕੀਤੇ ਤੇ ਇਸ ਕਰਕੇ ਬੇਅੰਤ ਸ਼ਿਵ ਹਨ। ਅਨੰਤ ਤੇ ਇਹਨਾਂ ਬੇਅੰਤ ਤਰ੍ਹਾਂ ਦੇ ਸ਼ਿਵਾਂ ਦਾ ਸਿਰਜਣਹਾਰ ਜਾਂ ਕ੍ਰੀਏਟਰ ਕੌਣ ਹੈ? ਬਾਪੂ ਜੀ ਉਹਨਾਂ ਦਾ ਕ੍ਰੀਏਟਰ ਹੈ ਸ਼ਿਵ ਦਾ ਕ੍ਰੀਏਟਰ ਮਹਾਸ਼ਿਵ। ਮਹਾਸ਼ਿਵਰਾਤਰੀ ਮਨਾਉਂਦੇ ਹਨ ਨਾ। ਅਨੰਤ ਤੇ ਇਹ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਦਾ ਮਾਲਿਕ ਸ਼ਿਵ ਹੈ ਜਾਂ ਕੌਣ ਹੈ? ਬਾਪੂ ਜੀ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਦਾ ਮਾਲਿਕ ਮਹਾਸ਼ਿਵ ਹੈ। ਅੱਜ ਦੀ ਤਾਰੀਖ ਜਾਂ ਡੇਟ ਤੇ ਜੋ ਸ਼ਾਸਤਰਾਂ ਤੇ ਅਨੰਤ ਕੋਟੀ ਬ੍ਰਹਮੰਡ ਦਾ ਸ਼ਬਦ ਜਾਂ ਵਰਡ ਲਿਖਿਆ ਹੈ ਨਾ, ਤੇ ਉਹਨਾਂ ਸ਼ਬਦਾਂ ਨੂੰ ਪੜ੍ਹਨਾ ਪਏਗਾ
ਅਤੇ ਆਪ ਨੂੰ ਸਮਝਣਾ ਪਏਗਾ ਕਿ ਪ੍ਰਤੀਪਲ ਅਨੰਤ ਬ੍ਰਹਮੰਡ ਬਣਦੇ ਅਤੇ ਵਿਗੜਦੇ ਹਨ। ਮਤਲਬ ਹਰ ਘੜੀ ਤੇ ਬੇਅੰਤ ਬ੍ਰਹਮੰਡ ਬਣਦੇ ਅਤੇ ਖਤਮ ਹੁੰਦੇ ਹਨ ਤੇ ਬ੍ਰਹਮੰਡ ਦਾ ਮਾਲਿਕ ਸ਼ਿਵ ਹੈ ਅਤੇ ਇਹ ਜੋ ਗੈਲੈਕਸੀ ਹੈ ਉਸ ਨੂੰ ਮਹਾਬ੍ਰਹਮੰਡ ਕਿਹਾ ਗਿਆ ਹੈ ਤੇ ਮਹਾਬ੍ਰਹਮੰਡ ਦਾ ਮਾਲਿਕ ਮਹਾਸ਼ਿਵ ਹੈ। ਤੇ ਮਹਾਸ਼ਿਵ ਦੀ ਇੱਕ ਘੜੀ ਯਾਨੀ ਮਹਾਸ਼ਿਵ ਦੀ ਹਰ ਇੱਕ ਘੜੀ ਤੇ ਬ੍ਰਹਮਾ ਦੇ 100 ਸਾਲ ਹੋ ਜਾਂਦੇ ਹਨ ਤੇ ਬ੍ਰਹਮਾ ਦਾ 100 ਸਾਲ ਬਰਾਬਰ ਮਹਾਸ਼ਿਵ ਦੀ ਇੱਕ ਘੜੀ। ਹੁਣ ਹਰ ਇੱਕ ਘੜੀ ਤੇ ਬੇਅੰਤ ਬ੍ਰਹਮੰਡ ਬਣਦੇ ਅਤੇ ਖਤਮ ਹੁੰਦੇ ਹਨ। ਅਨੰਤ ਤੇ ਬਾਪੂ ਜੀ ਸ਼ਿਵ ਬ੍ਰਹਮੰਡ ਦੀ ਸਿਰਜਣਾ ਜਾਂ ਵਿਨਾਸ਼ ਕਿਉਂ ਕਰਦੇ ਹਨ? ਬਾਪੂ ਜੀ ਕੋਈ ਵੀ ਜੋ ਪਰਮਾਤਮਾ ਹੈ ਉਹ ਬ੍ਰਹਮੰਡ ਦੀ ਸਿਰਜਣਾ ਅਤੇ ਵਿਨਾਸ਼ ਕਰਦੀ ਹੈ। ਜਿਸ ਤਰ੍ਹਾਂ ਕਿ ਇੱਕ ਛੋਟਾ ਬੱਚਾ ਹੁੰਦਾ ਹੈ, ਖਿਡੌਣੇ ਬਣਾਉਂਦਾ ਅਤੇ ਤੋੜਦਾ ਰਹਿੰਦਾ ਹੈ, ਯਾਨੀ ਉਹ ਖਿਡੌਣਿਆਂ ਦਾ ਸਿਰਜਣ ਅਤੇ ਵਿਸਰਜਣ ਕਰਦਾ ਰਹਿੰਦਾ ਹੈ। ਤੇ ਇਹਨਾਂ ਲਈ ਇਹ ਬ੍ਰਹਮੰਡ ਇੱਕ ਖਿਡੌਣਿਆਂ ਦੀ ਤਰ੍ਹਾਂ ਹੈ, ਹੋਰ ਕੁਝ ਵੀ ਨਹੀਂ ਹੈ। ਉਹ ਸਿਰਜਣਾ ਕਰਦਾ ਹੈ, ਫਿਰ ਉਹਨਾਂ ਦਾ ਪਾਵਰ ਡਾਊਨ ਜਾਂ ਪਾਵਰ ਘੱਟ ਹੋ ਜਾਂਦੀ ਹੈ। ਅਨੰਤ ਪਰ ਬਾਪੂ ਜੀ ਉਹਨਾਂ ਵਿੱਚੋਂ ਜੋ ਆਤਮਾਵਾਂ ਨਿਕਲਦੀਆਂ ਹਨ ਉਹਨਾਂ ਦਾ ਕੀ ਹੁੰਦਾ ਹੈ? ਜੋ ਸ਼ਿਵ ਦੀਆਂ ਰਚਨਾਵਾਂ ਹਨ ਉਹਨਾਂ ਦਾ ਕੀ ਹੁੰਦਾ ਹੈ? ਬਾਪੂ ਜੀ ਸ਼ਿਵ ਦੀ ਰਚਨਾ ਜਾਂ ਸਿਰਜਣਾ ਹੁੰਦੀ ਰਹਿੰਦੀ ਹੈ। ਬੇਅੰਤ ਸ਼ਿਵ ਬਣ ਜਾਂਦੇ ਹਨ। ਜਦੋਂ ਇਹਨਾਂ ਸ਼ਿਵਾਂ ਦੀ ਪਾਵਰ ਖਤਮ ਹੋ ਜਾਂਦੀ ਹੈ ਉਦੋਂ ਉਹ ਸੂਰਜ ਤੇ ਪ੍ਰਵੇਸ਼ ਕਰਕੇ ਜਾਂ ਸਮਾ ਕੇ ਕਾਲ ਲਗਨ ਪੈਦਾ ਕਰਕੇ ਪੂਰੇ ਬ੍ਰਹਮੰਡ ਨੂੰ ਸਾੜ ਕੇ ਜਾਂ ਜਲਾ ਕੇ ਭਸਮ ਯਾਨੀ ਸਵਾਹ ਬਣਾ ਦਿੰਦੇ ਹਨ। ਉਸ ਨੂੰ ਅੱਜ ਕੱਲ੍ਹ ਦੀ ਸਾਇੰਸ ਵਾਲੇ ਬਲੈਕ ਹੋਲ ਕਹਿੰਦੇ ਹਨ। ਅਨੰਤ ਤੇ ਬਾਪੂ ਜੀ ਉਹਨਾਂ ਦੇ ਬਲੈਕ ਹੋਲ ਅਤੇ ਸ਼ਿਵ ਦੇ ਵਿਚਕਾਰ ਕੀ ਸੰਬੰਧ ਜਾਂ ਰਿਲੇਸ਼ਨ ਹੈ? ਬਾਪੂ ਜੀ ਹਾਂ, ਬਲੈਕ ਹੋਲ ਅਤੇ ਸ਼ਿਵ ਦਾ ਰਿਲੇਸ਼ਨ ਜਾਂ ਸੰਬੰਧ ਬਹੁਤ ਵਧੀਆ ਹੈ ਨਾ। ਬਲੈਕ ਹੋਲ ਦੇ ਅੰਦਰ ਵੀ ਸ਼ਿਵ ਹੁੰਦਾ ਹੈ। ਅਸਲ ਤੇ ਬਲੈਕ ਹੋਲ ਕਿਨ ਬਣਾਇਆ? ਬਲੈਕ ਹੋਲ ਸਜੀਵ ਯਾਨੀ ਜੀਵਤ ਹੈ ਜਾਂ ਨਿਰਜੀਵ ਯਾਨੀ ਜੀਵਨ ਰਹਿਤ ਜਾਂ ਭਸਮ ਹੈ? ਅਨੰਤ ਬਾਪੂ ਜੀ ਇਹ ਤੇ ਬਹੁਤ ਕਮਾਲ ਦੀ ਗੱਲ ਹੈ, ਕਿਉਂਕਿ ਇੱਥੇ ਧਰਤੀ ਤੇ ਪਿਆ ਹੋਇਆ ਪੱਥਰ ਆਪਣੇ ਆਪ ਤੇ ਹਿਲ ਵੀ ਨਹੀਂ ਸਕਦਾ ਤੇ ਇਹ ਬਲੈਕ ਹੋਲ ਜੋ ਹੈ ਉਹ ਇੰਨਾ ਅਮੇਜ਼ਿੰਗ ਜਾਂ ਹੈਰਾਨ ਕਰਨ ਵਾਲਾ ਕੰਮ ਕਰ ਰਿਹਾ ਹੈ ਯੂਨੀਵਰਸ ਤੇ। ਬਾਪੂ ਜੀ ਨਹੀਂ, ਤੁਸੀਂ ਦੱਸੋ ਕਿ ਬਲੈਕ ਹੋਲ ਦੇ ਅੰਦਰ ਗ੍ਰੈਵਿਟੀ ਹੈ ਕਿ ਨਹੀਂ? ਆਪਣੇ ਨੇੜੇ ਵਾਲਿਆਂ ਨੂੰ ਖਿੱਚ ਕੇ ਖਾ ਜਾਂਦਾ ਹੈ ਜਾਂ ਆਪਣੇ ਵਿੱਚ ਸਮਾ ਲੈਂਦਾ ਹੈ? ਅਨੰਤ ਡੈਫੀਨੇਟਲੀ ਜਾਂ ਬੇਸ਼ੱਕ। ਬਾਪੂ ਜੀ ਤੇ ਜਿੱਥੇ ਗ੍ਰੈਵਿਟੀ ਹੈ ਉਹ ਚੈਤਨਯ ਸ਼ਕਤੀ ਜਾਂ ਜਾਗਰਤ ਸ਼ਕਤੀ ਹੈ ਨਾ, ਅਤੇ ਜਦੋਂ ਜਾਗਰਤ ਸ਼ਕਤੀ ਹੈ ਤੇ ਇਸ ਬਲੈਕ ਹੋਲ ਦੇ ਅੰਦਰ ਜਾਗਰਤ ਜਾਂ ਚੈਤਨਯ ਆਤਮਾ ਵੀ ਹੈ। ਚੈਤਨਯ ਜਾਂ ਜਾਗਰਤ ਆਤਮਾ ਕਿਸ ਦੀ ਹੈ? ਹੁਣ ਬਲੈਕ ਹੋਲ ਕਦੋਂ ਬਣਦਾ ਹੈ? ਕਹਿੰਦੇ ਹਨ ਨਾ, ਜਦੋਂ ਸੂਰਜ ਬਲੈਕ ਹੋਲ ਬਣ ਜਾਂਦਾ ਹੈ, ਮਤਲਬ ਜਦੋਂ ਬ੍ਰਹਮੰਡ ਦੇ ਮਾਲਿਕ ਸ਼ਿਵ ਦੇ ਕੋਲ ਪਾਵਰ ਖਤਮ ਹੋ ਜਾਂਦੀ ਹੈ ਅਤੇ ਜਦੋਂ ਬ੍ਰਹਮਾ ਦੇ 100 ਸਾਲ ਪੂਰੇ ਹੁੰਦੇ ਹਨ ਉਦੋਂ ਬ੍ਰਹਮੰਡ ਦਾ ਮਾਲਿਕ ਜੋ ਸ਼ਿਵ ਹੈ ਉਸ ਦੇ ਅੰਦਰ ਪਾਵਰ ਖਤਮ ਹੋ ਜਾਂਦੀ ਹੈ। ਜਦੋਂ ਸ਼ਿਵ ਦੀ ਪਾਵਰ ਖਤਮ ਹੁੰਦੀ ਹੈ ਉਦੋਂ ਉਸ ਦੇ ਬ੍ਰਹਮੰਡ ਤੇ ਪਰਲੇ ਹੁੰਦਾ ਹੈ। ਉਸ ਪਰਲੇ ਨੂੰ ਮਹਾਕਲਪ ਪਰਲੇ ਕਹਿੰਦੇ ਹਨ। ਮਹਾਕਲਪ ਪਰਲੇ ਤੇ ਸ਼ਿਵ ਸੂਰਜ ਤੇ ਪ੍ਰਕਾਸ਼ ਕਰਕੇ ਕਾਲ ਅਗਨ ਪੈਦਾ ਕਰਕੇ ਪੂਰੇ ਬ੍ਰਹਮੰਡ ਨੂੰ ਜਲਾ ਕੇ ਭਸਮ ਕਰ ਦਿੰਦਾ ਹੈ। ਉਸ ਜਲੇ ਹੋਏ ਬ੍ਰਹਮੰਡ ਨੂੰ ਬਲੈਕ ਹੋਲ ਕਹਿੰਦੇ ਹਨ। ਉਦੋਂ ਉਸ ਬਲੈਕ ਹੋਲ ਦੇ ਅੰਦਰ ਸ਼ਿਵ ਹੁੰਦਾ ਹੈ। ਬ੍ਰਹਮੰਡ ਦੀ ਸਿਰਜਣਾ ਦੇ ਵਕਤ ਵੀ ਸ਼ਿਵ ਸੀ, ਬਲੈਕ ਹੋਲ ਦੇ ਅੰਦਰ ਵੀ ਸ਼ਿਵ ਹੈ। ਸ਼ਿਵ ਦੀ ਆਤਮਾ ਉਸ ਬਲੈਕ ਹੋਲ ਦੇ ਅੰਦਰ ਹੈ। ਪਹਿਲਾਂ ਸ਼ਿਵ ਪਰਮਾਤਮਾ ਸੀ, ਹੁਣ ਉਸ ਦੇ ਅੰਦਰ ਪਰਮ ਤੱਤ ਖਤਮ ਹੋ ਗਏ ਤੇ ਉਹ ਆਤਮਾ ਬਣ ਗਏ। ਹੁਣ ਉਹ ਸ਼ਿਵ ਤੋਂ ਜੀਵ ਬਣ ਗਿਆ ਹੈ ਤੇ ਕਿਸੇ ਤਰ੍ਹਾਂ ਉਹ ਆਪਣੇ ਬਾਪ ਕੋਲ ਦੁਬਾਰਾ ਜਾਏਗਾ, ਯਾਨੀ ਮਹਾਸ਼ਿਵ ਦੇ ਕੋਲ ਜਾਏਗਾ, ਉੱਥੋਂ ਪਾਵਰ ਲਏਗਾ, ਆਪਣੀ ਆਤਮਾ ਤੇ ਫਿਰ ਪਾਵਰ ਭਰੇਗਾ ਅਤੇ ਫਿਰ ਦੁਬਾਰਾ ਸਿਰਜਣਾ ਜਾਂ ਰਚਨਾ ਦੇ ਲਈ ਤਿਆਰ ਹੋ ਜਾਏਗਾ।
ਅਨੰਤ। ਤੇ ਬਾਪੂ ਜੀ, ਜਿਸ ਤਰ੍ਹਾਂ ਕਿ ਆਪ ਜੀ ਕਹਿੰਦੇ ਹੋ ਕਿ ਸ਼ਿਵ ਜੀਵ ਬਣ ਗਏ ਤੇ ਕਿ ਉਹ ਇਸ ਬ੍ਰਹਮੰਡ ਦੇ ਪ੍ਰਿਥਵੀ ਲੋਕ ਤੇ ਸਰੀਰ ਧਾਰਨ ਕਰਕੇ ਮਨੁੱਖ ਦੀ ਤਰ੍ਹਾਂ ਬੈਠੇ ਹੋਣਗੇ। ਬਾਪੂ ਜੀ, ਇਸ ਤਰ੍ਹਾਂ ਹੈ ਕਿ ਜਦੋਂ ਉਸ ਦੇ ਅਵਤਾਰ ਹੁੰਦੇ ਹਨ, ਜਦੋਂ ਸ਼ਿਵ ਨਿਰਾਕਾਰ ਰੂਪ ਤੇ ਪਰਮ ਧਾਮ ਤੇ ਹੁੰਦਾ ਹੈ ਨਾ, ਉਦੋਂ ਨਿਰਾਕਾਰ ਸ਼ਿਵ ਤੋਂ ਪਾਵਰ ਪੂਰੇ ਬ੍ਰਹਮੰਡ ਤੇ ਜਾਂਦੀ ਹੈ ਨਾ। ਪਹਿਲੇ ਨਿਰਾਕਾਰੀ ਪਾਵਰ ਸ਼ਿਵ ਸ਼ਕਤੀ ਤੇ ਜਾਂਦੀ ਹੈ, ਸ਼ਿਵਪੁਰੀ ਤੇ। ਫਿਰ ਸ਼ਿਵ ਸ਼ਕਤੀ ਤੋਂ ਪਾਵਰ ਵਿਸ਼ਨੂੰ ਤੇ ਜਾਂਦੀ ਹੈ, ਵਿਸ਼ਨੂੰ ਤੋਂ ਪਾਵਰ ਬ੍ਰਹਮਾ ਤੇ ਜਾਂਦੀ ਹੈ, ਬ੍ਰਹਮਾ ਤੋਂ ਪਾਵਰ ਫਰਿਸ਼ਤਿਆਂ ਤੇ, ਫਿਰ ਫਰਿਸ਼ਤਿਆਂ ਤੋਂ ਪਾਵਰ ਦੇਵੀ ਦੇਵਤਿਆਂ ਤੇ, ਦੇਵੀ ਦੇਵਤਿਆਂ ਤੋਂ ਮਨੁੱਖਾਂ ਤੇ ਪਾਵਰ ਜਾਂਦੀ ਹੈ ਅਤੇ ਇਸ ਪੂਰੇ ਸੋਲਰ ਸਿਸਟਮ ਨੂੰ ਵੀ ਪਾਵਰ ਮਿਲਦੀ ਹੈ। ਤੇ ਜਦੋਂ ਇਹ ਨਿਰਾਕਾਰ ਸ਼ਿਵ ਦੇ ਅੰਦਰ ਪਾਵਰ ਜਾਂ ਸ਼ਕਤੀ ਖਤਮ ਹੋ ਜਾਂਦੀ ਹੈ ਨਾ, ਹੁਣ ਨਿਰਾਕਾਰ ਸ਼ਿਵ ਦਾ ਡਾਇਰੈਕਟ ਜਾਂ ਸਿੱਧਾ ਅਵਤਾਰ ਨਹੀਂ ਹੁੰਦਾ। ਉਸ ਨੂੰ ਜੋ ਵੀ ਕੰਮ ਕਰਨਾ ਹੁੰਦਾ ਹੈ ਉਹ ਸ਼ਿਵ ਸ਼ਕਤੀ ਦੇ ਰਾਹੀਂ ਕਰਦਾ ਹੈ ਅਤੇ ਸ਼ਿਵ ਸ਼ਕਤੀ ਸ਼ੰਕਰ ਦੇ ਰਾਹੀਂ ਡਾਇਰੈਕਸ਼ਨ ਦਿੰਦੇ ਹਨ। ਸ਼ੰਕਰ ਵੀ ਕਿਸ ਦਾ ਧਿਆਨ ਕਰਦਾ ਹੈ? ਸ਼ੰਕਰ ਸ਼ਿਵ ਸ਼ਕਤੀ ਦਾ ਧਿਆਨ ਕਰਦਾ ਹੈ, ਕਿਉਂਕਿ ਸ਼ਿਵ ਸ਼ਕਤੀ ਜੋ ਸ਼ਿਵਪੁਰੀ ਤੇ ਰਹਿੰਦੇ ਹਨ ਉਹ ਸ਼ੰਕਰ ਦੇ ਸਿਰਜਣਹਾਰ ਜਾਂ ਰਚੇਤਾ ਹਨ। ਇਸ ਕਰਕੇ ਉਹਨਾਂ ਦਾ ਧਿਆਨ ਕਰਦਾ ਹੈ ਅਤੇ ਉਹਨਾਂ ਤੋਂ ਡਾਇਰੈਕਸ਼ਨ ਮੰਗਦਾ ਹੈ ਕਿ ਮੈਂ ਕੀ ਕਰਾਂ। ਤੇ ਸ਼ਿਵ ਸ਼ਕਤੀ ਦਾ ਜੋ ਵੀ ਡਾਇਰੈਕਸ਼ਨ ਹੁੰਦਾ ਹੈ ਉਸੇ ਹਿਸਾਬ ਨਾਲ ਸ਼ੰਕਰ ਕੰਮ ਕਰਦਾ ਹੈ। ਸ਼ੰਕਰ ਦਾ ਕੰਮ ਵਿਨਾਸ਼ਕਾਰੀ ਜਾਂ ਨਾਸ ਕਰਨ ਦਾ ਹੈ। ਸ਼ਿਵ ਨੂੰ ਸਤਿਅਮ ਸ਼ਿਵਮ ਸੁੰਦਰਮ ਕਹਿੰਦੇ ਹਨ। ਉਹ ਜਦੋਂ ਸਰਜਣਾ ਕਰਦਾ ਹੈ ਉਦੋਂ ਸਤਿਅਮ ਸ਼ਿਵਮ ਸੁੰਦਰਮ ਹੁੰਦਾ ਹੈ। ਮਤਲਬ ਸਰਜਣਾ ਜਾਂ ਰਚਨਾ ਦੇ ਵਕਤ ਸ਼ਿਵ ਸੱਚ, ਸੁੰਦਰਤਾ ਅਤੇ ਸ੍ਰਿਸ਼ਟੀ ਤੇ ਪਰਮ ਆਤਮਾ ਦੇ ਰੂਪ ਤੇ ਹੁੰਦਾ ਹੈ, ਉਸ ਦਾ ਪਸਾਰਾ ਹੁੰਦਾ ਹੈ। ਸ਼ਿਵ ਬ੍ਰਹਮਾ ਦੇ ਰਾਹੀਂ ਸਰਜਣਾ ਜਾਂ ਰਚਨਾ, ਵਿਸ਼ਨੂੰ ਦੇ ਰਾਹੀਂ ਸੰਸਾਰ ਦੀ ਪਾਲਣਾ ਅਤੇ ਸ਼ੰਕਰ ਦੇ ਰਾਹੀਂ ਸ੍ਰਿਸ਼ਟੀ ਦਾ ਵਿਨਾਸ਼ ਜਾਂ ਨਾਸ ਕਰਵਾਉਂਦਾ ਹੈ। ਤੇ ਜਦੋਂ ਨਾਸ ਜਾਂ ਖਾਤਮੇ ਦਾ ਕੰਮ ਹੁੰਦਾ ਹੈ ਤੇ ਉਹ ਸ਼ੰਕਰ ਦੇ ਰਾਹੀਂ ਨਾਸ ਕਰਦਾ ਹੈ। ਅਨੰਤ। ਬਾਪੂ ਜੀ, ਇੱਥੇ ਬਹੁਤ ਵੱਡਾ ਕੁਐਸਚਨ ਜਾਂ ਸਵਾਲ ਹੈ ਕਿ ਸ਼ੰਕਰ ਦੇ ਰਾਹੀਂ ਸ਼ਿਵ ਕਿਸ ਦਾ ਨਾਸ ਕਰਵਾਉਂਦਾ ਹੈ? ਕੀ ਆਸੁਰੀ ਵ੍ਰਿੱਤੀ ਯਾਨੀ ਨੈਗੇਟਿਵ ਜਾਂ ਰਾਖਸ਼ੀ ਬੁੱਧ ਦਾ ਵਿਨਾਸ਼ ਕਰਦਾ ਹੈ ਜਾਂ ਰਾਖਸ਼ਾਂ ਦਾ ਵਿਨਾਸ਼ ਕਰਦਾ ਹੈ? ਕੀ ਦੇਵਤਾਵਾਂ ਦਾ ਵਿਨਾਸ਼ ਕਰਦਾ ਹੈ, ਧਰਤੀ ਦਾ ਵਿਨਾਸ਼ ਕਰਦਾ ਹੈ ਜਾਂ ਮਨੁੱਖਾਂ ਦਾ ਵਿਨਾਸ਼ ਕਰਦਾ ਹੈ? ਕਿਸ ਦਾ ਵਿਨਾਸ਼ ਕਰਦਾ ਹੈ? ਬਾਪੂ ਜੀ, ਸ਼ੰਕਰ ਪ੍ਰਿਥਵੀ ਦਾ ਵਿਨਾਸ਼ ਨਹੀਂ ਕਰਦਾ, ਕਿਉਂਕਿ ਧਰਤੀ ਤੇ ਮਨੁ ਸ੍ਰਿਸ਼ਟੀ ਹੁੰਦੀ ਹੈ ਨਾ। ਮਤਲਬ ਧਰਤੀ ਤੇ ਜੋ ਮਨੁੱਖ ਹਨ ਉਹ ਮਨੁ ਸ੍ਰਿਸ਼ਟੀ ਯਾਨੀ ਮਨੁ ਦੀ ਰਚਨਾਵਾਂ ਹਨ। ਅਨੰਤ। ਕਿਉਂਕਿ ਕਈ ਸੰਸਥਾਵਾਂ ਸ਼ੰਕਰ ਵਿਨਾਸ਼ ਕਰਦਾ ਹੈ ਅਤੇ ਹੁਣ ਸ਼ੰਕਰ ਪ੍ਰਿਥਵੀ ਦਾ ਵਿਨਾਸ਼ ਕਰਨ ਵਾਲਾ ਹੈ। ਇਸ ਤਰ੍ਹਾਂ ਦੀ ਗੱਲਾਂ ਕਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਬਾਪੂ ਜੀ, ਹਾਂ, ਤੇ ਸ਼ੰਕਰ ਦੇ ਰਾਹੀਂ ਵਿਨਾਸ਼ ਹੁੰਦਾ ਹੈ, ਸ਼ਾਸਤਰਾਂ ਤੇ ਲਿਖਿਆ ਹੋਇਆ ਹੈ ਨਾ। ਅਨੰਤ। ਪਰ ਸੱਚੀ ਗੱਲ ਕੋਈ ਦੱਸਦਾ ਨਹੀਂ ਹੈ। ਬਾਪੂ ਜੀ, ਸ਼ੰਕਰ ਦੇ ਰਾਹੀਂ ਜੋ ਵਿਨਾਸ਼ ਸ਼ਾਸਤਰਾਂ ਤੇ ਲਿਖਿਆ ਹੋਇਆ ਹੈ ਨਾ, ਉਸ ਦਾ ਮਤਲਬ ਜਦੋਂ ਧਰਤੀ ਤੇ ਅਤਿਆਚਾਰ ਵੱਧ ਜਾਂਦਾ ਹੈ ਤੇ ਅਤਿਆਚਾਰ ਤੋਂ ਮੁਕਤ ਕਰਾਉਣ ਲਈ ਸ਼ੰਕਰ ਵਿਨਾਸ਼ ਕਰਦਾ ਹੈ। ਜਿਸ ਤਰ੍ਹਾਂ ਕਿ ਗੀਤਾ ਤੇ ਦੱਸਿਆ ਗਿਆ ਹੈ ਨਾ, ਯਦਾ ਯਦਾ ਹੀ ਧਰਮਸਯ ਗਲਾਨਿਰ ਭਵਤੀ ਭਾਰਤ ਅਭਿਉત્ਥਾਨਮ ਧਰਮਸਯ ਤਦਾਤਮਾਨਮ ਸ੍ਰਜਾਮਿਅਹਮ। ਜਦੋਂ ਜਦੋਂ ਧਰਤੀ ਤੇ ਧਰਮ ਗਲਾਨੀ ਹੁੰਦੀ ਹੈ, ਮਤਲਬ ਜਦੋਂ ਵੀ ਧਰਤੀ ਤੇ ਧਰਮ ਦੇ ਨਾਂ ਤੇ ਅਧਰਮ ਹੁੰਦਾ ਹੈ, ਉਦੋਂ ਵਿਸ਼ਨੂੰ ਦਾ ਅਵਤਾਰ ਹੁੰਦਾ ਹੈ। ਤੇ ਇਸੇ ਤਰ੍ਹਾਂ ਸ਼ੰਕਰ ਦਾ ਵੀ ਅਵਤਾਰ ਹੁੰਦਾ ਹੈ। ਸ਼ੰਕਰ ਦੇ ਵੀ 28 ਯਾਨੀ 28 ਅਵਤਾਰ ਦੱਸੇ ਗਏ ਹਨ। ਉਹਨੇ ਸ਼ਿਵ ਦੇ ਵੀ 28 ਅਵਤਾਰ ਦੱਸੇ ਹਨ। ਅੱਜ ਕੱਲ੍ਹ ਭਗਤੀ ਮਾਰਗ ਵਾਲੇ ਸ਼ਿਵ ਅਤੇ ਸ਼ੰਕਰ ਨੂੰ ਇੱਕ ਹੀ ਮੰਨਦੇ ਹਨ, ਪਰ ਸ਼ਿਵ ਨਿਰਾਕਾਰੀ ਤੇ ਉੱਪਰ ਪਰਮ ਧਾਮ ਤੇ ਹੈ। ਸ਼ਿਵ ਸ਼ਕਤੀ ਵੱਖਰੇ ਉੱਪਰ ਸ਼ਿਵਪੁਰੀ ਤੇ ਹਨ ਅਤੇ ਸ਼ੰਕਰ ਜੋ ਹੈ ਸ਼ਿਵ ਦਾ ਅਵਤਾਰ ਹੈ, ਸਾਕਾਰੀ ਰੂਪ ਹੈ ਸ਼ਿਵ ਦਾ। ਤੇ ਸ਼ੰਕਰ ਦੇ ਰਾਹੀਂ ਵਿਨਾਸ਼ ਸ਼ਾਸਤਰਾਂ ਤੇ ਗਾਇਆ ਹੋਇਆ ਹੈ।
ਜਦੋਂ ਵੀ ਇੱਥੇ ਧਰਤੀ ਤੇ ਅਸੁਰ ਜਾਂ ਦੈਂਤਾਂ ਦਾ ਅਤਿਆਚਾਰ ਬਹੁਤ ਵੱਧ ਜਾਂਦਾ ਹੈ ਜਾਂ ਜਦੋਂ ਵੀ ਵਿਨਾਸ਼ ਦੀ ਜ਼ਰੂਰਤ ਹੁੰਦੀ ਹੈ ਤੇ ਸ਼ੰਕਰ ਆਪਣੇ ਤੀਸਰੇ ਨੇਤਰ ਦੇ ਰਾਹੀਂ ਕਾਲ ਲਗਨ ਪੈਦਾ ਕਰਕੇ ਵਿਨਾਸ਼ ਕਰਦਾ ਹੈ ਸਮੇਂ-ਸਮੇਂ ਤੇ। ਅਨੰਤ ਤੇ ਕਾਲ ਲਗਨ ਤੇ ਇਹ ਰਾਖਸ਼ਸ ਬੁੱਧ ਦਾ ਅਤੇ ਦੈਤਾ ਜਾਂ ਰਾਖਸ਼ਾਂ ਦਾ ਵਿਨਾਸ਼ ਹੋਏਗਾ ਜਾਂ ਕਿਹਨਾਂ ਦਾ ਹੋਏਗਾ? ਬਾਪੂ ਜੀ, ਧਰਤੀ ਤੇ ਜਿਸ ਤਰ੍ਹਾਂ ਪਰਲੇ ਵਰਗੀ ਅਵਸਥਾ ਆ ਜਾਂਦੀ ਹੈ, ਸ਼ੰਕਰ ਸਭ ਕੁਝ ਜਲਾ ਕੇ ਭਸਮ ਕਰ ਦਿੰਦਾ ਹੈ, ਪੂਰੀ ਧਰਤੀ ਨੂੰ ਜਲਾ ਕੇ ਭਸਮ ਕਰ ਦਿੰਦਾ ਹੈ। ਮਨੁੱਖ ਸ੍ਰਿਸ਼ਟੀ ਵੀ ਖਤਮ ਕਰ ਦਿੰਦਾ ਹੈ। ਕਈ ਵਾਰ ਕਦੀ ਅੱਧੀ ਸ੍ਰਿਸ਼ਟੀ ਖਤਮ ਕਰ ਦਿੰਦਾ ਹੈ। ਰਾਖਸ਼ੀ ਬੁੱਧ ਵਾਲੇ ਮਨੁੱਖਾਂ ਨੂੰ ਖਤਮ ਕਰਦਾ ਹੈ। ਜਿੱਥੇ ਵੀ ਲੋੜ ਪੈਂਦੀ ਹੈ ਉੱਥੇ ਵਿਨਾਸ਼ ਦਾ ਕੰਮ ਕਰਦਾ ਹੈ, ਵਿਨਾਸ਼ ਦੀ ਤਾਂਡਵ ਲੀਲਾ ਕਰਦਾ ਹੈ। ਅਨੰਤ ਬਾਪੂ ਜੀ, ਹੁਣ ਫਿਰ ਵਿਨਾਸ਼ ਦੀ ਗੱਲ ਹੋਈ ਤੇ ਇਹ ਵਿਨਾਸ਼ ਦੁੱਖ ਵਾਲਾ ਵਿਨਾਸ਼ ਹੋਇਆ ਜਾਂ ਇਹ ਕਿਸ ਤਰ੍ਹਾਂ ਦਾ ਵਿਨਾਸ਼ ਹੋਇਆ? ਬਾਪੂ ਜੀ, ਤੇ ਵਿਨਾਸ਼ ਤੇ ਹਮੇਸ਼ਾ ਦੁੱਖ ਵਾਲਾ ਹੁੰਦਾ ਹੈ ਨਾ, ਕਦੀ ਸੁੱਖ ਦੇਣ ਵਾਲਾ ਵਿਨਾਸ਼ ਵੇਖਿਆ ਹੈ? ਅਨੰਤ ਇਹ ਗੱਲ ਤੇ ਠੀਕ ਹੈ, ਪਰ ਜਦੋਂ ਵੀ ਹੁਣ ਪਰਲੇ ਦੀ ਗੱਲ ਆਂਦੀ ਹੈ ਤੇ ਪਰਲੇ ਦਾ ਨਾਂ ਸੁਣਦੇ ਹੀ ਸਾਰੇ ਲੋਕੀ ਡਰ ਜਾਂਦੇ ਹਨ। ਬਾਪੂ ਜੀ, ਵੇਖੋ ਇੱਥੇ ਪਰਲੇ ਦਾ ਮਤਲਬ ਰੋਜ਼ ਹੋਣ ਵਾਲੀ ਪਰਲੇ ਜਾਂ ਖਾਤਮਾ ਹੈ। ਜਿਸ ਤਰ੍ਹਾਂ ਕਿ ਨਿੱਤਯ ਪਰਲੇ ਜਾਂ ਰੋਜ਼ ਪਰਲੇ ਹੁੰਦੀ ਹੈ। ਪਰਲੇ ਤੇ ਹਮੇਸ਼ਾ ਸਰਜਣਾ ਅਤੇ ਨਾਸ ਹੁੰਦਾ ਰਹਿੰਦਾ ਹੈ ਨਾ, ਜਿਸ ਤਰ੍ਹਾਂ ਮੌਤ ਵੀ ਇੱਕ ਨਿੱਤਯ ਜਾਂ ਰੋਜ਼ ਦਾ ਪਰਲੇ ਹੀ ਹੈ ਨਾ, ਭਾਵੇਂ ਉਹ ਕਿਸੇ ਜਾਨਵਰ ਦੀ ਮੌਤ ਹੋਵੇ ਜਾਂ ਕਿਸੇ ਜੀਵ ਜੰਤੂ ਦੀ ਮੌਤ ਹੋਵੇ। ਮਰਨ ਮਤਲਬ ਪਰਲੇ ਤੇ ਇਹ ਨਿੱਤਯ ਪਰਲੇ ਹੈ। ਐਸੀ ਤਰ੍ਹਾਂ ਨਿੱਤਯ ਪਰਲੇ ਹੁੰਦਾ ਹੈ। ਫਿਰ 4 ਯੁੱਗ ਪੂਰੇ ਹੋਣ ਤੇ ਅਰਧ ਪਰਲੇ ਯਾਨੀ ਅੱਧਾ ਪਰਲੇ ਹੁੰਦਾ ਹੈ। ਇਸੇ ਤਰ੍ਹਾਂ 7 ਵਾਰ ਜਾਂ 71 ਵਾਰ ਜਾਂ 71 ਟਾਈਮਸ ਅਰਧ ਪਰਲੇ ਹੋਣ ਤੇ ਪਰਲੇ ਹੁੰਦਾ ਹੈ। ਤੇ ਪਰਲੇ ਹਮੇਸ਼ਾ ਦੁੱਖ ਦੇਣ ਵਾਲਾ ਹੁੰਦਾ ਹੈ ਨਾ, ਜਾਂ ਸੁੱਖ ਦੇਣ ਵਾਲਾ ਹੁੰਦਾ ਹੈ? ਅਨੰਤ ਹੁਣ ਬਾਪੂ ਜੀ, ਇਸ ਵਿਸ਼ਾ ਤੇ ਅਸੀਂ ਕੀ ਕਹਿ ਸਕਦੇ ਹਾਂ? ਕਿਉਂਕਿ ਜੋ ਵੀ ਮਨੁੱਖ ਦੀ ਓਵਰ ਏਜ ਜਾਂ ਜ਼ਿਆਦਾ ਉਮਰ ਵਾਲਾ ਹੋ ਜਾਂਦਾ ਹੈ, ਜਾਂ ਜਦੋਂ ਉਸ ਦੇ ਸਰੀਰ ਦੇ ਕੋਈ ਵੀ ਅੰਗ ਕੰਮ ਨਹੀਂ ਕਰਦੇ, ਉਦੋਂ ਹਰ ਇਨਸਾਨ ਇਹੀ ਕਹਿੰਦਾ ਹੈ ਕਿ ਭਾਈ ਹੁਣ ਸਰੀਰ ਖਤਮ ਹੋਵੇ ਤੇ ਚੰਗਾ ਹੈ। ਤੇ ਜਦੋਂ ਦੁਨੀਆ ਵੀ ਐਨੀ ਦੁੱਖ ਦੇਣ ਵਾਲੀ ਹੋ ਜਾਂਦੀ ਹੈ, ਜੀਣ ਵਰਗੀ ਨਹੀਂ ਰਹਿੰਦੀ, ਮਤਲਬ ਜਿਸ ਤਰ੍ਹਾਂ ਅੱਜ ਵੀ ਕਈ ਵਾਰ ਨਿਊਜ਼ਪੇਪਰ ਤੇ ਪੜ੍ਹਦੇ ਹਾਂ ਕਿ ਪੀਣ ਲਈ ਪਾਣੀ ਨਹੀਂ ਹੈ, ਤੇ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਭ ਕਿਸ ਤਰ੍ਹਾਂ ਠੀਕ ਹੋਏਗਾ ਜਾਂ ਕੌਣ ਇਹਨਾਂ ਨੂੰ ਸੁਧਾਰੇਗਾ? ਇਹ ਬਹੁਤ ਵੱਡੇ ਕੁਐਸਚਨ ਦਿਮਾਗ ਤੇ ਆਉਂਦੇ ਹਨ। ਬਾਪੂ ਜੀ, ਇਹ ਸਾਰਾ ਕੁਝ ਇਸੇ ਤਰ੍ਹਾਂ ਹੁੰਦਾ ਹੈ ਜਦੋਂ ਕਿਸੇ ਵੀ ਚੀਜ਼ ਦਾ ਅੱਤ ਜਾਂ ਹੱਦ ਹੋ ਜਾਂਦੀ ਹੈ ਨਾ, ਅੱਤ ਦਾ ਪਾਪ ਵੱਧ ਜਾਂਦਾ ਹੈ ਅਤੇ ਦੁਨੀਆ ਅੱਤ ਦੀ ਦੁੱਖ ਦੇਣ ਵਾਲੀ ਬਣ ਜਾਂਦੀ ਹੈ। ਉਦੋਂ ਫਿਰ ਸ਼ਿਵ ਸ਼ੰਕਰ ਦੇ ਰਾਹੀਂ ਤਾਂਡਵ ਲੀਲਾ ਕਰਾ ਕੇ ਵਿਨਾਸ਼ ਕਰਦਾ ਹੈ। ਇਸੇ ਤਰ੍ਹਾਂ ਮਹਾਸ਼ਿਵ ਵੀ ਮਹਾਕਾਲ ਬਣ ਕੇ ਅਨੰਤ ਕੋਟੀ ਬ੍ਰਹਮੰਡਾਂ ਨੂੰ ਆਪਣੇ ਰੋਮ ਵਿੱਚ ਸਮਾ ਲੈਂਦਾ ਹੈ। ਤੇ ਮਹਾਕਾਲ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਦਾ ਵੀ ਮਹਾਕਾਲ ਪ੍ਰਲਯ ਕਰਦਾ ਹੈ ਤੇ ਪ੍ਰਲਯ ਜਾਂ ਵਿਨਾਸ਼ ਤੇ ਹੁੰਦਾ ਹੀ ਰਹਿੰਦਾ ਹੈ। ਇਸ ਲਈ ਸਰਜਣਾ ਅਤੇ ਵਿਨਾਸ਼ ਹੁੰਦਾ ਹੀ ਰਹਿੰਦਾ ਹੈ। ਪਰ ਪ੍ਰਲਯ ਦੁੱਖ ਦੇਣ ਵਾਲਾ ਹੁੰਦਾ ਹੈ, ਸੁੱਖ ਦੇਣ ਵਾਲਾ ਨਹੀਂ ਹੁੰਦਾ ਹੈ। ਤੇ ਜਦੋਂ ਸ਼ਿਵ ਵੀ ਪਰਮਾਤਮਾ ਤੋਂ ਆਤਮਾ ਬਣ ਜਾਂਦਾ ਹੈ ਤੇ ਉਸ ਦਾ ਬ੍ਰਹਮੰਡ ਵੀ ਬਲੈਕ ਹੋਲ ਬਣ ਜਾਂਦਾ ਹੈ। ਅੱਜ ਸਾਡੀ ਗੈਲੈਕਸੀ ਤੇ ਇਸ ਤਰ੍ਹਾਂ ਦੇ ਕਈ ਬਹੁਤ ਬਲੈਕ ਹੋਲ ਪਏ ਹਨ। ਅੰਤਰਿਕਸ਼ ਤੇ ਵੀ ਬਲੈਕ ਹੋਲ ਪਏ ਹਨ। ਸਾਡੀ ਗੈਲੈਕਸੀ ਤੇ ਢੇਰ ਦੇ ਢੇਰ ਬਲੈਕ ਹੋਲ ਪਏ ਹਨ। ਜਿਸ ਤਰ੍ਹਾਂ ਸੂਰਜ ਵੀ ਗੈਲੈਕਸੀ ਤੇ ਚੱਕਰ ਲਗਾ ਰਿਹਾ ਹੈ, ਇਸੇ ਤਰ੍ਹਾਂ ਬਲੈਕ ਹੋਲ ਵੀ ਗੋਲ ਘੁੰਮ ਰਹੇ ਹਨ। ਕਿਉਂਕਿ ਬਲੈਕ ਹੋਲ ਵਾਲੇ ਬ੍ਰਹਮੰਡ ਦੇ ਸ਼ਿਵ ਦੀ ਆਤਮਾ ਦੇ ਅੰਦਰ ਇੰਨੀ ਸ਼ਕਤੀ ਜਾਂ ਪਾਵਰ ਨਹੀਂ ਹੈ ਕਿ ਉਹ ਦੁਬਾਰਾ ਸਿਰਜਣਾ ਕਰ ਸਕੇ। ਇਸ ਲਈ ਉਹ ਬਲੈਕ ਹੋਲ ਬਣ ਕੇ ਪਿਆ ਹੋਇਆ ਹੈ ਅਤੇ ਘੁੰਮ ਰਿਹਾ ਹੈ। ਪਰ ਬਲੈਕ ਹੋਲ ਦੇ ਅੰਦਰ ਸ਼ਿਵ ਦੀ ਆਤਮਾ ਤੇ ਹੈ ਨਾ, ਤੇ ਉਹ ਵੀ ਦੁੱਖਦਾਈ ਹੈ ਨਾ। ਤੇ ਸੁੱਖ ਅਤੇ ਦੁੱਖ ਜਿੱਥੇ ਵੀ ਤੱਤਾਂ ਦੀ ਦੁਨੀਆ ਹੁੰਦੀ ਹੈ,
ਭਾਵੇਂ ਉਹ ਧਰਤੀ ਹੀ ਹੋਵੇ, ਉੱਥੇ ਸੁੱਖ ਅਤੇ ਦੁੱਖ ਹੁੰਦਾ ਹੀ ਹੈ। ਅਨੰਤ ਤੇ ਬਾਪੂ ਜੀ, ਸਾਡੇ ਬ੍ਰਹਮੰਡ ਦੀ ਇਸ ਤਰ੍ਹਾਂ ਦੀ ਹਾਲਤ ਵੇਖ ਕੇ ਕੀ ਸ਼ਿਵ ਇਸ ਬ੍ਰਹਮੰਡ ਦਾ ਵਿਨਾਸ਼ ਕਰ ਸਕਦਾ ਹੈ? ਬਾਪੂ ਜੀ, ਪਰ ਅੱਜ ਸਾਡੇ ਬ੍ਰਹਮੰਡ ਦੇ ਐਕਿਊਰੇਟ ਹਾਲਾਤ ਇਹ ਹਨ ਕਿ ਸਾਡੇ ਬ੍ਰਹਮੰਡ ਦਾ ਜੋ ਸ਼ਿਵ ਹੈ, ਉਸ ਨੇ ਸਾਡੇ ਬ੍ਰਹਮੰਡ ਦੀ ਸਿਰਜਣਾ ਬ੍ਰਹਮਾ ਦੇ 100 ਸਾਲ ਪਹਿਲਾਂ ਉਮਰ ਵਿੱਚੋਂ ਪਹਿਲੇ 50 ਸਾਲਾਂ ਤੇ ਸ਼ੁਰੂ ਤੇ ਕੀਤੀ ਸੀ ਤੇ ਉਸ ਹਿਸਾਬ ਨਾਲ ਇੱਕ ਪਰਾਧ ਪੂਰਾ ਹੋ ਗਿਆ ਹੈ। ਬ੍ਰਹਮਾ ਦੇ 50 ਸਾਲ ਯਾਨੀ 50 ਈਅਰ ਮਤਲਬ ਇੱਕ ਪਰਾਧ। ਅਨੰਤ ਮਤਲਬ ਪ੍ਰਿਥਵੀ ਦੀ ਅੱਧੀ ਲਾਈਫ ਤੇ ਖਤਮ ਹੋ ਚੁੱਕੀ ਹੈ। ਬਾਪੂ ਜੀ, ਮਤਲਬ ਬ੍ਰਹਮੰਡ ਦੀ ਅੱਧੀ ਲਾਈਫ ਖਤਮ ਹੋ ਚੁੱਕੀ ਹੈ। ਇਸ ਲਈ ਜਦੋਂ ਵੀ ਕਿਸੇ ਵੀ ਬ੍ਰਹਮੰਡ ਦੇ ਸ਼ਿਵ ਤੇ ਪਾਵਰ ਖਤਮ ਹੋ ਜਾਂਦੀ ਹੈ ਅਤੇ ਸਾਰੇ ਦੇਵੀ ਦੇਵਤਾ ਬ੍ਰਹਮਾ ਵਿਸ਼ਨੂੰ ਨੀਚੇ ਆ ਜਾਂਦੇ ਹਨ, ਪਰਮ ਧਾਮ ਤੇ ਸ਼ਿਵ ਵੀ ਨੀਚੇ ਆ ਜਾਂਦਾ ਹੈ, ਤੇ ਉਦੋਂ ਮਹਾਸ਼ਿਵ ਯਾਨੀ ਗੈਲੈਕਸੀ ਦਾ ਮਾਲਿਕ ਪਰਮ ਧਾਮ ਤੇ ਦੂਸਰਾ ਸ਼ਿਵ ਭੇਜ ਦਿੰਦਾ ਹੈ। ਤੇ ਇਸ ਤਰ੍ਹਾਂ ਜੋ ਦੂਸਰਾ ਨਵਾਂ ਸ਼ਿਵ ਆਂਦਾ ਹੈ, ਉਸ ਵੀ ਪਾਵਰ ਤੇ ਜਦੋਂ ਡਾਊਨ ਹੋ ਜਾਂਦਾ ਹੈ, ਫਿਰ ਤੀਸਰਾ ਸ਼ਿਵ ਆਂਦਾ ਹੈ। ਜਿਸ ਤਰ੍ਹਾਂ ਬ੍ਰਹਮੰਡ ਦੇ ਵਿਸ਼ਨੂੰ ਨੂੰ ਹੈਲਪ ਚਾਹੀਦੀ ਤੇ ਮਹਾਬ੍ਰਹਮੰਡ ਤੇ ਮਹਾਵਿਸ਼ਨੂੰ ਬੈਠਾ ਹੈ ਤੇ ਮਹਾਵਿਸ਼ਨੂੰ ਤੋਂ ਵਿਸ਼ਨੂੰ ਨੂੰ ਹੈਲਪਲਾਈਨ ਮਿਲਦੀ ਹੈ। ਇਸੇ ਤਰ੍ਹਾਂ ਮਹਾਬ੍ਰਹਮਾ ਤੋਂ ਬ੍ਰਹਮਾ ਨੂੰ ਹੈਲਪ ਮਿਲਦੀ ਹੈ ਤੇ ਮਹਾਬ੍ਰਹਮੰਡ ਤੋਂ ਸਭ ਨੂੰ ਹੈਲਪ ਮਿਲਦੀ ਹੈ ਤੇ ਮਹਾਬ੍ਰਹਮੰਡ ਤੇ ਸਭ ਦੇ ਕੰਟਰੋਲਰ ਹਨ। ਬ੍ਰਹਮੰਡ ਦਾ ਕੰਟਰੋਲਰ ਮਹਾਬ੍ਰਹਮੰਡ ਹੈ ਤੇ ਇਸ ਤਰ੍ਹਾਂ ਬੇਅੰਤ ਤਰ੍ਹਾਂ ਦੇ ਬ੍ਰਹਮੰਡ ਮਤਲਬ ਬੇਅੰਤ ਤਰ੍ਹਾਂ ਦੇ ਸੋਲਰ ਸਿਸਟਮ ਗੈਲੈਕਸੀਆਂ ਘੁੰਮਦੇ ਰਹਿੰਦੇ ਹਨ। ਅਨੰਤ ਬਾਪੂ ਜੀ, ਸਾਡਾ ਇੱਕ ਕਲਕੀ ਅਵਤਾਰ ਵਾਲਾ ਵੀਡੀਓ ਸੀ, ਉਸ ਤੇ ਇਹ ਦੱਸਿਆ ਸੀ ਕਿ ਸ਼ਿਵ ਤੇ ਜਦੋਂ ਬ੍ਰਹਮੰਡ ਦੀ ਹਾਲਤ ਖਰਾਬ ਹੋ ਜਾਂਦੀ ਹੈ ਅਤੇ ਸ਼ਿਵ ਜਦੋਂ ਆਪਣੀ ਡਿਊਟੀ ਪੂਰੀ ਕਰ ਨਹੀਂ ਪਾਉਂਦਾ ਤੇ ਉਸ ਦਾ ਕੰਟਰੋਲਿੰਗ ਮਹਾਸ਼ਿਵ ਅਤੇ ਪਰਮ ਮਹਾਸ਼ਿਵ ਕਰਦਾ ਹੈ। ਬਾਪੂ ਜੀ, ਇੱਕ ਕਾਮਨ ਜਾਂ ਸਾਧਾਰਨ ਜਿਹਾ ਨਿਯਮ ਹੈ ਕਿ ਜਦੋਂ ਕੋਈ ਵੀ ਸਿਰਜਣਹਾਰ ਆਪਣੀ ਪਾਵਰ ਨਾਲ ਸਿਰਜਣਾ ਕਰਦਾ ਹੈ ਤੇ ਉਸ ਦੀ ਸਿਰਜਣਾ ਤੇ ਉਸ ਦੀ ਪਾਵਰ ਖਰਚ ਹੁੰਦੀ ਹੈ। ਇਸ ਤਰ੍ਹਾਂ ਹਰ ਵਾਰ ਸਿਰਜਣਾ ਕਰਦੇ ਕਰਦੇ ਉਸ ਦੀ ਪਾਵਰ ਖਰਚ ਹੋਣ ਕਰਕੇ ਖਤਮ ਹੋ ਜਾਂਦੀ ਹੈ ਤੇ ਉਸ ਨੂੰ ਬ੍ਰਹਮੰਡ ਦਾ ਵਿਸਰਜਨ ਜਾਂ ਸਮਾਪਤੀ ਕਰਨੀ ਪੈਂਦੀ ਹੈ ਅਤੇ ਸਮਾਪਤੀ ਤੋਂ ਬਾਅਦ ਫਿਰ ਉਹ ਦੁਬਾਰਾ ਪਾਵਰ ਆਪਣੇ ਬਾਪ ਕੋਲੋਂ ਲਏਗਾ ਨਾ, ਹੋਰ ਕਿਸ ਦੇ ਕੋਲੋਂ ਜਾਏਗਾ? ਤੇ ਸ਼ਿਵ ਦਾ ਬਾਪ ਹੈ ਮਹਾਸ਼ਿਵ, ਤੇ ਉੱਥੇ ਜਾ ਕੇ ਫਿਰ ਪਾਵਰ ਦੁਬਾਰਾ ਭਰ ਕੇ ਸਿਰਜਣਾ ਕਰਦੇ ਹਨ। ਇਸ ਲਈ ਸ਼ਾਸਤਰਾਂ ਤੇ ਗੱਲਾਂ ਹਨ ਕਿ ਹਰ ਇੱਕ ਘੜੀ ਤੇ ਬੇਅੰਤ ਬ੍ਰਹਮੰਡ ਬਣਦੇ ਅਤੇ ਸਮਾਪਤ ਹੁੰਦੇ ਹਨ। ਇਸ ਲਈ ਬ੍ਰਹਮਾ ਦੇ 100 ਸਾਲ ਯਾਨੀ 100 ਈਅਰ ਬਰਾਬਰ ਮਹਾਸ਼ਿਵ ਦੀ ਇੱਕ ਘੜੀ। ਇਸੇ ਤਰ੍ਹਾਂ ਗੈਲੈਕਸੀਆਂ ਵੀ ਸਮਾਪਤ ਹੋ ਕੇ ਸੁਪਰ ਮੈਸਿਵ ਬਲੈਕ ਹੋਲ ਬਣ ਜਾਂਦੀਆਂ ਹਨ। ਇਸੇ ਤਰ੍ਹਾਂ ਮਹਾਸ਼ਿਵ ਮਹਾਕਾਲ ਪਰਲੇ ਤੇ ਪੂਰੇ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਨੂੰ ਵਾਈਂਡ ਅਪ ਯਾਨੀ ਸਮੇਟ ਲੈਂਦਾ ਹੈ ਤੇ ਯੂਨੀਵਰਸ ਤੇ ਇਸ ਤਰ੍ਹਾਂ ਦੀ ਖਰਬਾਂ ਗੈਲੈਕਸੀਆਂ ਸੁਪਰ ਮੈਸਿਵ ਬਲੈਕ ਹੋਲ ਬਣ ਕੇ ਘੁੰਮ ਰਹੀਆਂ ਹਨ। ਇਸੇ ਤਰ੍ਹਾਂ ਪਰਮ ਮਹਾਸ਼ਿਵ ਯੂਨੀਵਰਸ ਦਾ ਮਾਲਿਕ ਵੀ ਯੂਨੀਵਰਸ ਨੂੰ ਵਾਈਂਡ ਅਪ ਯਾਨੀ ਸਮੇਟ ਲੈਂਦਾ ਹੈ। ਸਿਰਜਣਾ ਅਤੇ ਸਮਾਪਤੀ ਹਰ ਜਗ੍ਹਾ ਹੁੰਦੀ ਹੈ, ਪਰ ਬੇਹੱਦ ਦਾ ਜੋ ਬ੍ਰਹਮੰਡ ਹੁੰਦਾ ਹੈ ਉੱਥੇ ਹਮੇਸ਼ਾ ਪਰਮ ਤੱਤ ਦੀ ਦੁਨੀਆ ਹੁੰਦੀ ਹੈ। ਉੱਥੇ ਮਾਤ ਲੋਕ ਨਹੀਂ ਹੁੰਦਾ, ਬੇਹੱਦ ਦਾ ਅਮਰ ਲੋਕ ਹੁੰਦਾ ਹੈ। ਉੱਥੇ ਇੱਕ ਵਾਰ ਹੀ ਸਿਰਜਣਾ ਹੁੰਦੀ ਹੈ, ਕਦੀ ਵੀ ਮ੍ਰਿਤਿੂ ਲੋਕ ਜਾਂ ਮਾਤ ਲੋਕ ਨਹੀਂ ਹੁੰਦਾ। ਉੱਥੇ ਕਦੀ ਵੀ ਵਿਸਰਜਨ ਜਾਂ ਸਮਾਪਤੀ ਨਹੀਂ ਹੁੰਦੀ। ਪਰ ਸਾਡੇ ਮਲਟੀਵਰਸ ਤੇ ਵਿਸਰਜਨ ਜਾਂ ਸਮਾਪਤੀ ਹੁੰਦੀ ਹੀ ਰਹਿੰਦੀ ਹੈ, ਕਿਉਂਕਿ ਸਾਡਾ ਮਲਟੀਵਰਸ ਟੋਟਲ ਪਰਮ ਤੱਤਾਂ ਦਾ ਨਹੀਂ ਹੈ। ਸਾਡਾ ਮਲਟੀਵਰਸ ਤੱਤਾਂ ਦੀ ਦੁਨੀਆ ਦਾ ਹੈ। ਇਸ ਲਈ ਪੂਰਾ ਮਲਟੀਵਰਸ ਬਦਲਣ ਦੀ ਜ਼ਰੂਰਤ ਹੈ। ਅਨੰਤ ਤੇ ਬਾਪੂ ਜੀ, ਆਪ ਜੀ ਦਾ ਮਤਲਬ ਹੈ ਕਿ ਜਿੱਥੇ ਵੀ ਪਰਮ ਤੱਤਾਂ ਦੀ ਦੁਨੀਆ ਹੈ ਉਹ ਅਮਰ ਲੋਕ ਹੈ, ਉੱਥੇ ਮਾਤ ਲੋਕ ਨਹੀਂ ਹੈ। ਜਿੱਥੇ ਤੱਤਾਂ ਦੀ ਦੁਨੀਆ ਹੈ ਉੱਥੇ ਮਾਤ ਲੋਕ ਹੈ ਅਤੇ ਜੋ ਮਾਤ ਲੋਕ ਦੀ ਆਤਮਾਵਾਂ ਹਨ ਉਹ ਉਸ ਅਮਰ ਲੋਕ ਤੇ ਨਹੀਂ ਜਾ ਸਕਦੀਆਂ। ਬਾਪੂ ਜੀ, ਮਾਤ ਲੋਕ ਵਾਲੀ ਆਤਮਾਵਾਂ ਨੂੰ ਪੁਰਸ਼ਾਰਥ ਜਾਂ ਤਪੱਸਿਆ ਦੀ ਮਿਹਨਤ ਕਰਨੀ ਪੈਂਦੀ ਹੈ, ਕਿਉਂਕਿ ਉਹਨਾਂ ਨੂੰ ਪਾਵਰ ਚਾਹੀਦੀ ਅੰਤਰਿਕਸ਼ ਤੇ ਜਾਣ ਲਈ।
नहीं तो आत्मा किस तरह अंतरिक्ष ते जाएगी ना। साडी एक नवी वीडियो बनी है, उस ते दस्या है ना कि आत्मा जर्नी या यात्रा करती है ना, जर्नी ऑफ सोल ना दी वीडियो है अनंत। उस ते आप जी ने पूरा दस्या है कि आत्मा उपरों दी किस तरह निराकारी आई, फिर आकारी बनी, आकारी तो फिर साकारी बनी अते वापस जाण दी अपनी जर्नी किस तरह कर सकती है, वो आप जी ने पूरा दस्या सी। बापू जी जिस तरह शिव भी महाशिव दे कोल महाब्रह्मंड ते जांदा है अते उत्थे महाशिव बनता है, पर महाशिव बनन तो बाद भी वो परम महाशिव दे कोल जांदा है, ते इस तरह आत्मावां दी जर्नी या यात्रा होंदी रहिंदी है आनंद। ते बापू जी शिव नूं ब्रह्म कह सकते हाँ? बापू जी हाँ, शिव नूं शास्त्रां ते ब्रह्म कहंदे है ना, जिस तरह मनुख भी कहंदा रहिंदा है मैं ब्रह्म हाँ, मैं ब्रह्म हाँ, अहम ब्रह्मास्मि, अहम ब्रह्मास्मि, ते मैं ब्रह्म हाँ। ब्रह्म मतलब मैं उस ब्रह्म दा बच्चा हाँ, इस करके ब्रह्म मतलब एक लाइट, यानी हुण शिव हो गया ना। जिस तरह कि सारे धर्म वाले डायरैक्ट या इनडायरैक्ट ते निराकार नूं ही मानते हैं, जिस तरह यीशु क्राइस्ट ने भी ते क्या सी ना, आई एम द मैसेंजर ऑफ द गॉड एंड गॉड इज लाइट, मतलब मैं परमात्मा दा दूत हाँ अते परमात्मा प्रकाश है। प्रकाश या लाइट मतलब ब्रह्म, परम लाइट मतलब ब्रह्म, यानी निराकार शिव भी परम लाइट या ब्रह्म स्वरूप है। अते मुसलमान भी कहते हैं सारे जहां दा नूर, नूर मतलब लाइट, ते ब्रह्म दा मतलब लाइट है अनंत। ते महाशिव नूं भी ब्रह्म कहा जाएगा? बापू जी हमेशा शिव होवे या महाशिव होवे या परम महाशिव होवे, इन्हां दे 3 रूप हुंदे हन। ये निराकारी भी हुंदे हन, आकारी भी हुंदे हन अते जेकर धरती ते होण ते साकारी हुंदे हन। इन्हां दे 3 रूप हुंदे हन अते ये 3 रूपां ते काम करता है अनंत। ते शिव ओम दा मतलब की है? बापू जी शिव ओम दा मतलब ग्रेट ग्रैंडफादर समझ के उसको प्यार करो, क्या करो हम, और जितना प्यार करोगे इतना पावर आएगा, आत्मा में पावर आएगी। आत्मा में तमो प्रधान बन गई, क्या आत्मा तमो प्रधान बन गई, इसलिए मन आउट ऑफ कंट्रोल हो गया। मैं अपनी वीडियो में दस्या है मन परवश हो गया, लोगों के कंट्रोल में आ गया। क्या शिव किस तरह बन सकता मन है? लोगों के कंट्रोल में आ गया, परम धाम ते चला जावे, मन 5 विचार में फंस शिव बन गया गया। ना। और आत्मा, तो आत्मा में पावर आएगी तो मन धीरे धीरे मन शांत हो जाएगा। क्या होगा? आत्मा में पावर आने से आत्मा में पावर चाहिए, क्या चाहिए? जीवात्मा पावर कहाँ लॉस हुई? आत्मा में पावर। तुम कौन हो? आत्मा हो, तो तुम्हारे अंदर कहाँ लॉस हुई? तुम्हारा मन क्यों भाग रहा है? आत्मा में पावर, क्योंकि आत्मा के अंदर मन है, मन के अंदर बुद्धि है, बुद्धि के अंदर संस्कार। हर वीडियो में कहता हूँ संस्कार गलत क्यों है? क्योंकि बुद्धि गलत है। बुद्धि गलत क्यों है? कि मन उल्टा है। रचना है ना, मन उल्टा क्यों है? आत्मा में पावर है। आत्मा तमो प्रधान है तो मन तमो प्रधान है, मन तमो प्रधान है तो बुद्धि तमो प्रधान है, बुद्धि तमो प्रधान है तो कर्म तमो प्रधान और संस्कार तमो भी शिव कवांगे, अनेकों जन्मों का नहीं संस्कार। कवांगे। जिस तरह की मैं पटेल हाँ ते मेरा बाप भी पटेल सी, इसी करके मैं भी पटेल हाँ, ते ओ शिव सरनेम है। निराकार दा कोई ना नहीं है, शिव दे ना है, आकारी रूप दा ना है अनंत। साउथ इंडिया ते मैं इस तरह सुनिया है कि जो पिता का नाम हुंदा है ਉਹੀ सरनेम ਦੀ तरह ਮੰਨਿਆ ਜਾਂਦਾ ਹੈ शायद, ज़्यादा तो मैनू नहीं पता। तो बापू जी अज की डेट ते शिव ਅਤੇ शंकर कित्थे होणगे? बापू जी शंकर ते हिमालय ते पार्वती ਅਤੇ ਆਪਣੇ परिवार दे नाल है अनंत। ते ਉਹ ਉੱਥੇ ਕੀ ਕਰਦੇ ਹੋਣਗੇ? बापू जी शंकर ਅਤੇ पार्वती दे 3 तत्तां ਦਾ आकारी रूप होएगा, पर उन्हां ते पावर नहीं है। जेकर पावर हुंदी ते अज जो साडा हिमालय चीन ते चला गया है जान दिंदे। जेकर साडा कैलाश मानसरोवर घट तो घट इंडिया ते रहिंदा ते भारत ते भी जो हिंदू रहिंदे हन विचारे उत्थे जाण लई किन्ने तड़फते हन, किन्नी मुश्किल है। ते जेकर शंकर दे आकारी रूप ते पावर हुंदी ते की ਉਹ ਇਹ ਸਭ ਹੋ ਕਰਨ ਦਿੰਦੇ? जेकर शिव दे अंदर शंकर दे अंदर पावर हुंदी ते की सोमनाथ दा मंदिर 17 वार यानी 17 टाइम्स टुटिया अते लुटिया गया महमूद गजनवी दे राही। एक ही कॉमन सेंस की गल है। मेरे बचपन दे सवाल सन कि लखा मंदिर किस तरह टुट गए,
ਮੁਸਲਮਾਨਾਂ ਨੇ ਹਿੰਦੂਆਂ ਦੇ ਲੱਖਾਂ ਮੰਦਰ ਕਿਉਂ ਤੋੜ ਦਿੱਤੇ? ਜੋ ਮੰਦਿਰ ਜਿਸ ਵੀ ਦੇਵੀ ਦੇਵਤਾ ਦੇ ਬਣੇ ਸਨ, ਜੇਕਰ ਉਹ ਆਪਣੇ ਮੰਦਿਰਾਂ ਨੂੰ ਬਚਾ ਨਹੀਂ ਸਕੇ ਤੇ ਤੁਹਾਡੀ ਸੁਰੱਖਿਆ ਕੀ ਕਰਨਗੇ? ਮੈਂ ਤੇ ਇਹੀ ਸੋਚਦਾ ਹਾਂ, ਭਾਵੇਂ ਕਿਸ ਨੂੰ ਬੁਰਾ ਲੱਗੇ। ਆਨੰਦ: ਚਲੋ ਛੱਡੋ ਬਾਪੂ ਜੀ, ਇਹ ਤੇ ਹੁਣ ਹਿਸਟਰੀ ਬਣ ਗਈ ਹੈ ਤੇ ਹਿਸਟਰੀ ਕਦੀ ਵੀ ਮਾੜੀ ਨਹੀਂ ਹੁੰਦੀ। ਉਹ ਤੇ ਪਾਸਟ ਹੈ, ਬੀਤ ਚੁੱਕੀ ਹੈ। ਬਾਪੂ ਜੀ: ਪਰ ਮੈਂ ਤੇ ਰਾਮ ਕ੍ਰਿਸ਼ਨ ਨੂੰ ਵੀ ਜਾਣਦਾ ਹਾਂ। ਰਾਮ ਕਿੱਥੇ ਕੰਮ ਕਰਦੇ ਹਨ, ਕ੍ਰਿਸ਼ਨ ਕਿੱਥੇ ਕੰਮ ਕਰਦੇ ਹਨ, ਸਾਰਿਆਂ ਨੂੰ ਜਾਣਦਾ ਹਾਂ ਨਾ। ਆਨੰਦ: ਹਾਂਜੀ ਬਾਪੂ ਜੀ, ਆਪ ਜੀ ਨੇ ਆਪਣੀ ਆਉਣ ਵਾਲੀ ਵੀਡੀਓ ਤੇ ਦੱਸਿਆ ਹੈ। ਤੇ ਬਾਪੂ ਜੀ, ਸ਼ਿਵ ਤੇ ਨਿਰਾਕਾਰ ਹੈ ਅਤੇ ਸ਼ਿਵਪੁਰੀ ਤੇ ਰਹਿੰਦਾ ਹੈ, ਤੇ ਜੋ ਸ਼ੰਕਰ ਭਗਵਾਨ ਹਨ ਉਹ ਸਾਕਾਰੀ ਹਨ। ਬਾਪੂ ਜੀ: ਸ਼ਿਵ ਨਿਰਾਕਾਰ ਰੂਪ ਤੇ ਪਰਮ ਧਾਮ ਤੇ ਹੈ ਅਤੇ ਸ਼ਿਵਪੁਰੀ ਤੇ ਸ਼ਿਵ ਸ਼ਕਤੀ ਆਕਾਰੀ ਰੂਪ ਤੇ ਹਨ ਅਤੇ ਸਾਕਾਰੀ ਰੂਪ ਤੇ ਸ਼ੰਕਰ ਪਾਰਵਤੀ ਹਿਮਾਲਯ ਤੇ ਹਨ ਅਤੇ ਆਪਣੇ ਪਰਿਵਾਰ ਨਾਲ ਅੱਜ ਵੀ ਹਿਮਾਲਯ ਤੇ ਰਹਿੰਦੇ ਹਨ। ਆਨੰਦ: ਤੇ ਬਾਪੂ ਜੀ, ਕਿ ਸ਼ਿਵ ਦੀ ਕਰਮਾਂ ਦੇ ਹਿਸਾਬ ਕਿਤਾਬ ਤੇ ਚੱਕਰਾਂ ਤੇ ਆਉਂਦੇ ਹਨ? ਬਾਪੂ ਜੀ: ਵੇਖੋ, ਕਰਮ ਬੰਨਣ ਜਾਂ ਕਰਮਾਂ ਦਾ ਹਿਸਾਬ ਕਿਤਾਬ ਮਨ, ਵਚਨ ਅਤੇ ਕਰਮ ਤੇ ਆਉਂਦਾ ਹੈ। ਜਦੋਂ ਸ਼ਿਵ ਨੇ ਵੀ ਸੰਸਾਰ ਦੀ ਰਚਨਾ ਕੀਤੀ ਤੇ ਕੰਮ ਤੇ ਕੀਤਾ ਨਾ, ਭਾਵੇਂ ਸ਼ਿਵ ਹੋਵੇ ਜਾਂ ਮਹਾਸ਼ਿਵ ਹੋਵੇ ਜਾਂ ਪਰਮ ਮਹਾਸ਼ਿਵ ਹੋਵੇ ਜਾਂ ਆਲਮਾਈਟੀ ਅਥਾਰਟੀ ਹੋਵੇ, ਬੇਹੱਦ ਦੇ ਬ੍ਰਹਮੰਡ ਦਾ ਮਾਲਿਕ ਹੋਵੇ, ਉਸ ਨੇ ਸੰਕਲਪਾਂ ਤੇ ਸੋਚਣ ਦੇ ਰਾਹੀਂ ਸ੍ਰਿਸ਼ਟੀ ਜਾਂ ਸੰਸਾਰ ਦੀ ਰਚਨਾ ਕੀਤੀ ਜਾਂ ਕਰਵਾਈ। ਬ੍ਰਹਮਾ ਦੇ ਰਾਹੀਂ ਸੰਸਾਰ ਦੀ ਸਿਰਜਣਾ ਕੀਤੀ, ਪਰ ਸ਼ਿਵ ਨੇ ਸਿਰਜਣਾ ਕਰਵਾਈ। ਤੇ ਜਦੋਂ ਕੋਈ ਵੀ ਕਰਮ ਕਰਦਾ ਹੈ ਤੇ ਕਰਮ ਬੰਨਣ ਸਾਰਿਆਂ ਤੇ ਲਾਗੂ ਹੁੰਦਾ ਹੈ, ਭਾਵੇਂ ਮਨੁੱਖ ਹੋਵੇ, ਦੇਵਤਾ ਹੋਵੇ ਜਾਂ ਪਰਮਾਤਮਾ ਹੋਵੇ, ਸਾਰਿਆਂ ਨੂੰ ਲਾਗੂ ਪੈਂਦਾ ਹੈ। ਇਸ ਲਈ ਉਸ ਨੂੰ ਵੀ ਤੇ ਵਿਸਰਜਨ ਜਾਂ ਸਮਾਪਤੀ ਕਰਨੀ ਪੈਂਦੀ ਹੈ ਨਾ। ਸਿਰਜਣਾ ਮਤਲਬ ਜਨਮ ਤੇ ਸਮਾਪਤੀ ਜਾਂ ਵਿਸਰਜਨ ਮਤਲਬ ਮਰਨ। ਤੇ ਇਸ ਤਰ੍ਹਾਂ ਉਸ ਨੂੰ ਵੀ ਜਨਮ ਮਰਨ ਜਾਂ ਸਿਰਜਣ ਸਮਾਪਤੀ ਤੇ ਚੱਕਰਾਂ ਤੇ ਆਉਣਾ ਪੈ ਗਿਆ ਨਾ। ਉਸ ਦੇ ਲਈ ਸਿਰਜਣਾ ਅਤੇ ਸਮਾਪਤੀ ਜਨਮ ਮਰਨ ਦੀ ਤਰ੍ਹਾਂ ਹੋ ਗਿਆ ਨਾ। ਆਨੰਦ: ਤੇ ਬਾਪੂ ਜੀ, ਸ਼ਿਵ ਨਿਰਾਕਾਰੀ, ਸ਼ਿਵ ਆਕਾਰੀ ਅਤੇ ਸ਼ਿਵ ਸਾਕਾਰੀ, ਕੀ ਤਿੰਨਾਂ ਨੂੰ ਹੀ ਕਰਮ ਬੰਨਣ ਲੱਗਦਾ ਹੈ? ਬਾਪੂ ਜੀ: ਨਿਰਾਕਾਰ ਸ਼ਿਵ ਤੇ ਬ੍ਰਹਮਾ ਦੇ ਰਾਹੀਂ ਸ੍ਰਿਸ਼ਟੀ ਦੀ ਸਿਰਜਣਾ ਕਰਵਾਈ ਨਾ, ਤੇ ਉਹ ਵੀ ਕਰਮ ਬੰਨਣ ਤੇ ਹੈ। ਇਸ ਤਰ੍ਹਾਂ ਨਿਰਾਕਾਰ ਵੀ ਕਰਮ ਬੰਨਣ ਤੇ ਹੈ ਤੇ ਕਰਮ ਬੰਨਣ ਤੇ ਆਉਣ ਦੇ ਕਰਕੇ ਉਸ ਦੀ ਪਰਮ ਲਾਈਟ, ਪਰਮ ਤੱਤ ਘੱਟ ਹੋ ਜਾਂਦੇ ਹਨ, ਉਸ ਦੀ ਪਾਵਰ ਘੱਟ ਹੋ ਜਾਂਦੀ ਹੈ ਅਤੇ ਫਿਰ ਉਹ ਸ਼ਿਵ ਸ਼ਕਤੀ ਦੇ ਰਾਹੀਂ ਕੰਮ ਕਰਵਾਉਂਦਾ ਹੈ। ਸ਼ਿਵ ਸ਼ਕਤੀ ਵਿਸ਼ਨੂੰ ਦੇ ਰਾਹੀਂ ਕੰਮ ਕਰਵਾਉਂਦੇ ਹਨ ਅਤੇ ਵਿਸ਼ਨੂੰ ਬ੍ਰਹਮਾ ਦੇ ਰਾਹੀਂ ਕੰਮ ਕਰਵਾਉਂਦਾ ਹੈ। ਬ੍ਰਹਮਾ ਦੇਵਤਿਆਂ ਦੇ ਰਾਹੀਂ ਕੰਮ ਕਰਵਾਉਂਦੇ ਹਨ। ਸੋਚਣ ਤੋਂ ਵੀ ਕਰਮ ਬੰਨਣ ਬਣਦਾ ਹੈ, ਕਿਉਂਕਿ ਸੋਚਣਾ ਵੀ ਇੱਕ ਕੰਮ ਹੈ ਤੇ ਸੋਚਣਾ ਮਤਲਬ ਕਰਮ ਬੰਨਣ। ਸੰਕਲਪਾਂ ਦੇ ਰਾਹੀਂ ਯਾਨੀ ਵਿਚਾਰਾਂ ਦੇ ਰਾਹੀਂ ਵੀ ਜੇਕਰ ਸ੍ਰਿਸ਼ਟੀ ਬਣਾਉਣ ਤਾਂ ਵੀ ਕਰਮ ਬੰਨਣ ਆਉਂਦਾ ਹੈ ਤੇ ਹਰ ਕਿਸੇ ਨੂੰ ਕਰਮ ਬੰਨਣ ਲਾਗੂ ਪੈਂਦਾ ਹੀ ਹੈ। ਕਰਮ ਆਣਾ ਮਤਲਬ ਜਿਸ ਤੇ ਕਰਮ ਬੰਨਣ ਆ ਰਿਹਾ ਹੈ ਉਸ ਦੀ ਆਤਮਾ ਦੀ ਪਾਵਰ ਵੇਸਟ ਹੋਣਾ ਜਾਂ ਪਾਵਰ ਦਾ ਘੱਟ ਹੋਣਾ ਹੈ। ਤੇ ਪਾਵਰ ਦਾ ਘੱਟ ਹੋਣਾ ਮਤਲਬ ਕਰਮ ਬੰਨਣ ਦਾ ਹੋਣਾ ਹੈ। ਆਨੰਦ: ਬਾਪੂ ਜੀ, ਆਪ ਜੀ ਤੋਂ ਫਿਰ ਪੁੱਛਣਾ ਚਾਹਾਂਗਾ ਕਿ ਸ਼ੰਕਰ ਦਾ ਕੀ ਕੰਮ ਹੈ ਅਤੇ ਸ਼ਿਵ ਦਾ ਕੀ ਕੰਮ ਹੈ? ਬਾਪੂ ਜੀ, ਸ਼ਿਵ ਨਿਰਾਕਾਰੀ ਦਾ ਕੰਮ ਹੈ ਪੂਰੇ ਬ੍ਰਹਮੰਡ ਨੂੰ ਕੰਟਰੋਲ ਕਰਨਾ। ਜਿਸ ਤਰ੍ਹਾਂ ਕਿ ਕਹਿੰਦੇ ਹਨ ਨਾ ਕਿ ਉੱਪਰ ਵਾਲਾ 24 ਘੰਟੇ ਤੁਹਾਨੂੰ ਵੇਖ ਰਿਹਾ ਹੈ। ਜੇਕਰ ਕੋਈ ਮਨੁੱਖ ਮਾੜਾ ਕੰਮ ਕਰਦਾ ਹੈ ਤੇ ਲੋਕੀ ਕਹਿੰਦੇ ਹਨ ਨਾ, ਭਾਈ ਤੂੰ ਕੋਈ ਸ਼ਰਮ ਕਰ, ਘੱਟ ਤੋਂ ਘੱਟ ਉੱਪਰ ਵਾਲੇ ਤੋਂ ਤਾਂ ਡਰ, ਕਹਿੰਦੇ ਹਨ ਨਾ। ਤੇ ਉੱਪਰ ਵਾਲਾ ਤੁਹਾਨੂੰ ਵੇਖ ਰਿਹਾ ਹੈ। ਜਿਸ ਤਰ੍ਹਾਂ ਤੁਸੀਂ ਲੋਕੀ ਅੱਜ ਆਪਣੇ ਟੀਵੀ ਤੇ ਕੈਮਰੇ ਨੂੰ ਕਨੈਕਟ ਕਰਕੇ ਘਰ ਦਾ ਜਾਂ ਬਾਹਰ ਦਾ ਜਾਂ ਕਿਸੇ ਵੀ ਜਗ੍ਹਾ ਦੀ ਲਾਈਵ ਪਿਕਚਰ ਵੇਖ ਕੇ ਨਿਗਰਾਨੀ ਕਰ ਸਕਦੇ ਹੋ ਨਾ, ਇਸੇ ਤਰ੍ਹਾਂ ਨਿਰਾਕਾਰ ਸ਼ਿਵ ਆਪਣੇ ਪਰਮ ਧਾਮ ਤੇ ਵੇਖ ਸਕਦਾ ਹੈ। ਉਹਨਾਂ ਲੋਕਾਂ ਦਾ ਬਹੁਤ ਵੱਡਾ ਟੀਵੀ ਹੁੰਦਾ ਹੈ ਤੇ ਉਹ ਪਰਮ ਧਾਮ ਤੇ ਬੈਠ ਕੇ ਪੂਰੇ ਬ੍ਰਹਮੰਡ ਤੇ ਨਜ਼ਰ ਰੱਖਦਾ ਹੈ। ਇਸੇ ਤਰ੍ਹਾਂ ਮਹਾਸ਼ਿਵ ਵੀ ਪਰਮ ਮਹਾਧਾਮ ਤੇ ਬੈਠ ਕੇ ਪੂਰੀ ਗੈਲੈਕਸੀ ਤੇ ਨਜ਼ਰ ਰੱਖਦਾ ਹੈ। ਪਰਮ ਮਹਾਸ਼ਿਵ ਵੀ ਪੂਰੇ ਯੂਨੀਵਰਸ ਤੇ ਨਜ਼ਰ ਰੱਖਦਾ ਹੈ। ਇਸੇ ਤਰ੍ਹਾਂ ਬੇਹੱਦ ਦੇ ਵਿਸ਼ਵ ਦਾ ਮਾਲਿਕ
ਆਲਮਾਈਟੀ ਅਥਾਰਟੀ ਵੀ ਬੇਹੱਦ ਦੇ ਬ੍ਰਹਮੰਡ ਨੂੰ ਉੱਚੇ ਤੋਂ ਉੱਚੇ ਪਰਮ ਧਾਮ ਤੇ ਬੈਠ ਕੇ ਵਾਚ ਜਾਂ ਵੇਖਦਾ ਰਹਿੰਦਾ ਹੈ ਅਤੇ ਜਿੱਥੇ ਵੀ ਕੋਈ ਵੀ ਗੜਬੜ ਹੋਵੇ ਤੇ ਨੀਚੇ ਡਾਇਰੈਕਸ਼ਨ ਦੇ ਕੇ ਕੰਮ ਕਰਵਾਉਂਦਾ ਹੈ। ਅਨੰਤ। ਪਰ ਬਾਪੂ ਜੀ ਇੱਥੇ ਅਮੇਜ਼ਿੰਗ ਜਾਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਉਹਨਾਂ ਦੇ ਕੋਲ ਟੀਵੀ ਹਨ ਅਤੇ ਉਹ ਬੈਠ ਕੇ ਵੇਖ ਵੀ ਰਹੇ ਹਨ ਤੇ ਜਦੋਂ ਨੀਚੇ ਮੰਦਿਰ ਲੁੱਟ ਰਹੇ ਸੀ ਤੇ ਕਿਉਂ ਇਹਨਾਂ ਲੁੱਟਣ ਵਾਲਿਆਂ ਨੂੰ ਨਹੀਂ ਰੋਕਿਆ? ਕੁਝ ਤੇ ਕਰਦੇ ਬਾਪੂ ਜੀ। ਪਰ ਇਸ ਗੱਲ ਦੀ ਬਹੁਤ ਵੱਡੀ ਕਹਾਣੀ ਹੈ। ਮੈਂ ਤੁਹਾਨੂੰ ਦੱਸਦਾ ਹਾਂ, ਇਸ ਬ੍ਰਹਮੰਡ ਦੇ ਅੰਦਰ ਜੋ ਸਾਡਾ ਬ੍ਰਹਮੰਡ ਹੈ ਉਹ ਹੁਣ ਬਹੁਤ ਵੈਲਿਊਬਲ ਹੋ ਗਿਆ ਹੈ। ਜਿਸ ਤਰ੍ਹਾਂ ਇਹ ਦੂਸਰੇ ਧਰਮ ਵਾਲੇ ਆਏ ਹਨ ਜਿਨ੍ਹਾਂ ਨੇ ਸਾਡੇ ਮੂਰਤੀਆਂ ਨੂੰ ਲੁੱਟਿਆ, ਮੰਦਿਰਾਂ ਨੂੰ ਲੁੱਟਿਆ, ਤੋੜਿਆ ਫੋੜਿਆ ਹੈ। ਹਿੰਦੂ ਮੰਦਿਰਾਂ ਨੂੰ, ਸ਼ਿਵ ਦੇ ਮੰਦਿਰਾਂ ਨੂੰ 17 ਜਾਂ 17 ਵਾਰ ਗਜਨਵੀ ਨੇ ਤੋੜਿਆ, ਲੁੱਟਿਆ ਜਾਂ ਜੋ ਵੀ ਕੀਤਾ ਹਿਸਟਰੀ ਤੇ ਹੈ। ਲੱਖਾਂ ਹਿੰਦੂਆਂ ਦੇ ਮੰਦਿਰ ਤੋੜ ਦਿੱਤੇ ਤੇ ਉੱਪਰੋਂ ਤੇ ਨਿਰਾਕਾਰ ਸ਼ਿਵ, ਆਕਾਰੀ ਸ਼ਿਵ ਸ਼ਕਤੀ ਨੂੰ ਡਾਇਰੈਕਸ਼ਨ ਦੇਗਾ, ਫਿਰ ਉਹ ਵਿਸ਼ਨੂੰ ਨੂੰ ਡਾਇਰੈਕਸ਼ਨ ਦੇਗਾ। ਇਸ ਤਰ੍ਹਾਂ ਇੱਕ ਫਾਰਮੈਲਿਟੀ ਜਾਂ ਰਸਮੀ ਤੌਰ ਤੇ ਪ੍ਰੋਸੈਸ ਹੁੰਦੀ ਹੈ। ਫਿਰ ਸ਼ਿਵ ਬ੍ਰਹਮਾ ਨੂੰ ਡਾਇਰੈਕਸ਼ਨ ਦੇਗਾ ਜਾਂ ਸਿੱਧਾ ਸ਼ੰਕਰ ਨੂੰ ਵੀ ਡਾਇਰੈਕਸ਼ਨ ਦੇ ਸਕਦਾ ਹੈ। ਸ਼ਿਵ ਆਕਾਰੀ ਡਾਇਰੈਕਟ ਸ਼ੰਕਰ ਨੂੰ ਵੀ ਡਾਇਰੈਕਸ਼ਨ ਦੇ ਸਕਦਾ ਹੈ, ਪਰ ਸ਼ੰਕਰ ਕੋਲ ਪਾਵਰ ਨਹੀਂ ਹੈ। ਪਰ ਜੇਕਰ ਸ਼ੰਕਰ ਕੋਲ ਪਾਵਰ ਨਹੀਂ ਹੈ ਤੇ ਉਸ ਨੂੰ ਪ੍ਰੇਰਣਾ ਮਤਲਬ ਪਾਵਰ ਦੇ ਕੇ ਵੀ ਕੰਮ ਕਰਵਾ ਦੇਗਾ ਨਾ। ਪਰ ਹਿੰਦੂਆਂ ਤੇ ਜਾਂ ਸ਼ੰਕਰ ਤੇ ਐਨੀ ਪਾਵਰ ਨਹੀਂ ਹੈ, ਇਸ ਲਈ ਪ੍ਰੇਰਣਾ ਦੇ ਰਾਹੀਂ ਕੰਮ ਨਹੀਂ ਕਰਵਾ ਰਿਹਾ। ਨਹੀਂ ਤੇ ਜੋ ਮੁਸਲਮਾਨ ਧਰਮ ਵਾਲੇ ਹਨ, ਇਹਨਾਂ ਨੇ ਹਜ਼ਾਰਾਂ ਹਿੰਦੂਆਂ ਦਾ ਕਤਲੇਆਮ ਕਰਕੇ ਉਹਨਾਂ ਨੂੰ ਲੁੱਟਿਆ ਹੈ ਨਾ, ਤੇ ਇਹ ਦੂਸਰੇ ਸੋਲਰ ਸਿਸਟਮ ਤੋਂ ਆਏ ਹੋਏ ਹਨ, ਦੂਸਰੇ ਧਰਮ ਵਾਲੇ ਹਨ ਨਾ। ਮੈਂ ਪੁਰਾਣੀ ਵੀਡੀਓ ਤੇ ਦੱਸਿਆ ਹੋਇਆ ਹੈ ਕਿ ਦੂਸਰੇ ਧਰਮ ਵਾਲੇ ਕਿਸੇ ਦੂਸਰੇ ਯੂਨੀਵਰਸ ਤੋਂ ਆਏ ਹਨ, ਕਿਸੇ ਦੂਸਰੇ ਸੋਲਰ ਸਿਸਟਮ ਤੋਂ ਆਏ ਹਨ। ਤੇ ਇਹ ਸਾਰੇ ਧਰਮ ਪਿਤਾ, ਧਰਮ ਗੁਰੂ ਇੱਥੇ ਕਿਉਂ ਆ ਰਹੇ ਹਨ? ਪਹਿਲਾਂ ਤੇ ਸਾਡਾ ਇੱਕੋ ਹੀ ਧਰਮ ਸੀ, ਆਦਿ ਸਨਾਤਨ ਦੇਵੀ ਦੇਵਤਾ ਧਰਮ। ਇੱਕੋ ਹੀ ਧਰਮ ਸੀ ਸਾਰੀ ਧਰਤੀ ਤੇ। ਅੱਜ ਤੋਂ 2500 ਸਾਲ ਪਹਿਲਾਂ ਯਾਨੀ 2,500 years ਪਹਿਲਾਂ ਐਨੇ ਧਰਮ ਨਹੀਂ ਸਨ। 5800 ਸਾਲ ਜਾਂ 5800 years ਪਹਿਲਾਂ ਯਹੂਦੀ ਧਰਮ ਆਇਆ, ਬਾਅਦ ਵਿੱਚ ਇਸਲਾਮ ਧਰਮ ਆਇਆ। 3900 ਸਾਲ ਜਾਂ 3900 years ਪਹਿਲਾਂ ਇਸਲਾਮ ਧਰਮ ਆਇਆ, ਬਾਅਦ ਤੇ ਫਿਰ ਇਹ ਵੱਖਰੇ ਵੱਖਰੇ ਧਰਮ ਕ੍ਰਿਸਚਨ ਧਰਮ ਵਾਲੇ ਆਏ ਹਨ, ਫਿਰ ਹੋਰ ਵੀ ਧਰਮ ਆ ਗਏ। ਅਨੰਤ। ਬਾਪੂ ਜੀ ਕਈ ਵਾਰ ਮੈਂ ਇਸ ਤਰ੍ਹਾਂ ਦੀ ਗੱਲਾਂ ਵੀ ਸੁਣੀਆਂ ਹਨ ਕਿ ਕੁਝ ਲੋਕੀ ਕਿਸੇ ਵੀ ਦੇਵੀ ਦੇ ਮੰਦਿਰ ਨੂੰ ਲੁੱਟਣ ਗਏ ਤੇ ਉਸ ਮੰਦਿਰ ਦੀ ਦੇਵੀ ਨੇ ਉਹਨਾਂ ਲੁੱਟਣ ਵਾਲਿਆਂ ਨੂੰ ਅੰਨਾ ਕਰ ਦਿੱਤਾ। ਬਾਪੂ ਜੀ ਹਾਂ, ਤੇ ਸ਼ਕਤੀਆਂ ਕਰਦੀਆਂ ਹਨ, ਜੇਕਰ ਪਾਵਰ ਹੋਵੇ ਕਰਨ ਨਾ। ਇਹ ਤੇ ਮੈਂ ਵੀ ਕਹਿੰਦਾ ਹਾਂ ਕਿ ਜਦੋਂ ਰਾਮ ਦਾ ਮੰਦਿਰ ਬਾਬਰ ਨੇ ਤੋੜਿਆ ਤੇ ਉਸ ਨੂੰ ਅੰਨਾ ਕਰ ਦੇਣਾ ਚਾਹੀਦਾ ਸੀ ਨਾ। ਬਾਬਰ ਇੱਕ ਲੁਟੇਰਾ ਸੀ, ਉਹ ਕਾਬੁਲ ਕਾਫਿਸਤਾਨ ਤੋਂ ਆਇਆ ਸੀ ਤੇ ਹੈ ਤੇ ਇੱਕ ਲੁਟੇਰਾ ਹੀ ਨਾ। ਇੱਕ ਲੁਟੇਰੇ ਨੇ ਜਦੋਂ ਰਾਮ ਦੇ ਮੰਦਿਰ ਨੂੰ ਤੋੜਿਆ ਤੇ ਜੋ ਉਸ ਦੀ ਫੌਜ ਸੀ ਉਸ ਨੂੰ ਅੰਨਾ ਕਰ ਦੇਣਾ ਚਾਹੀਦਾ ਸੀ। ਘੱਟ ਤੋਂ ਘੱਟ ਇੰਨਾ ਤੇ ਕਰਨਾ ਹੀ ਚਾਹੀਦਾ ਸੀ ਨਾ। ਅਨੰਤ। ਅਰੇ ਉਹਨਾਂ ਸਾਰਿਆਂ ਨੂੰ ਸਿੱਧਾ ਜ਼ਮੀਨ ਦੇ ਅੰਦਰ ਚਲੇ ਜਾਣਾ ਚਾਹੀਦਾ ਸੀ ਬਾਪੂ ਜੀ, ਪਰ ਇਸ ਤਰ੍ਹਾਂ ਕਿਉਂ ਨਹੀਂ ਹੋਇਆ? ਅਨੰਤ। ਇਹ ਤੇ ਸਭ ਤੋਂ ਵੱਡਾ ਹਿਸਟਰੀ ਦਾ ਕੁਐਸਚਨ ਹੈ ਕਿ ਇਸ ਤਰ੍ਹਾਂ ਕਿਉਂ ਨਹੀਂ ਹੋਇਆ ਬਾਪੂ ਜੀ। ਅੱਜ ਸਭ ਤੋਂ ਵੱਡਾ ਕੁਐਸਚਨ ਹੈ ਕਿ ਤਾਜ ਮਹਿਲ ਜੋ ਸ਼ਾਹਜਹਾਂ ਨੇ ਬਣਵਾਇਆ ਸੀ ਉਹ ਵੀ ਸ਼ਿਵ ਮੰਦਿਰ ਸੀ। ਮੈਂ ਕਿਤੇ ਪੜ੍ਹਿਆ ਜਾਂ ਸੁਣਿਆ ਹੈ ਕਿ ਸ਼ਿਵ ਮੰਦਿਰ ਦਾ ਜੋ ਸ਼ਿਵਲਿੰਗ ਸੀ ਉਸੇ ਜਗ੍ਹਾ ਤੇ ਉਹਨਾਂ ਨੇ ਮੁਮਤਾਜ਼ ਦੀ ਲਾਸ਼ ਜਾਂ ਕਬਰ ਰੱਖ ਦਿੱਤੀ, ਜਿਸ ਨੂੰ ਮੰਮੀ ਜਾਂ ਜੋ ਵੀ ਉਸ ਨੂੰ ਕਹਿੰਦੇ ਹਨ। ਉਹ ਤੇ ਸ਼ਿਵ ਨੇ ਇੰਨੀ ਪਾਵਰ ਨਹੀਂ ਹੈ ਕਿ ਸ਼ਿਵਲਿੰਗ ਦੀ ਜਗ੍ਹਾ ਤੇ ਉਹ ਮੰਮੀ ਰੱਖ ਦੇਣ ਤੇ ਉਹਨਾਂ ਨੂੰ ਰੋਕਦਾ। ਅਨੰਤ। ਖੈਰ ਬਾਪੂ ਜੀ, ਇਸ ਤਰ੍ਹਾਂ ਦੇ ਬਹੁਤ ਕੁਐਸਚਨ ਹਨ ਕਿ ਬਾਪੂ ਜੀ ਨਹੀਂ, ਹੈ ਤੇ ਇੱਕ ਕਾਮਨ ਸੈਂਸ ਵਾਲੀ ਗੱਲ ਹੈ ਨਾ। ਅਨੰਤ। ਕਾਮਨ ਸੈਂਸ ਤੇ ਹਰ ਕਿਸੇ ਕੋਲ ਹੋਏਗੀ, ਪਰ ਸਵਾਲ ਦਾ ਜਵਾਬ ਕਿਸੇ ਕੋਲ ਨਹੀਂ ਹੈ ਬਾਪੂ ਜੀ। ਹਾਂ, ਤੇ ਜਵਾਬ ਦੇਣਾ ਚਾਹੀਦਾ, ਸੋਚਣਾ ਚਾਹੀਦਾ। ਜੇਕਰ ਜਵਾਬ ਚਾਹੀਦਾ ਤੇ ਦੂਸਰੀ ਵੀਡੀਓ ਬਣਾਵਾਂਗੇ, ਇਸ ਵੀਡੀਓ ਤੇ ਮੈਂ ਜਵਾਬ ਨਹੀਂ ਦਵਾਂਗਾ। ਅਨੰਤ। ਚਲੋ ਠੀਕ ਹੈ ਬਾਪੂ ਜੀ, ਇਹ ਸਭ ਤੇ ਹੱਦ ਦੀਆਂ ਗੱਲਾਂ ਹਨ।
ਇਹਨਾਂ ਤੇ ਕੋਈ ਮਜ਼ਾ ਨਹੀਂ ਹੈ ਬਾਪੂ ਜੀ। ਅਸੀਂ ਤੇ ਬੇਹੱਦ ਦੀਆਂ ਗੱਲਾਂ ਕਰਦੇ ਹਾਂ, ਅਸੀਂ ਇੱਕ ਬ੍ਰਹਮੰਡ ਦੀ ਗੱਲ ਨਹੀਂ ਕਰਦੇ, ਅਸੀਂ ਤੇ ਬੇਹੱਦ ਦੇ ਬ੍ਰਹਮੰਡਾਂ ਦੀ ਗੱਲ ਕਰਦੇ ਹਾਂ ਅਨੰਤ। ਤੇ ਬਾਪੂ ਜੀ ਹੁਣ ਆਪ ਜੀ ਦੱਸੋ ਕਿ ਸ਼ਿਵ ਦੀ ਪੂਜਾ ਹੁੰਦੀ ਹੈ ਕਿ ਸ਼ੰਕਰ ਦੀ ਪੂਜਾ ਹੁੰਦੀ ਹੈ? ਬਾਪੂ ਜੀ ਭਗਤੀ ਮਾਰਗ ਵਾਲਿਆਂ ਨੇ ਜਿਸ ਤਰ੍ਹਾਂ ਸ਼ਿਵ ਅਤੇ ਸ਼ੰਕਰ ਇੱਕ ਬਣਾ ਦਿੱਤੇ ਹਨ ਨਾ, ਸ਼ੰਕਰ ਨੂੰ ਵੀ ਸ਼ਿਵ ਸ਼ੰਕਰ ਕਹਿੰਦੇ ਹਨ ਨਾ। ਸ਼ਿਵ ਸ਼ੰਕਰ ਦਾ ਭੇਦ ਕੀ ਹੈ? ਨਿਰਾਕਾਰੀ ਸ਼ਿਵ, ਆਕਾਰੀ ਸ਼ਿਵ ਅਤੇ ਸਾਕਾਰੀ ਸ਼ਿਵ। ਤੇ ਸਾਕਾਰੀ ਸ਼ਿਵ ਨੂੰ ਸ਼ੰਕਰ ਕਹਿੰਦੇ ਹਨ। ਤੇ ਜਿਸ ਤਰ੍ਹਾਂ ਸ਼ਿਵ ਸ਼ੰਕਰ ਨੂੰ ਮਿਲਾ ਕੇ ਇੱਕ ਕਰ ਦਿੱਤਾ ਹੈ, ਇਸੇ ਤਰ੍ਹਾਂ ਜੋਤੀਲਿੰਗ ਨੂੰ ਵੀ ਸ਼ਿਵਲਿੰਗ ਕਹਿਣ ਲੱਗ ਪਏ। ਜੋਤੀਲਿੰਗ ਦਾ ਮਤਲਬ ਜੋਤੀ ਯਾਨੀ ਪ੍ਰਕਾਸ਼, ਲਿੰਗ ਮਤਲਬ ਆਕਾਰ। ਤੇ ਜੋਤੀਲਿੰਗ ਪਹਿਲਾਂ ਡਾਇਮੰਡ ਦਾ ਹੁੰਦਾ ਸੀ, ਉਸ ਦੇ ਅੰਦਰੋਂ ਜੋ ਰੋਸ਼ਨੀ ਨਿਕਲਦੀ ਸੀ ਉਸ ਨੂੰ ਨਿਰਾਕਾਰ ਸ਼ਿਵ ਦਾ ਪ੍ਰਤੀਕ ਜਾਂ ਸਿੰਬਲ ਮੰਨਦੇ ਸੀ। ਤੇ ਨਿਰਾਕਾਰ ਸ਼ਿਵ ਤੋਂ ਜੋ ਰੋਸ਼ਨੀ ਨਿਕਲਦੀ ਹੈ, ਪਰਮ ਤੱਤ ਨਿਕਲਦੇ ਹਨ, ਪਰਮ ਤੱਤਾਂ ਦੀ ਲਾਈਟ ਨਿਕਲਦੀ ਹੈ, ਉਸ ਨੂੰ ਜੋਤੀਲਿੰਗ ਕਹਿੰਦੇ ਹਨ। ਅੱਜ 12 ਜਾਂ 12 ਜੋਤੀਲਿੰਗ ਹਨ। ਜਿੱਥੇ ਜਿੱਥੇ ਵੀ ਸ਼ੰਕਰ ਦੇ ਪ੍ਰਤੱਖ ਦਰਸ਼ਨ ਜਾਂ ਸਾਖਸ਼ਾਤਕਾਰ ਹੋਏ, ਉਹ 12 ਜਗ੍ਹਾਵਾਂ ਤੇ ਹੋਏ, ਉੱਥੇ ਉੱਥੇ ਸ਼ਿਵਲਿੰਗ ਹਨ। ਅਤੇ ਹੁਣ ਸ਼ਿਵਲਿੰਗ ਜਾਂ ਜੋਤੀਲਿੰਗ ਦੇ ਅੰਦਰ ਹੀ ਸ਼ੰਕਰ ਦੇ ਪ੍ਰਤੱਖ ਦਰਸ਼ਨ ਹੋਏ, ਇਸ ਤਰ੍ਹਾਂ ਦੱਸ ਦਿੱਤਾ। ਹੁਣ ਇਹ ਤੇ ਭਗਤੀ ਮਾਰਗ ਹੈ, ਪਰ ਗਿਆਨ ਮਾਰਗ ਤੇ ਸਭ ਕੁਝ ਗਿਆਨ ਤੋਂ ਪਤਾ ਹੁੰਦਾ ਹੈ। ਜੋ ਗਿਆਨੀ ਹਨ ਉਹ ਗਿਆਨ ਦੇ ਰਾਹੀਂ ਸਭ ਕੁਝ ਆਬਜ਼ਰਵ ਜਾਂ ਸਮਝਦੇ ਹਨ। ਇਸ ਤਰ੍ਹਾਂ ਸ਼ਿਵ ਨਿਰਾਕਾਰੀ, ਸ਼ਿਵ ਆਕਾਰੀ ਅਤੇ ਸ਼ਿਵ ਸਾਕਾਰੀ ਤਿੰਨਾਂ ਰੂਪਾਂ ਨੂੰ ਇੱਕ ਰੂਪ ਬਣਾ ਦਿੱਤਾ। ਉਸ ਨੂੰ ਜੋਤੀਲਿੰਗ ਜਾਂ ਸ਼ਿਵਲਿੰਗ ਵੀ ਕਹਿੰਦੇ ਹਨ। ਸ਼ੰਕਰ ਦੇ ਪ੍ਰਤੱਖ ਦਰਸ਼ਨਾਂ ਨੂੰ ਵੀ ਜੋਤੀਲਿੰਗ ਤੇ ਦੱਸ ਦਿੱਤਾ ਆਨੰਦ। ਤੇ ਬਾਪੂ ਜੀ ਰਿਐਲਿਟੀ ਜਾਂ ਅਸਲੀਅਤ ਤੇ ਸ਼ੰਕਰ ਦੀ ਪੂਜਾ ਕਰਨੀ ਚਾਹੀਦੀ ਜਾਂ ਸ਼ਿਵ ਨੂੰ ਯਾਦ ਕਰਨਾ ਚਾਹੀਦਾ? ਆਪ ਜੀ ਦੱਸੋ। ਬਾਪੂ ਜੀ ਵੇਖੋ, ਇੱਕ ਕਾਮਨ ਸੈਂਸ ਦੀ ਗੱਲ ਹੈ ਕਿ ਤੁਹਾਨੂੰ ਕਿਸ ਨੂੰ ਯਾਦ ਕਰਨ ਤੋਂ ਪਾਵਰ ਮਿਲੇਗੀ? ਆਨੰਦ ਇਹ ਤੇ ਬਹੁਤ ਵੱਡਾ ਕੁਐਸਚਨ ਜਾਂ ਸਵਾਲ ਹੈ ਅੱਜ ਦੀ ਡੇਟ ਤੇ। ਬਾਪੂ ਜੀ ਹੁਣ ਸ਼ੰਕਰ ਵੀ ਧਿਆਨ ਤੇ ਰਹਿ ਕੇ ਕਿਸ ਦਾ ਧਿਆਨ ਕਰਦਾ ਹੈ? ਆਨੰਦ ਸ਼ੰਕਰ ਹਮੇਸ਼ਾ ਸ਼ਿਵ ਦਾ ਧਿਆਨ ਕਰਦਾ ਹੈ, ਉਸ ਨੂੰ ਯਾਦ ਕਰਦਾ ਹੈ। ਬਾਪੂ ਜੀ ਸ਼ੰਕਰ ਆਪਣੇ ਬੌਸ ਜਾਂ ਮਾਲਿਕ ਨੂੰ ਹੀ ਯਾਦ ਕਰੇਗਾ ਨਾ। ਸ਼ੰਕਰ ਦਾ ਬੌਸ ਕੌਣ ਹੈ? ਆਨੰਦ ਸ਼ਿਵ ਹੈ। ਬਾਪੂ ਜੀ ਸ਼ਿਵ ਹੈ ਕਿਉਂਕਿ ਸ਼ੰਕਰ ਸ਼ਿਵ ਦਾ ਅਵਤਾਰ ਹੈ, ਮਤਲਬ ਸਰਜਣਾ ਜਾਂ ਕ੍ਰੀਏਸ਼ਨ ਹੈ ਅਤੇ ਸਾਕਾਰੀ ਰੂਪ ਤੇ ਹੈ। ਤੇ ਉਹ ਕੰਮ ਕਰਨ ਲਈ ਸ਼ਿਵ ਤੋਂ ਡਾਇਰੈਕਸ਼ਨ ਲੈਂਦਾ ਹੈ, ਇਸ ਲਈ ਸ਼ਿਵ ਨੂੰ ਯਾਦ ਕਰਦਾ ਰਹਿੰਦਾ ਹੈ ਨਾ। ਕਹਿੰਦਾ ਹੈ ਬੌਸ ਮੈਨੂੰ ਡਾਇਰੈਕਸ਼ਨ ਦਿਓ ਕਿ ਮੈਂ ਹੁਣ ਕੀ ਕਰਾਂ। ਤੇ ਤੁਹਾਨੂੰ ਜਿਸ ਤੋਂ ਵੀ ਪਾਵਰ ਮਿਲੇ ਉਸ ਨੂੰ ਯਾਦ ਕਰਨਾ ਚਾਹੀਦਾ। ਪਰ ਅੱਜ ਦੀ ਡੇਟ ਜਾਂ ਤਾਰੀਖ ਤੇ ਸਾਡੇ ਬ੍ਰਹਮੰਡ ਦਾ ਜੋ ਸ਼ਿਵ ਹੈ ਇੰਨਾ ਨੀਚੇ ਆ ਗਿਆ ਹੈ ਕਿ ਸ਼ਿਵ ਦੇ ਅੰਦਰ ਪਾਵਰ ਹੀ ਨਹੀਂ ਹੈ। ਐਸੀ ਕਰਕੇ ਤੇ ਇਸ ਬ੍ਰਹਮੰਡ ਦਾ ਇੰਨਾ ਕੰਮ ਖਰਾਬ ਹੋ ਗਿਆ ਨਾ। ਇਸੇ ਕਰਕੇ ਤੇ ਇਸ ਬ੍ਰਹਮੰਡ ਦੇ ਦੂਸਰੇ ਧਰਮਾਂ ਦੇ ਲੋਕਾਂ ਨੇ ਆ ਕੇ ਆਪਣੇ ਆਪਣੇ ਧਰਮ ਫੈਲਾਏ। ਅੱਜ 700 ਕਰੋੜ ਯਾਨੀ 700 ਕਰੋੜ ਵਿਸ਼ਵ ਦੀ ਆਬਾਦੀ ਵਿੱਚ ਵੱਖਰੇ ਵੱਖਰੇ ਕਿੰਨੇ ਧਰਮ ਹੋ ਗਏ। ਸਭ ਤੋਂ ਜ਼ਿਆਦਾ ਕ੍ਰਿਸਚਨ ਧਰਮ ਫੈਲ ਗਿਆ ਹੈ। ਕਿਉਂ ਫੈਲ ਗਿਆ? ਮੁਸਲਮਾਨ ਧਰਮ ਫੈਲ ਗਿਆ ਹੈ। ਹਿੰਦੂ ਧਰਮ ਤੇ ਮਾਈਨੋਰਿਟੀ ਜਾਂ ਘੱਟ ਗਿਣਤੀ ਤੇ ਹੁੰਦਾ ਜਾ ਰਿਹਾ ਹੈ। ਕਿਉਂ ਹੋ ਰਿਹਾ ਹੈ ਇਹ ਸਭ? ਹੁਣੇ 1-2 ਸਾਲਾਂ ਤੇ ਕੀ ਹਾਲਤ ਹੋ ਗਈ ਹੈ। ਤੇ ਇਹ ਇੱਕ ਕਾਮਨ ਸੈਂਸ ਦੀ ਗੱਲ ਹੈ ਕਿ ਕਿਸ ਨੂੰ ਯਾਦ ਕਰੀਏ। ਕਿਸੇ ਨੇ ਲਿਖਿਆ ਵੀ ਹੈ ਨਾ ਕਿ ਭਜਨ ਕਿਸ ਦਾ ਕਰੀਏ, ਤੇ ਗੀਤਾ ਦੇ ਗਿਆਨ ਨੂੰ ਯਾਦ ਕਰੋ। ਤੇ ਉਸੇ ਵੇਲੇ ਤੁਹਾਨੂੰ ਗੀਤਾ ਦਾ ਗਿਆਨ ਯਾਦ ਕਰਨਾ ਚਾਹੀਦਾ। ਗੀਤਾ ਦਾ ਭਗਵਾਨ ਕੌਣ ਹੈ? ਕ੍ਰਿਸ਼ਨ ਦੇ ਰਾਹੀਂ ਆਲਮਾਈਟੀ ਅਥਾਰਟੀ ਨੇ ਗੀਤਾ ਦਾ ਗਿਆਨ ਸੁਣਾਇਆ ਹੈ। ਤੇ ਗੀਤਾ ਦੇ ਭਗਵਾਨ ਨੂੰ ਯਾਦ ਕਰੋ। ਗੀਤਾ ਦਾ ਭਗਵਾਨ ਆਲਮਾਈਟੀ ਅਥਾਰਟੀ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਹੈ। ਜਦੋਂ ਆਪਣੀ ਬੁੱਧ ਨਾ ਚੱਲੇ ਤੇ ਆਲਮਾਈਟੀ ਅਥਾਰਟੀ ਨੂੰ ਸਿੱਧਾ ਯਾਦ ਕਰੋ। ਜਿਸ ਦੇ ਕੋਲ ਸਭ ਤੋਂ ਜ਼ਿਆਦਾ ਪਾਵਰ ਹੈ ਉਸ ਨੂੰ ਯਾਦ ਕਰੋ ਤੇ ਪਾਵਰ ਮਿਲੇਗੀ। ਯਾਦ ਦਾ ਮਤਲਬ ਯੋਗ, ਯੋਗ ਦਾ ਮਤਲਬ ਯਾਦ। ਤੁਸੀਂ ਆਤਮਾ ਹੋ ਅਤੇ ਪਰਮਾਤਮਾ ਬਣਨਾ ਚਾਹੁੰਦੇ ਹੋ, ਪਰਮਾਤਮਾ ਬਣਨਾ ਚਾਹੁੰਦੇ ਹੋ ਤੇ ਆਤਮਾ ਤੇ ਪਾਵਰ ਚਾਹੀਦੀ। ਤੇ ਪਾਵਰ ਕੌਣ ਦੇਗਾ? ਦੇਵੀ ਦੇਵਤਾ ਤੇ ਮਨੁੱਖ ਬਣ ਗਏ ਹਨ ਅਤੇ ਇਸ ਬ੍ਰਹਮੰਡ ਦੇ ਸ਼ਿਵ ਤੇ ਹੁਣ ਪਾਵਰ ਨਹੀਂ ਹੈ। ਐਸੀ ਕਰਕੇ ਤੇ ਇਸ ਬ੍ਰਹਮੰਡ ਤੇ ਉਥਲ ਪੁਥਲ ਹੋ ਰਹੀ ਹੈ ਨਾ, ਅਤੇ ਵੱਖਰੇ ਵੱਖਰੇ ਧਰਮਾਂ ਦੀ ਸਥਾਪਨਾ ਵੀ ਹੋ ਰਹੀ ਹੈ।
ਅਨੇਕ ਧਰਮ ਪਿਤਾ, ਧਰਮ ਗੁਰੂ ਹੋਰ ਵੱਖਰੇ ਵੱਖਰੇ ਯੂਨੀਵਰਸਾਂ ਤੋਂ, ਵੱਖਰੀ ਵੱਖਰੀ ਗੈਲੈਕਸੀਆਂ ਤੋਂ ਆਪਣੇ ਆਪਣੇ ਧਰਮ ਲੈ ਕੇ ਆਏ ਅਤੇ ਸਥਾਪਿਤ ਕਰ ਰਹੇ ਹਨ। ਤੇ ਆਦਿ ਸਨਾਤਨ ਦੇਵੀ ਦੇਵਤਾ ਧਰਮ ਤੇ ਅਟੈਕ ਜਾਂ ਹਮਲਾ ਹੋਇਆ ਨਾ, ਤੇ ਸਭ ਗੱਲਾਂ ਨੂੰ ਸੋਚਣਾ ਚਾਹੀਦਾ। ਇਹ ਸਭ ਬਹੁਤ ਡੂੰਘੀਆਂ ਸੋਚਣ ਵਾਲੀਆਂ ਗੱਲਾਂ ਹਨ, ਪਰ ਅੱਜ ਲੋਕੀ ਸੋਚਦੇ ਨਹੀਂ ਹਨ, ਸ਼ਾਰਟਕਟ ਮਾਰ ਲੈਂਦੇ ਹਨ। ਲੋਕੀ ਮੰਦਿਰ ਤੇ ਜਾ ਕੇ ਪੂਜਾ ਜਾਂ ਉਪਾਸਨਾ ਦਾ ਜੋ ਵੀ ਤਰੀਕਾ ਹੈ ਉਹ ਕਰ ਲੈਂਦੇ ਹਨ, ਤੇ ਇਸ ਤਰ੍ਹਾਂ ਕਰਨ ਨਾਲ ਕੀ ਮਿਲੇਗਾ? ਮੈਨੂੰ ਤੇ ਸਮਝ ਨਹੀਂ ਆਉਂਦਾ। ਆਨੰਦ ਕਰਮ ਬੰਨਣ ਤੋਂ ਜਾਂ ਕਰਮਾਂ ਦੇ ਹਿਸਾਬ ਕਿਤਾਬ ਤੋਂ ਮੁਕਤ ਹੋਣ ਲਈ ਤੇ ਪਰਮਾਤਮਾ ਨਾਲ ਯੋਗ ਕਰਨਾ ਪੈਂਦਾ ਹੈ। ਬਾਪੂ ਜੀ, ਅਰੇ ਜਿਸ ਪਰਮਾਤਮਾ ਤੋਂ ਪਾਵਰ ਮਿਲਦੀ ਹੈ ਉਸ ਨੂੰ ਯਾਦ ਕਰੋ ਨਾ, ਉਸ ਤੋਂ ਲਵੋ ਨਾ, ਯਾਨੀ ਉਸ ਨਾਲ ਯੋਗ ਕਰੋ ਨਾ। ਇੱਕ ਗੱਲ ਦੱਸਦਾ ਹਾਂ, ਭਾਵੇਂ ਲੋਕਾਂ ਨੂੰ ਬੁਰਾ ਲੱਗੇ, ਮਾਫ ਕਰਨਾ, ਮੈਂ ਆਪ ਸਭ ਤੋਂ ਪਹਿਲਾਂ ਮਾਫੀ ਮੰਗ ਲਵਾਂ। ਫਿਰ ਗੱਲ ਦੱਸਦਾ ਹਾਂ ਕਿ ਜੋ ਮਰ ਗਏ ਹਨ ਉਹ ਭੂਤ ਬਣ ਗਏ ਹਨ, ਪਰ ਅੱਜ ਭੂਤ ਪੂਜਾ ਹੋ ਰਹੀ ਹੈ। ਭੂਤਾਂ ਦੀ ਮੂਰਤੀਆਂ ਬਣਾਈਆਂ ਹਨ ਅਤੇ ਉਹਨਾਂ ਦੀ ਪੂਜਾ ਲੋਕੀ ਕਰ ਰਹੇ ਹਨ। ਭੂਤਾਂ ਨੂੰ ਭੋਗ ਲਾਇਆ ਜਾਂਦਾ ਹੈ। ਹੁਣ ਜੋ ਮਰ ਕੇ ਗਿਆ ਹੈ ਉਸ ਦਾ ਮੰਦਿਰ ਬਣਾਇਆ ਜਾਂਦਾ ਹੈ, ਤੇ ਉਸ ਨੂੰ ਭੂਤ ਹੀ ਕਵਾਂਗੇ ਨਾ। ਜੋ ਮਰ ਕੇ ਗਿਆ ਉਹ ਭੂਤ ਬਣ ਗਿਆ, ਹੋਰ ਕੀ ਬਣਿਆ? ਹੁਣ ਜੇਕਰ ਭੂਤ ਪੂਜਾ ਕਰਾਂਗੇ ਤੇ ਕੀ ਮਿਲੇਗਾ? ਭੂਤ ਦੀ ਤਰ੍ਹਾਂ ਹੀ ਬਣੋਗੇ ਨਾ। ਗੀਤਾ ਤੇ ਕੀ ਕਿਹਾ ਹੈ? ਤੁਸੀਂ ਜਿਸ ਨੂੰ ਯਾਦ ਕਰੋਗੇ ਉਸੇ ਨੂੰ ਪ੍ਰਾਪਤ ਕਰੋਗੇ। ਤੁਸੀਂ ਭੂਤਾਂ ਨੂੰ ਯਾਦ ਕਰੋਗੇ ਤੇ ਭੂਤਾਂ ਨੂੰ ਪ੍ਰਾਪਤ ਕਰੋਗੇ ਅਤੇ ਭੂਤ ਜੋਨੀ ਤੇ ਜਾਓਗੇ। ਪਰ ਜੇਕਰ ਪਰਮਾਤਮਾ ਨੂੰ ਜਾਂ ਗੀਤਾ ਦੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਯਾਦ ਕਰੋਗੇ ਤੇ ਉਹ ਤੁਹਾਨੂੰ ਉੱਚੇ ਤੋਂ ਉੱਚੇ ਪਰਮ ਧਾਮ ਤੇ ਲੈ ਜਾਏਗਾ। ਤੇ ਜੇਕਰ ਉੱਚੇ ਤੋਂ ਉੱਚੇ ਪਰਮ ਧਾਮ ਤੇ ਜਾਣਾ ਹੈ ਤੇ ਉਸ ਨੂੰ ਯਾਦ ਕਰੋ ਜੋ ਤੁਹਾਨੂੰ ਉੱਚੇ ਤੋਂ ਉੱਚੇ ਪਰਮ ਧਾਮ ਤੇ ਲੈ ਜਾਏ, ਯਾਨੀ ਆਲਮਾਈਟੀ ਅਥਾਰਟੀ ਨੂੰ ਯਾਦ ਕਰੋ। ਸ਼ਿਵ ਵੀ ਨਹੀਂ, ਮਹਾਸ਼ਿਵ ਵੀ ਨਹੀਂ, ਪਰਮ ਮਹਾਸ਼ਿਵ ਵੀ ਨਹੀਂ, ਪਰਮ 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 ਬੇਹੱਦ ਦਾ ਪਰਮ ਮਹਾਸ਼ਿਵ ਯਾਨੀ ਆਲਮਾਈਟੀ ਅਥਾਰਟੀ, ਉਸ ਨੂੰ ਯਾਦ ਕਰੋ। ਸਾਡੀ ਇੱਕ ਵੀਡੀਓ ਹੈ ਯੋਗ ਦੀ ਵਿਧ ਦੇ ਉੱਪਰ, ਸੀਕ੍ਰੇਟ ਆਫ ਯੋਗਾ, ਉਸ ਨੂੰ ਵੇਖੋ, ਆਪ ਨੂੰ ਇਹ ਗੱਲ ਸਮਝ ਆ ਜਾਏਗੀ। ਆਨੰਦ ਬਾਪੂ ਜੀ, ਅਸੀਂ ਇੱਕ ਪੂਰਾ ਪਲੇਲਿਸਟ ਬਣਾਇਆ ਹੈ ਜਿਸ ਦੇ ਅੰਦਰ ਆਪ ਜੀ ਦੇ ਜਿਸ ਵੀਡੀਓ ਤੇ ਮੈਡੀਟੇਸ਼ਨ ਦੇ ਉੱਪਰ ਗੱਲਾਂ ਦੱਸੀਆਂ ਹਨ, ਉਹ ਐਸੀਆਂ 20 ਜਾਂ 20 ਵੀਡੀਓਜ਼ ਹਨ ਜੋ ਰੱਖੀਆਂ ਹਨ। ਬਾਪੂ ਜੀ, ਅਗਲਾ ਸਵਾਲ ਹੈ ਕਿ ਸ਼ਿਵ ਮੋਖ ਦੇ ਸਕਦੇ ਹਨ ਕਿ ਸ਼ੰਕਰ ਮੋਖ ਦੇ ਸਕਦੇ ਹਨ? ਬਾਪੂ ਜੀ ਵੇਖੋ, ਸ਼ੰਕਰ ਇੱਕ ਸਾਕਾਰੀ ਅਵਤਾਰ ਹੈ, ਸ਼ਿਵ ਦਾ ਅਵਤਾਰ ਹੈ। ਹੁਣ ਮੋਖ ਦੇਣ ਦਾ ਤੇ ਇੱਕ ਨਿਯਮ ਹੁੰਦਾ ਹੈ ਕਿ ਜੋ ਸਿਰਜਣਾ ਕਰਦਾ ਹੈ ਉਹੀ ਵਿਸਰਜਣਾ ਜਾਂ ਸਮਾਪਤੀ ਕਰ ਸਕਦਾ ਹੈ। ਤੇ ਸ਼ਿਵ ਨੇ ਸ਼ੰਕਰ ਦੀ ਸਿਰਜਣਾ ਕੀਤੀ ਤੇ ਸ਼ੰਕਰ ਵੀ ਸ਼ਿਵ ਦੀ ਸਿਰਜਣਾ ਹੈ ਨਾ। ਨਿਰਾਕਾਰ ਸ਼ਿਵ ਨੇ ਸਭ ਕੁਝ ਸਿਰਜਿਆ, ਪੂਰੇ ਬ੍ਰਹਮੰਡ ਦੀ ਸਿਰਜਣਾ ਕੀਤੀ। ਤੇ ਜਦੋਂ ਪੂਰੇ ਬ੍ਰਹਮੰਡ ਦਾ ਵਿਸਰਜਣ ਜਾਂ ਸਮਾਪਤੀ ਹੋਏਗੀ ਉਦੋਂ ਹੀ ਇਹਨਾਂ ਆਤਮਾਵਾਂ ਦੀ ਸਮਾਪਤੀ ਹੋਏਗੀ ਨਾ। ਵਿਸਰਜਣ ਜਾਂ ਸਮਾਪਤੀ ਦਾ ਮਤਲਬ ਆਤਮਾਵਾਂ ਦਾ ਮੋਖ ਜਾਂ ਮੁਕਤੀ। ਮੁਕਤੀ ਮਤਲਬ ਆਤਮਾ ਦਾ ਅਸਤਿਤਵ ਜਾਂ ਆਤਮਾ ਦੀ ਮੌਜੂਦਗੀ ਦਾ ਖਤਮ ਹੋ ਜਾਣਾ। ਤੇ ਜਦੋਂ ਮਹਾਕਲਪ ਪ੍ਰਲਯ ਹੁੰਦਾ ਹੈ ਉਦੋਂ ਪੂਰਾ ਬ੍ਰਹਮੰਡ ਕਾਲ ਅਗਨ ਤੇ ਸ਼ਿਵ ਸਾੜ ਕੇ ਭਸਮ ਜਾਂ ਸੁਆਹ ਕਰ ਦਿੰਦਾ ਹੈ। ਉਦੋਂ ਆਤਮਾਵਾਂ ਦੀ ਮੁਕਤੀ ਹੋਏਗੀ ਨਾ, ਉਸ ਤੋਂ ਪਹਿਲਾਂ ਤੇ ਹੋਏਗੀ ਹੀ ਨਹੀਂ ਨਾ। ਇਹ ਕਾਮਨ ਸੈਂਸ ਦੀ ਗੱਲ ਹੈ। ਆਤਮਾ ਦੀ ਮੁਕਤੀ ਜਾਂ ਮੋਖ ਕਦੋਂ ਹੁੰਦਾ ਹੈ? ਜਦੋਂ ਕੋਈ ਕਿਸੇ ਆਤਮਾ ਦੀ ਮੁਕਤੀ ਦੇ ਲਈ ਕਹਿੰਦਾ ਹੈ ਕਿ ਨਾਰਾਇਣ ਬਲੀ ਚੜਾਓ, ਤੇ ਨਾਰਾਇਣ ਦਾ ਮਤਲਬ ਵਿਸ਼ਨੂੰ ਹੁੰਦਾ ਹੈ, ਤੇ ਕੀ ਵਿਸ਼ਨੂੰ ਕਿਸੇ ਆਤਮਾ ਨੂੰ ਮੋਖ ਦੇ ਸਕਦੇ ਹਨ? ਇਹ ਇੱਕ ਕਾਮਨ ਸੈਂਸ ਦੀ ਗੱਲ ਹੈ। ਆਨੰਦ ਪਰ ਦੁਨੀਆ ਦੇ ਲੋਕ ਤੇ ਇਹ ਮੰਨਦੇ ਹਨ ਕਿ ਮਿਲਦਾ ਹੈ, ਪਰ ਆਪ ਜੀ ਕਹਿ ਰਹੇ ਹੋ ਕਿ ਨਹੀਂ ਮਿਲਦਾ ਹੈ। ਬਾਪੂ ਜੀ, ਪਰ ਅਸੀਂ ਗਿਆਨ ਦੀ ਗੱਲ ਕਰਦੇ ਹਾਂ ਨਾ। ਇੱਕ ਗਿਆਨ ਹੈ ਅਤੇ ਇੱਕ ਭਗਤੀ ਹੈ। ਮੈਂ ਗਿਆਨ ਦੀ ਗੱਲ ਕਰਦਾ ਹਾਂ, ਮਤਲਬ ਪਰਮ ਪ੍ਰਕਾਸ਼ ਦੀ ਗੱਲ ਕਰਦਾ ਹਾਂ। ਗਿਆਨ ਦਾ ਮਤਲਬ ਵੇਦ ਤੇ ਵੇਦ ਦਾ ਮਤਲਬ ਗਿਆਨ। ਤੇ ਇਹ ਇੱਕ ਕਾਮਨ ਸੈਂਸ ਹੈ ਕਿ ਜੋ ਸਿਰਜਣਾ ਜਾਂ ਰਚਨਾ ਕਰਦਾ ਹੈ ਉਹੀ ਵਿਸਰਜਣ ਜਾਂ ਸਮਾਪਤੀ ਕਰਦਾ ਹੈ। ਇੱਕ ਗੱਲ ਦੱਸੋ ਕਿ ਭੂਤ ਕੱਢਣ ਵਾਲੇ ਭੂਤਾਂ ਨੂੰ ਮੁਕਤੀ ਦੇ ਸਕਦੇ ਹਨ? ਆਨੰਦ ਕੋਈ ਮਤਲਬ ਹੀ ਨਹੀਂ ਹੈ, ਯਾਨੀ ਨਹੀਂ ਦੇ ਸਕਦੇ। ਬਾਪੂ ਜੀ,
ਇੱਕ ਭੂਤ ਕੱਢਣ ਵਾਲਾ ਜਦੋਂ ਭੂਤਾਂ ਨੂੰ ਮੁਕਤੀ ਨਹੀਂ ਦੇ ਸਕਦਾ ਤੇ ਨਿਰਾਕਾਰ ਸ਼ਿਵ ਨੇ ਆਤਮਾਵਾਂ ਦੀ ਸਿਰਜਣਾ ਕੀਤੀ ਹੈ। ਜਦੋਂ ਸਮਾਪਤੀ ਦਾ ਟਾਈਮ ਆਏਗਾ ਉਦੋਂ ਸਮਾਪਤੀ ਕਰੇਗਾ। ਨਿਰਾਕਾਰ ਸ਼ਿਵ ਨੇ ਭਾਵੇਂ ਬ੍ਰਹਮਾ ਦੇ ਰਾਹੀਂ ਆਤਮਾਵਾਂ ਦੀ ਸਿਰਜਣਾ ਕਰਵਾਈ ਹੋਵੇ, ਪਰ ਵਿਸਰਜਨ ਤੇ ਖੁਦ ਆਪ ਕਰੇਗਾ ਨਾ। ਸਮਾਪਤੀ ਦੇ ਸਮੇਂ ਤੇ ਮਹਾਕਾਲ ਪ੍ਰਲੈ ਤੇ ਪੂਰੇ ਬ੍ਰਹਮੰਡ ਦੀ ਆਤਮਾਵਾਂ ਨੂੰ ਜਲਾ ਕੇ ਕਾਲ ਅਗਨ ਤੇ ਜਲਾ ਕੇ ਭਸਮ ਕਰ ਦੇਗਾ ਨਾ। ਇਸ ਲਈ ਜੋ ਸਿਰਜਣਾ ਕਰਦਾ ਹੈ ਉਹੀ ਵਿਸਰਜਣਾ ਕਰ ਸਕਦਾ ਹੈ। ਅਨੰਤ ਬਾਪੂ ਜੀ, ਆਪ ਜੀ ਦੀ ਇਹ ਗੱਲ ਬਿਲਕੁਲ ਠੀਕ ਹੈ। ਆਪ ਜੀ ਨੇ ਇੱਕ ਵਾਰ ਦੱਸਿਆ ਸੀ ਕਿ ਗੀਤਾ ਤੇ ਵੀ ਕ੍ਰਿਸ਼ਨ ਨੇ ਇਹ ਦੱਸਿਆ ਹੈ ਕਿ ਗਿਆਨ ਦੀ ਤਰ੍ਹਾਂ ਦੀ ਪਵਿੱਤਰ ਕਰਨ ਵਾਲੀ ਕੋਈ ਨਾ ਹੀ ਵਸਤੂ ਹੈ ਅਤੇ ਨਾ ਹੀ ਕੋਈ ਤੱਤ, ਤੇ ਗਿਆਨ ਹੀ ਸਭ ਤੋਂ ਸਰਵਸ਼੍ਰੇਸ਼ਠ ਜਾਂ ਉੱਚਾ ਹੈ। ਬਾਪੂ ਜੀ ਵੇਖੋ, ਭਗਤੀ ਅਤੇ ਗਿਆਨ ਤੇ ਜ਼ਮੀਨ ਅਸਮਾਨ ਦਾ ਫਰਕ ਹੈ। ਭਗਤੀ ਤੇ ਜੋ ਦੂਸਰੇ ਲੋਕੀ ਕਰਦੇ ਹਨ ਉਹੀ ਸਾਰੇ ਫੋਲੋ ਜਾਂ ਪਾਲਣਾ, ਬਾਕੀ ਤੇ ਲੋਕੀ ਬਿਨਾਂ ਸੋਚੇ ਸਮਝੇ ਹੀ ਕਰਦੇ ਰਹਿੰਦੇ ਹਨ। ਤੇ ਜੋ ਗਿਆਨੀ ਪੁਰਖ ਹੁੰਦਾ ਹੈ ਨਾ, ਉਹ ਸੋਚਦਾ ਹੈ, ਉਹ ਗਿਆਨ ਦੀ ਤਰਫ ਜਾਂਦਾ ਹੈ। ਉਹ ਸੋਚਦਾ ਹੈ ਕਿ ਪਰਮਾਤਮਾ ਕੌਣ ਹੈ। ਉਹ ਪਰਮਾਤਮਾ ਦੀ ਖੋਜ ਤੇ ਜਾਂਦਾ ਹੈ। ਉਹ ਪਰਮਾਤਮਾ ਨੂੰ ਗਿਆਨ ਦੀ ਨਜ਼ਰ ਨਾਲ ਵੇਖਦਾ ਅਤੇ ਸੋਚਦਾ ਹੈ ਅਤੇ ਉਹ ਦੇਵੀ ਦੇਵਤਿਆਂ ਦੇ ਚੱਕਰਾਂ 'ਚ ਨਹੀਂ ਪੈਂਦਾ। ਅਨੰਤ ਤੇ ਬਾਪੂ ਜੀ, ਕਿਤੇ ਨਾ ਕਿਤੇ ਆਪ ਜੀ ਦੇ ਕਹਿਣ ਦਾ ਮਤਲਬ ਇਹ ਹੈ ਕਿ ਮੋਖ ਉਦੋਂ ਹੀ ਹੋਏਗਾ ਜਦੋਂ ਪੂਰੀ ਦੁਨੀਆ ਦਾ ਜੋ ਬਾਪੂ ਜੀ, ਪੂਰੀ ਦੁਨੀਆ ਦਾ ਨਹੀਂ, ਪੂਰੇ ਬ੍ਰਹਮੰਡ ਦਾ। ਆਨੰਦ ਹਾਂਜੀ ਬਾਪੂ ਜੀ, ਜੋ ਪੂਰੇ ਬ੍ਰਹਮੰਡ ਦਾ ਸ਼ਿਵ ਹੈ, ਜਦੋਂ ਉਹ ਸਮਾਪਤੀ ਕਰੇਗਾ ਉਦੋਂ ਜਿੰਨੀਆਂ ਵੀ ਆਤਮਾਵਾਂ ਧਰਤੀ ਤੇ ਹਨ, ਯਾਨੀ 700-800 ਕਰੋੜ ਜਾਂ 700-800 ਕਰੋੜ ਜਿੰਨੀਆਂ ਵੀ ਹਨ, ਉਹ ਸਾਰੀਆਂ ਦੀ ਸਮਾਪਤੀ ਹੋ ਜਾਏਗੀ। ਬਾਪੂ ਜੀ, ਇਹ ਤੇ ਧਰਤੀ ਦੀ ਆਤਮਾਵਾਂ ਦੀ ਗਿਣਤੀ ਦੀ ਗੱਲ ਹੈ। ਸੁਖਮ ਜਗਤ ਤੇ ਕਿੰਨੀਆਂ ਹੋਣਗੀਆਂ? ਧਰਤੀ ਮਤਲਬ ਭੂਲੋਕ ਦੀ ਗੱਲ, ਤੇ ਸੁਖਮ ਜਗਤ ਯਾਨੀ ਭੂਵਰ ਲੋਕ ਤੇ ਕਿੰਨੀਆਂ ਹੋਣਗੀਆਂ? ਅਨੰਤ ਇਹ ਤੇ ਪਤਾ ਨਹੀਂ ਬਾਪੂ ਜੀ। ਬਾਪੂ ਜੀ, ਇਸ ਤੋਂ ਉੱਪਰ ਸਵਰਗ ਲੋਕ, ਮਹਰ ਲੋਕ, ਜਨ ਲੋਕ, ਤਪ ਲੋਕ, ਬ੍ਰਹਮਾਪੁਰੀ, ਵਿਸ਼ਨੂਪੁਰੀ, ਸ਼ਿਵਪੁਰੀ ਅਤੇ ਪਰਮਧਾਮ ਤੇ ਵੀ ਹੋਣਗੀਆਂ ਨਾ? ਅਨੰਤ ਬਿਲਕੁਲ ਹੋਣਗੀਆਂ ਤੇ ਹੋਣੀ ਵੀ ਚਾਹੀਦੀਆਂ, ਕਿਉਂਕਿ ਆਤਮਾਵਾਂ ਤੇ ਇਨਵਿਜ਼ੀਬਲ ਜਾਂ ਨਾ ਵੇਖੀ ਜਾ ਸਕਣ ਵਾਲੀਆਂ ਹਨ। ਬਾਪੂ ਜੀ, ਪਰ ਮਨੁੱਖ ਤੇ ਧਰਤੀ ਤੇ ਨਾ ਦੇ ਬਰਾਬਰ ਹਨ ਨਾ। ਸਾਡਾ ਪੂਰਾ ਬ੍ਰਹਮੰਡ ਜਦੋਂ ਬਣਿਆ ਸੀ ਉਦੋਂ 1 ਪ੍ਰਕਾਸ਼ ਵਰਸ਼ ਯਾਨੀ 1 ਲਾਈਟ ਈਅਰ ਦਾ ਸੀ। ਹੁਣ ਬ੍ਰਹਮੰਡ ਛੋਟਾ ਹੋ ਗਿਆ ਹੈ ਤੇ 1 ਪ੍ਰਕਾਸ਼ ਵਰਸ਼ ਯਾਨੀ 1 ਲਾਈਟ ਈਅਰ ਮਤਲਬ ਕਿੰਨਾ ਉਸ ਦਾ ਡਾਇਮੀਟਰ ਜਾਂ ਫੈਲਾਅ ਹੋਇਆ ਹੁੰਦਾ ਹੈ? 188 ਕਰਬ ਕਿਲੋਮੀਟਰ ਯਾਨੀ 188 ਖਰਬ ਕਿਲੋਮੀਟਰ ਦਾ ਡਾਇਮੀਟਰ ਹੁੰਦਾ ਹੈ। ਇੰਨਾ ਵੱਡਾ ਬ੍ਰਹਮੰਡ ਸੀ, ਪਰ ਹੌਲੀ ਹੌਲੀ ਇੱਕਦਮ ਛੋਟਾ ਹੋ ਗਿਆ। ਸੂਰਜ ਦੀ ਗ੍ਰੈਵਿਟੀ ਦੇ ਬਰਾਬਰ ਵੀ ਸਾਡਾ ਬ੍ਰਹਮੰਡ ਨਹੀਂ ਹੈ। ਅੱਜ ਸਾਇੰਸ ਵਾਲੇ ਕਹਿੰਦੇ ਹਨ ਕਿ ਸੂਰਜ ਦੀ ਗ੍ਰੈਵਿਟੀ ਵੀ 75,000 ਕਰੋੜ ਕਿਲੋਮੀਟਰ ਯਾਨੀ 75,000 ਕਰੋੜ ਕਿਲੋਮੀਟਰ ਤੱਕ ਜਾਂਦੀ ਹੈ। ਸਾਡਾ ਲਾਸਟ ਜਾਂ ਸਭ ਤੋਂ ਆਖਰੀ ਗ੍ਰਹਿ ਜੋ ਪਲੂਟੋ ਹੈ, ਉਸ ਨੂੰ ਹਾਲਾਂਕਿ ਹੁਣ ਸਾਇੰਸ ਵਾਲੇ ਗ੍ਰਹਿ ਵੀ ਨਹੀਂ ਕਹਿੰਦੇ ਕਿਉਂਕਿ ਛੋਟਾ ਜਿਹਾ ਹੈ। ਉਹ 587 ਕਰੋੜ ਕਿਲੋਮੀਟਰ ਯਾਨੀ 587 ਕਰੋੜ ਕਿਲੋਮੀਟਰ ਹੈ। ਤੇ ਜੇਕਰ ਤੁਸੀਂ ਇੰਨਾ 7 ਜਾਂ 7 ਲੋਕਾਂ ਦਾ ਟੋਟਲ ਕਰੋ ਯਾਨੀ ਭੂਲੋਕ, ਭੂਵਰ ਲੋਕ, ਸਵਰਲੋਕ ਆਦਿ, ਤਾਂ ਵੀ ਉਸ ਦਾ 500 ਕਰੋੜ ਜਾਂ 500 ਕਰੋੜ ਕਿਲੋਮੀਟਰ ਦਾ ਟੋਟਲ ਨਹੀਂ ਹੁੰਦਾ। ਅਨੰਤ ਇਸ ਲਈ ਆਪ ਜੀ ਨੇ ਸੋਲਰ ਸਿਸਟਮ ਨੂੰ ਇੱਕ ਬ੍ਰਹਮੰਡ ਦੱਸਿਆ ਹੈ। ਬਾਪੂ ਜੀ, ਸੋਲਰ ਸਿਸਟਮ ਤੇ ਵੀ ਸਾਡਾ ਸੋਲਰ ਸਿਸਟਮ ਜਾਂ ਬ੍ਰਹਮੰਡ ਸੂਰਜ ਦੀ ਗ੍ਰੈਵਿਟੀ ਦੇ ਏਰੀਆ ਤੋਂ ਵੀ ਘੱਟ ਹੈ, ਛੋਟਾ ਹੋ ਗਿਆ ਨਾ। ਪਹਿਲਾਂ ਜਦੋਂ ਬਣਿਆ ਸੀ ਉਦੋਂ ਵੱਡਾ ਸੀ, ਅੱਜ ਇੱਕਦਮ ਛੋਟਾ ਹੋ ਗਿਆ ਹੈ ਅਤੇ ਛੋਟਾ ਹੁੰਦਾ ਜਾ ਰਿਹਾ ਹੈ। ਜਦੋਂ ਪਾਵਰ ਘਟਦੀ ਜਾਏਗੀ ਹੋਰ ਛੋਟਾ ਹੋ ਜਾਏਗਾ। ਆਨੰਦ ਅੱਛਾ ਬਾਪੂ ਜੀ, ਜੀਵ ਆਤਮਾ ਯਾਨੀ ਜਾਨਵਰਾਂ ਜਾਂ ਪੰਛੀ ਦੀ ਆਤਮਾ, ਆਤਮਾ ਯਾਨੀ ਮਨੁੱਖ ਆਤਮਾ ਅਤੇ ਪਰਮਾਤਮਾ, ਕਿ ਇਹਨਾਂ ਤਿੰਨਾਂ ਨੂੰ ਮੋਖ ਮਿਲਦਾ ਹੈ ਸ਼ਿਵ ਦੇ ਰਾਹੀਂ? ਬਾਪੂ ਜੀ, ਵੇਖੋ ਪਰਮਾਤਮਾ ਸ਼ਿਵ ਹੈ, ਬਾਕੀ ਇਸ ਬ੍ਰਹਮੰਡ ਤੇ ਕੋਈ ਹੋਰ ਸ਼ਿਵ ਪਰਮਾਤਮਾ ਨਹੀਂ ਹੈ ਨਾ। ਅਨੰਤ
ਹਾਂਜੀ ਬਾਪੂ ਜੀ, ਇਸ ਬ੍ਰਹਮੰਡ ਵਿੱਚ ਤੇ ਸ਼ਿਵ ਹੀ ਪਰਮਾਤਮਾ ਹੈ। ਬਾਪੂ ਜੀ, ਬ੍ਰਹਮੰਡ ਦਾ ਮਾਲਿਕ ਸ਼ਿਵ ਹੀ ਪਰਮਾਤਮਾ ਹੈ ਨਾ, ਤੇ ਪਰਮਾਤਮਾ ਨੇ ਪਰਮ ਤੱਤਾਂ ਦੇ ਰਾਹੀਂ ਫਰਿਸ਼ਤੇ ਬਣਾਏ, ਫਰਿਸ਼ਤਿਆਂ ਤੋਂ ਫਿਰ ਦੇਵਤਾ ਬਣੇ, ਤੇ ਦੇਵਤਾ ਮਤਲਬ ਦੇਵਤਾਵਾਂ ਦੀ ਆਤਮਾ ਹੋਈ ਨਾ। ਅਸੀਂ ਉਹਨਾਂ ਨੂੰ ਆਤਮਾਵਾਂ ਨੂੰ ਦੇਵਤਾ ਕਹਿੰਦੇ ਹਨ ਨਾ। ਤੇ ਆਤਮਾ ਦੀ ਕਿਹੜੀ ਕੈਟਾਗਰੀ ਹੋਈ? ਆਤਮਾਵਾਂ ਦੀ ਕੈਟਾਗਰੀ ਨੂੰ ਡਿਫਾਈਨ ਜਾਂ ਗਹਿਰਾਈ ਨਾਲ ਸਮਝੋ ਕਿ ਆਤਮਾ ਦੀ ਕੈਟਾਗਰੀ ਪਰਮਾਤਮਾ ਦੀ ਹੈ। ਜਿਸ ਆਤਮਾ ਦੇ ਅੰਦਰ ਪਰਮ ਤੱਤਾਂ ਦੀ ਸ਼ਕਤੀ ਹੈ ਉਹ ਪਰਮਾਤਮਾ ਹੈ, ਅਤੇ ਜਿਨ੍ਹਾਂ ਆਤਮਾਵਾਂ ਦੇ ਅੰਦਰ 3 ਤੱਤਾਂ ਦੀ ਸ਼ਕਤੀ ਹੈ ਉਹ ਦੇਵਤਾ ਹਨ। ਦੇਵਤਾਵਾਂ ਦਾ ਸਰੀਰ 3 ਤੱਤਾਂ ਦਾ ਹੈ। ਉਹ ਸਵਰਗ ਲੋਕ ਤੇ ਰਹਿੰਦੇ ਹਨ, ਅਤੇ ਜੋ ਦੇਵਤਾ ਮਨੁੱਖ ਬਣ ਗਏ ਹਨ ਅਤੇ ਮਨੁੱਖ ਆਤਮਾ ਬਣਨ ਤੋਂ ਬਾਅਦ ਜਿਨ੍ਹਾਂ ਮਨੁੱਖਾਂ ਨੂੰ ਆਪਣੀ ਆਤਮਾ ਦਾ ਗਿਆਨ ਨਹੀਂ ਹੈ ਉਹ ਜੀਵ ਆਤਮਾ ਬਣ ਗਏ। ਐਸੀਆਂ ਆਤਮਾਵਾਂ ਨੂੰ ਅਸੀਂ ਜੀਵ ਆਤਮਾ ਕਵਾਂਗੇ। ਉਹ ਮਨੁੱਖ ਆਤਮਾਵਾਂ ਜੀਵ ਬਣ ਗਈਆਂ ਅਤੇ ਆਪਣੇ ਆਪ ਨੂੰ ਹੀ ਭੁੱਲ ਗਈਆਂ ਹਨ ਕਿ ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ। ਹੋਰ ਵੀ ਜੀਵ ਹਨ। ਕੀੜੇ ਮਕੌੜਿਆਂ ਨੂੰ ਵੀ ਜੀਵ ਕਹਿੰਦੇ ਹਨ। ਇੱਕਦਮ ਕੀੜੇ ਮਕੌੜੇ ਜਾਨਵਰਾਂ ਨੂੰ ਵੀ ਜੀਵ ਕਹਿੰਦੇ ਹਨ, ਤੇ ਜੀਵ ਦੀ ਕੈਟਾਗਰੀ ਦੇ ਅੰਦਰ ਇਹ ਸਾਰੇ ਆ ਜਾਂਦੇ ਹਨ। ਤੇ ਪਰਮਾਤਮਾ ਹੈ ਸ਼ਿਵ, ਦੇਵ ਆਤਮਾ ਹੈ ਦੇਵਤਾ, ਤੇ ਮਨੁੱਖ ਆਤਮਾਵਾਂ ਤੇ ਵੀ ਆਤਮਾ ਉਹ ਹੈ ਜੋ ਪਰਮਾਤਮਾ ਨੂੰ ਜਾਣਦੀ ਹੈ। ਬਾਕੀ ਜੋ ਆਪਣੀ ਆਤਮਾ ਅਤੇ ਪਰਮਾਤਮਾ ਨੂੰ ਨਹੀਂ ਜਾਣਦੇ ਉਹ ਜੀਵ ਹਨ, ਅਤੇ ਬਾਕੀ ਸਾਰੀ ਨਿਚਲੀ ਕੈਟਾਗਰੀ ਦੀ ਆਤਮਾਵਾਂ ਹਨ, ਉਹ ਸਭ ਜੀਵ ਹਨ। ਅਨੰਤ, ਤੇ ਇਹਨਾਂ ਨੂੰ ਵੀ ਮੋਖ ਮਿਲੇਗਾ? ਬਾਪੂ ਜੀ, ਮੋਖ ਦੇ ਅੰਤ ਸਮੇਂ ਤੇ ਸ਼ਿਵ ਸਭ ਨੂੰ ਦੇਗਾ ਨਾ। ਮੈਂ ਦੱਸਿਆ ਹੈ ਨਾ, ਮਹਾਕਲਪ ਪਰਲੇ ਤੇ ਮਹਾਕਾਲ ਅਗਨ ਤੇ ਸਾਰੀਆਂ ਆਤਮਾਵਾਂ ਨੂੰ ਮੁਕਤੀ ਮਿਲ ਜਾਏਗੀ। ਅਨੰਤ, ਉਦੋਂ ਤੱਕ ਇਹ ਸਾਰੇ ਜੋ ਜੀਵ ਹਨ 84 ਲੱਖ ਜਾਂ 84 ਲੱਖ ਜੋਨੀਆਂ ਤੇ ਘੁੰਮਦੇ ਰਹਿਣਗੇ। ਬਾਪੂ ਜੀ, ਹਾਂ, ਸਾਰੇ ਜੰਮਣ ਮਰਨ ਦੇ ਚੱਕਰਾਂ ਤੇ ਆਂਦੇ ਰਹਿਣਗੇ। ਜਿਸ ਤਰ੍ਹਾਂ ਤੁਸੀਂ ਕਿਹਾ ਹੈ ਨਾ ਕਿ 84 ਲੱਖ ਜੋਨੀਆਂ ਤੇ ਜੰਮਣ ਮਰਨ ਦੇ ਚੱਕਰਾਂ ਤੇ ਆਂਦੇ ਰਹਿੰਦੇ ਹਨ। ਅਨੰਤ, ਤੇ ਬਾਪੂ ਜੀ, ਜੋ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ ਕਿ ਹੇ ਅਰਜੁਨ, ਤੂੰ ਪਰਮ ਪਦ ਨੂੰ ਪ੍ਰਾਪਤ ਕਰਨਾ ਚਾਹੇ ਤੇ ਪਰਮ ਤੱਤਾਂ ਨੂੰ ਸੂਰਜ ਦੀ ਤਰ੍ਹਾਂ ਆਪਣੇ ਅੰਦਰ ਪ੍ਰਕਾਸ਼ਮਾਨ ਕਰ ਲੈ, ਤੇ ਤੂੰ ਜੀਵਨ ਅਤੇ ਮਰਨ ਤੋਂ ਉੱਪਰ ਚਲਾ ਜਾਏਗਾ ਤੇ ਫਿਰ ਪਰਮ ਪਦ ਨੂੰ ਪ੍ਰਾਪਤ ਕਰੇਗਾ। ਤੇ ਆਪ ਜੀ ਇਸ ਗੱਲ ਦੇ ਬਾਰੇ 'ਚ ਕੀ ਕਹਿਣਾ ਚਾਹੋਗੇ? ਬਾਪੂ ਜੀ, ਪਹਿਲਾਂ ਤੇ ਤੁਸੀਂ ਦੱਸੋ ਕਿ ਗੀਤਾ ਦਾ ਜੋ ਗਿਆਨ ਹੈ, ਜੋ ਕ੍ਰਿਸ਼ਨ ਨੇ ਅਰਜੁਨ ਦੇ ਰਾਹੀਂ ਰਿਲੀਜ਼ ਕੀਤਾ ਜਾਂ ਦੱਸਿਆ, ਕ੍ਰਿਸ਼ਨ ਨੇ ਇੱਕ ਅਵਤਾਰ ਸੀ, ਪਰ ਉਸ ਦੇ ਅੰਦਰ ਬੋਲਣ ਵਾਲਾ ਆਲਮਾਈਟੀ ਅਥਾਰਟੀ ਜਾਂ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਸੀ। ਕ੍ਰਿਸ਼ਨ ਆਲਮਾਈਟੀ ਦਾ ਅਵਤਾਰ ਸੀ। ਮੈਂ ਕਈ ਵਾਰ ਆਪਣੀ ਵੀਡੀਓਜ਼ 'ਚ ਦੱਸਿਆ ਹੈ। ਪਰ ਭਗਤੀ ਮਾਰਗ ਵਾਲੇ ਕਹਿੰਦੇ ਹਨ ਕਿ ਰਾਮ ਅਤੇ ਕ੍ਰਿਸ਼ਨ ਇਹ ਵਿਸ਼ਨੂੰ ਦੇ ਅਵਤਾਰ ਸਨ, ਤੇ ਕੋਈ ਕਹਿੰਦੇ ਹਨ ਕਿ ਪਰ ਬ੍ਰਹਮ ਦੇ ਅਵਤਾਰ ਹਨ, ਪਰ ਕੁਝ ਤੇ ਸ਼ਿਵ ਨਿਰਾਕਾਰ ਨੂੰ ਹੀ ਪਰ ਬ੍ਰਹਮ ਕਹਿ ਦਿੰਦੇ ਹਨ। ਪਰ ਕ੍ਰਿਸ਼ਨ ਤੇ ਨਾ ਤੇ ਸ਼ਿਵ ਦਾ ਅਵਤਾਰ ਹੈ, ਨਾ ਨਾਰਾਇਣ ਦਾ ਅਵਤਾਰ ਹੈ। ਉਹ ਤੇ ਆਲਮਾਈਟੀ ਅਥਾਰਟੀ ਦਾ ਅਵਤਾਰ ਹੈ, ਅਤੇ ਆਲਮਾਈਟੀ ਅਥਾਰਟੀ ਸਾਡੇ ਬ੍ਰਹਮੰਡ ਤੇ ਸਾਡੀ ਧਰਤੀ ਤੇ ਆਇਆ ਹੋਇਆ ਹੈ, ਤੇ ਸਾਡੇ ਬ੍ਰਹਮੰਡ ਤੇ ਆ ਕੇ ਉਸ ਨੇ ਗੀਤਾ ਦਾ ਗਿਆਨ ਦਿੱਤਾ। ਫਿਰ ਪੂਰੇ ਬ੍ਰਹਮੰਡ ਨੂੰ ਗਿਆਨ ਦੇਣ ਦੇ ਲਈ ਉਹ ਆਇਆ। ਤੇ ਗੀਤਾ ਦਾ ਜੋ ਗਿਆਨ ਹੈ ਉਹ ਇਹ ਹੈ ਕਿ ਤੂੰ ਮੈਨੂੰ ਯਾਦ ਕਰ, ਅਤੇ ਕਿਹਾ ਕਿ ਸਰਵ ਧਰਮ ਪਰਿਤਜਯ ਮਾਮੇਕਮ ਸ਼ਰਣਮਮ, ਸਾਰੇ ਧਰਮ ਛੱਡ ਕੇ ਮੇਰੀ ਸ਼ਰਨ ਤੇ ਆ। ਮੈਂ ਤੈਨੂੰ ਕਿੱਥੇ ਲੈ ਜਾਵਾਂਗਾ? ਜਿੱਥੇ ਮੈਂ ਰਹਿੰਦਾ ਹਾਂ। ਮੈਂ ਉੱਚੇ ਤੋਂ ਉੱਚੇ ਪਰਮ ਧਾਮ ਤੇ ਰਹਿੰਦਾ ਹਾਂ। ਤੇ ਉਹ ਕਹਿੰਦਾ ਹੈ ਕਿ ਤੂੰ ਮੇਰੀ ਸ਼ਰਨ ਤੇ ਆ, ਮੈਨੂੰ ਜਾਣ। ਤੇ ਪਹਿਲੀ ਗੱਲ ਹੈ ਗਿਆਨ ਦਾ ਹੋਣਾ। ਤੇ ਉਸ ਨੇ ਗੀਤਾ ਤੇ ਕੀ ਕਿਹਾ ਕਿ ਮੈਂ ਜਪ, ਤਪ, ਧਿਆਨ, ਯੋਗ ਤੋਂ ਨਹੀਂ ਮਿਲਦਾ, ਮੈਂ ਗਿਆਨ ਤੋਂ ਮਿਲਦਾ ਹਾਂ। ਇਸ ਲਈ ਗਿਆਨੀ ਤੂੰ ਆਤਮਾ ਮੁਝੇ ਵਿਸ਼ੇਸ਼ ਪ੍ਰਿय ਹੈ। ਮਤਲਬ ਮੈਨੂੰ ਗਿਆਨੀ ਆਤਮਾ ਖਾਸ ਪਿਆਰੀ ਹੈ, ਕਿਉਂਕਿ ਗਿਆਨੀ ਆਤਮਾ ਗਿਆਨ ਦੇ ਰਾਹੀਂ ਮੈਨੂੰ ਯਾਨੀ ਪਰਮਾਤਮਾ ਨੂੰ ਜਾਣਦੀ ਹੈ, ਅਤੇ ਉਸ ਨੂੰ ਮੈਂ ਗਿਆਨ ਦੇ ਰਾਹੀਂ ਦੇਵ ਦ੍ਰਿਸ਼ਟੀ ਯਾਨੀ ਬ੍ਰਹਮ ਦ੍ਰਿਸ਼ਟੀ ਜਾਂ ਨਜ਼ਰ ਦਿੰਦਾ ਹਾਂ। ਮਤਲਬ ਉਸ ਆਤਮਾ ਨੂੰ ਮੈਂ ਬ੍ਰਹਮ ਗਿਆਨ ਤੋਂ ਬ੍ਰਹਮ ਦ੍ਰਿਸ਼ਟੀ ਦਿੰਦਾ ਹਾਂ, ਅਤੇ ਬ੍ਰਹਮ ਦ੍ਰਿਸ਼ਟੀ ਤੋਂ ਅੰਤ ਸਮੇਂ ਤੇ ਉਸ ਨੂੰ ਉੱਚੇ ਤੋਂ ਉੱਚੇ ਪਰਮ ਧਾਮ ਤੇ ਲੈ ਜਾਂਦਾ ਹਾਂ। ਅਨੰਤ, ਤੇ ਬਾਪੂ ਜੀ, ਕੀ ਮੋਖ ਹੀ ਮੁਕਤੀ ਹੈ?
ਮਤਲਬ ਇੱਕੋ ਹੀ ਹੈ ਦੋਨੋਂ? ਬਾਪੂ ਜੀ, ਮੋਖ ਤੇ ਮੁਕਤੀ ਭਗਤੀ ਮਾਰਗ ਦੇ ਸ਼ਬਦ ਹਨ ਤੇ ਇਹ ਦੋਨੋਂ ਇੱਕੋ ਹੀ ਸ਼ਬਦ ਹਨ। ਮੁਕਤੀ ਦੇ ਲਈ ਭਗਤੀ ਮਾਰਗ ਤੇ ਕਈ ਜਨਮਾਂ ਤੱਕ ਪੁਰਸ਼ਾਰਥ ਕਰਦੇ ਹਨ। ਮੇਰੀ ਆਤਮਾ ਦੀ ਮੁਕਤੀ ਹੋ ਜਾਏ, ਇਸ ਲਈ ਰਿਸ਼ੀ ਮੁਨੀ ਜੰਗਲਾਂ ਤੇ ਚਲੇ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਸਭ ਮਾਇਆ ਹੈ। ਸ਼ਾਸਤਰਾਂ ਤੇ ਲਿਖਿਆ ਹੈ, ਝੂਠੀ ਮਾਇਆ, ਝੂਠੀ ਕਾਇਆ, ਝੂਠਾ ਜਗ ਸੰਸਾਰ। ਇਹ ਜਗ ਸੰਸਾਰ ਝੂਠਾ ਹੈ ਤੇ ਫਿਰ ਅਸਲੀ ਕੀ ਹੈ? ਇਹ ਤੇ ਮਾਤ ਲੋਕ ਹੈ ਤੇ ਅਮਰ ਲੋਕ ਕਿੱਥੇ ਹੈ? ਤੇ ਉਹ ਅਮਰ ਲੋਕ ਜਾਣਾ ਚਾਹੁੰਦੇ ਹਨ। ਤੇ ਉਹ ਰਿਸ਼ੀ ਮੁਨੀ ਕਹਿੰਦੇ ਹਨ ਕਿ ਪੁਰਸ਼ਾਰਥ ਕਰਕੇ ਜੇਕਰ ਸਵਰਗ ਲੋਕ ਜਾਵਾਂਗੇ, ਭੂਵਰ ਲੋਕ ਜਾਵਾਂਗੇ, ਫਿਰ ਮਨੁੱਖ ਬਣਾਂਗੇ, ਫਿਰ ਦੇਵਤਾ ਬਣਾਂਗੇ, ਫਿਰ ਸਵਰਗ ਲੋਕ ਤੋਂ ਨੀਚੇ ਆਵਾਂਗੇ, ਧਰਤੀ ਤੇ ਮਨੁੱਖ ਬਣਾਂਗੇ, ਫਿਰ ਜੰਮਣ ਮਰਨ ਦਾ ਚੱਕਰ ਸ਼ੁਰੂ ਹੋ ਜਾਏਗਾ। ਤੇ ਜੇਕਰ ਜਨਮ ਮਰਨ ਦੇ ਚੱਕਰ ਤੇ ਆਂਦੇ ਜਾਂਦੇ ਕੋਈ ਪਾਪ ਕਰਮ ਹੋਇਆ ਤੇ ਕੀੜੇ ਮਕੌੜੇ ਬਣ ਜਾਵਾਂਗੇ ਤੇ 84 ਲੱਖ ਯਾਨੀ 84 lakhs ਜੋਨੀ ਦੇ ਜਨਮਾਂ ਤੇ ਚੱਕਰ ਕੱਟਦੇ ਰਵਾਂਗੇ। ਤੇ ਇਸ ਦੀ ਬਜਾਏ ਸਾਡਾ ਮੋਖ ਹੋ ਜਾਵੇ, ਮਤਲਬ ਸਾਡੀ ਆਤਮਾ ਦਾ ਮੋਖ ਹੋ ਜਾਵੇ, ਮਤਲਬ ਆਤਮਾ ਦੀ ਮੁਕਤੀ ਹੋ ਜਾਵੇ, ਆਤਮਾ ਦਾ ਐਗਜ਼ਿਸਟੈਂਸ ਜਾਂ ਮੌਜੂਦਗੀ ਖਤਮ ਹੋ ਜਾਏ, ਆਤਮਾ ਰਵੇ ਹੀ ਨਹੀਂ ਉਸ ਦਾ ਅਤੇ ਮੁਕਤੀ ਹੋ ਜਾਏ। ਇਹ ਭਗਤੀ ਮਾਰਗ ਤੇ ਕਹਿੰਦੇ ਹਨ, ਗਿਆਨ ਮਾਰਗ ਤੇ ਨਹੀਂ। ਪਰ ਆਤਮਾ ਦੀ ਮੌਜੂਦਗੀ ਜਾਂ ਅਸਤਿਤਵ ਕਦੋਂ ਖਤਮ ਹੋਏਗਾ? ਇਹ ਜਦੋਂ ਸ਼ਿਵ ਕਾਲ ਅਗਨ ਤੇ ਜਦੋਂ ਬ੍ਰਹਮੰਡ ਦਾ ਵਿਸਰਜਨ ਜਾਂ ਸਮਾਪਤੀ ਕਰੇਗਾ। ਬ੍ਰਹਮੰਡ ਦਾ ਮਾਲਿਕ ਸ਼ਿਵ ਸੂਰਜ ਤੇ ਪ੍ਰਵੇਸ਼ ਜਾਂ ਐਂਟਰ ਕਰਕੇ ਕਾਲ ਅਗਨ ਪੈਦਾ ਕਰੇਗਾ। ਉਦੋਂ ਆਖਰੀ ਸਮੇਂ ਤੇ ਵਿਸਰਜਨ ਜਾਂ ਸਮਾਪਤੀ ਹੋਏਗੀ ਨਾ, ਉਦੋਂ ਬ੍ਰਹਮੰਡ ਦੇ ਨਾਲ ਹੀ ਆਤਮਾ ਦਾ ਵੀ ਵਿਸਰਜਨ ਜਾਂ ਸਮਾਪਤੀ ਇੱਕ ਸਾਥ ਹੀ ਹੋਏਗੀ। ਆਨੰਦ। ਆਪ ਜੀ ਦੇ ਕਹਿਣ ਦਾ ਮਤਲਬ ਇਹ ਹੈ ਕਿ ਹਰ ਆਤਮਾ ਸਮੇਂ ਦੇ ਨਾਲ ਜੁੜੀ ਹੈ ਅਤੇ ਸਮੇਂ ਜੋ ਹੈ ਉਹ ਸ਼ਿਵ ਯਾਨੀ ਬ੍ਰਹਮੰਡ ਦੇ ਮਾਲਿਕ ਨਾਲ ਜੁੜਿਆ ਹੋਇਆ ਹੈ। ਤੇ ਸ਼ਿਵ ਜੋ ਹੈ ਉਹ ਜਦੋਂ ਤੱਕ ਕਾਲ ਅਗਨ ਨਾ ਪੈਦਾ ਕਰੇ ਉਦੋਂ ਤੱਕ ਉਹ ਆਤਮਾਵਾਂ ਨੂੰ ਖਤਮ ਨਹੀਂ ਕਰ ਸਕਦਾ, ਨਾ ਹੀ ਆਤਮਾਵਾਂ ਖਤਮ ਹੁੰਦੀਆਂ ਹਨ। ਮਤਲਬ ਉਹਨਾਂ ਨੂੰ ਮੋਖ ਜਾਂ ਮੁਕਤੀ ਨਹੀਂ ਮਿਲਦੀ। ਬਾਪੂ ਜੀ ਵੇਖੋ, ਬ੍ਰਹਮੰਡ ਦਾ ਵਕਤ ਸ਼ਿਵ ਦੇ ਹਿਸਾਬ ਨਾਲ ਚੱਲਦਾ ਹੈ ਨਾ, ਅਤੇ ਇਹ ਵਕਤ ਬ੍ਰਹਮੰਡ ਦੀ ਗਤੀ ਜਾਂ ਸਪੀਡ ਦੇ ਨਾਲ ਜੋੜਿਆ ਹੈ ਨਾ। ਇਸ ਲਈ ਬ੍ਰਹਮਾ ਦਾ ਇੱਕ ਦਿਨ ਕਿਆ ਹੈ? ਬ੍ਰਹਮਾ ਦਾ ਇੱਕ ਦਿਨ ਅਤੇ ਰਾਤ ਮਿਲਾ ਕੇ ਬ੍ਰਹਮਾ ਦਾ ਇੱਕ ਦਿਨ ਬਣਦਾ ਹੈ। ਤੇ ਬ੍ਰਹਮਾ ਦੇ 100 ਸਾਲ ਯਾਨੀ 100 years ਪੂਰੇ ਹੋਣ ਦੇ ਬਾਅਦ ਸ਼ਿਵ ਪੂਰੇ ਬ੍ਰਹਮੰਡ ਨੂੰ ਕਾਲ ਅਗਨ ਤੇ ਜਲਾ ਕੇ ਵਿਸਰਜਨ ਜਾਂ ਸਮਾਪਤੀ ਕਰ ਦਿੰਦਾ ਹੈ। ਆਨੰਦ। ਪਰ ਬਾਪੂ ਜੀ, ਜੋ ਆਤਮਾ ਮਹਾਸ਼ਿਵ ਦੀ ਰਚਨਾ ਹੈ ਅਤੇ ਇਸ ਧਰਤੀ ਤੇ ਆਈ ਹੋਈ ਹੈ, ਫਿਰ ਮਨੁੱਖ ਬਣੀ ਹੋਈ ਹੈ, ਤੇ ਜਿਸ ਤਰ੍ਹਾਂ ਕਿ ਆਪ ਜੀ ਦੱਸ ਰਹੇ ਹੋ ਉਹ ਤੇ ਮਹਾਸ਼ਿਵ ਨਾਲ ਜੁੜੀ ਹੋਈ ਨਾ, ਉਸ ਦਾ ਸਮੇਂ ਵੀ ਮਹਾਸ਼ਿਵ ਨਾਲ ਜੁੜਿਆ ਹੋਇਆ ਹੈ, ਤੇ ਫਿਰ ਉਸ ਨੂੰ ਇਸ ਬ੍ਰਹਮੰਡ ਦੇ ਸ਼ਿਵ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਨਾ। ਬਾਪੂ ਜੀ ਵੇਖੋ, ਤੁਸੀਂ ਜਿਸ ਬ੍ਰਹਮੰਡ ਤੇ ਜਾਓਗੇ ਉਸੇ ਬ੍ਰਹਮੰਡ ਦੇ ਸਮੇਂ ਜਾਂ ਟਾਈਮ ਦੇ ਚੱਕਰ ਤੇ ਆਓਗੇ ਨਾ। ਜੇਕਰ ਤੁਸੀਂ ਸ਼ਿਵ ਦੇ ਬ੍ਰਹਮੰਡ ਤੇ ਹੋ ਤੇ ਤੁਹਾਡਾ ਟਾਈਮ ਉਸ ਸ਼ਿਵ ਦੇ ਬ੍ਰਹਮੰਡ ਦੇ ਹਿਸਾਬ ਨਾਲ ਚੱਲੇਗਾ ਨਾ, ਤੇ ਤੁਸੀਂ ਇੱਕ ਤਰ੍ਹਾਂ ਨਾਲ ਸੈਕਿੰਡ ਦੀ ਸੂਈ ਬਣ ਗਏ। ਆਨੰਦ। ਤੇ ਜਿਸ ਦੇਸ਼ ਤੇ ਜਾਂਦੇ ਹਾਂ ਉਸੇ ਦੇਸ਼ ਦੀ ਘੜੀ ਜਾਂ ਟਾਈਮ ਲਾਗੂ ਪੈਂਦਾ ਹੈ। ਬਾਪੂ ਜੀ ਉਸੇ ਦੇਸ਼ ਦੀ ਘੜੀ ਚੱਲਦੀ ਹੈ ਨਾ। ਜੇਕਰ ਅੱਜ ਤੁਸੀਂ ਬ੍ਰਿਟੇਨ ਜਾਂ ਅਮਰੀਕਾ ਜਾਓ ਤੇ ਉੱਥੋਂ ਦੇ ਹਿਸਾਬ ਨਾਲ ਘੜੀ ਚੱਲੇਗੀ ਨਾ, ਟਾਈਮ ਚੱਲੇਗਾ ਨਾ, ਤੇ ਤੁਹਾਨੂੰ ਆਪਣੀ ਘੜੀ ਦਾ ਟਾਈਮ ਬਦਲਣਾ ਪਏਗਾ। ਤੇ ਜਦੋਂ ਉਹ ਆਤਮਾ ਮਹਾਬ੍ਰਹਮੰਡ ਤੋਂ ਬ੍ਰਹਮੰਡ ਤੇ ਆਂਦੀ ਹੈ ਤੇ ਉਸ ਦਾ ਮਹਾ ਸਮੇਂ ਹੈ ਉਹ ਘੱਟ ਹੋ ਜਾਂਦਾ ਹੈ, ਅਤੇ ਜਦੋਂ ਆਤਮਾ ਵਾਪਸ ਬ੍ਰਹਮੰਡ ਤੋਂ ਮਹਾਬ੍ਰਹਮੰਡ ਤੇ ਜਾਂਦੀ ਹੈ ਤੇ ਉਸ ਦੀ ਘੜੀ ਦੀ ਸੂਈ ਬਦਲ ਜਾਂਦੀ ਹੈ ਨਾ, ਉਹ ਹੁਣ ਸੈਕਿੰਡ ਤੋਂ ਮਿੰਟ ਦੀ ਸੂਈ ਬਣ ਗਈ। ਆਨੰਦ। ਤੇ ਬਾਪੂ ਜੀ ਫਿਰ ਉਹ ਆਤਮਾ ਦਾ ਠੀਕ ਟਾਈਮ ਕਿਸ ਤਰ੍ਹਾਂ ਮਿਲਾਏ ਜੋ ਧਰਤੀ ਤੇ ਬੈਠੀ ਹੋਈ ਹੈ ਅਤੇ ਜੋ ਸ਼ਿਵ ਦੀ ਕੈਟਾਗਰੀ ਦੀ ਆਤਮਾ ਹੈ ਜਾਂ ਮਹਾਸ਼ਿਵ ਦੀ ਕੈਟਾਗਰੀ ਦੀ ਆਤਮਾ ਹੈ, ਉਹਨਾਂ ਨੂੰ ਟਾਈਮ ਤੋਂ ਪਰੇ ਹੋਣਾ ਪਏਗਾ ਨਾ। ਬਾਪੂ ਜੀ ਤੁਸੀਂ ਇੱਕ ਗੱਲ ਦੱਸੋ ਕਿ ਇੰਡੀਆ ਦੀ ਘੜੀ ਦਾ ਟਾਈਮ ਅਤੇ ਅਮਰੀਕਾ ਦੀ ਘੜੀ ਦਾ ਟਾਈਮ ਤੁਸੀਂ ਇੱਕ ਕਰ ਸਕਦੇ ਹੋ? ਆਨੰਦ।
ਨਹੀਂ ਕਰ ਤੇ ਨਹੀਂ ਸਕਦੇ, ਪਰ ਟਾਈਮ ਵੇਖ ਕੇ ਫੋਨ ਕਰ ਸਕਦੇ ਹਾਂ ਕਿ ਉੱਥੇ ਰਾਤ ਚੱਲ ਰਹੀ ਹੋਏਗੀ ਜਾਂ ਦਿਨ ਚੱਲ ਰਿਹਾ ਹੋਏਗਾ। ਬਾਪੂ ਜੀ, ਇਸੇ ਤਰ੍ਹਾਂ ਇੱਕ ਬ੍ਰਹਮੰਡ ਦੀ ਉਮਰ ਬ੍ਰਹਮਾ ਦਾ 100 ਸਾਲ ਹੈ ਤੇ ਸ਼ਿਵ ਦੀ ਇੱਕ ਘੜੀ ਹੈ। ਜਿਸ ਤਰ੍ਹਾਂ ਕਿ ਸ਼ਾਸਤਰਾਂ ਤੇ ਦੱਸਿਆ ਗਿਆ ਹੈ ਨਾ ਕਿ ਇੱਕ ਘੜੀ ਤੇ ਅਨੰਤ ਬ੍ਰਹਮੰਡ ਬਣਦੇ ਅਤੇ ਸਮਾਪਤ ਹੁੰਦੇ ਰਹਿੰਦੇ ਹਨ। ਜਿਸ ਤਰ੍ਹਾਂ ਕਿ ਬ੍ਰਹਮਾਪੁਰੀ ਦਾ 1 ਸੈਕਿੰਡ ਧਰਤੀ ਦੇ 1 ਲੱਖ ਸਾਲ ਹੋ ਜਾਂਦੇ ਹਨ ਤੇ ਜੋ ਕੋ ਰਿਲੇਸ਼ਨ ਮਤਲਬ ਇੱਕ ਦੂਸਰੇ ਨਾਲ ਇਸ ਤਰ੍ਹਾਂ ਦੇ ਸਮੇਂ ਦਾ ਜੋ ਸੰਬੰਧ ਹੈ, ਜੋ ਸਾਇੰਸ ਵਾਲੇ ਵੀ ਲੱਭ ਰਹੇ ਹਨ ਨਾ, ਕੋਰਿਲੇਸ਼ਨ ਬਿਟਵੀਨ ਟਾਈਮ, ਸਪੇਸ ਐਂਡ ਸਪੀਡ, ਮਤਲਬ ਟਾਈਮ, ਸਥਾਨ ਅਤੇ ਸਪੀਡ ਜਾਂ ਗਤੀ ਦਾ ਆਪਸ ਤੇ ਕੀ ਸੰਬੰਧ ਹੈ। ਸਮੇਂ ਜਾਂ ਟਾਈਮ ਦੀ ਸਪੀਡ ਕਿਸ ਹਿਸਾਬ ਨਾਲ ਚੱਲਦੀ ਹੈ। ਜਿਸ ਤਰ੍ਹਾਂ ਕਿ ਇੱਕ ਬ੍ਰਹਮੰਡ ਦੀ ਜੋ ਘੜੀ ਦੀ ਸਪੀਡ ਹੈ ਉਹ ਬ੍ਰਹਮਾ ਦੇ ਟਾਈਮ ਦੇ ਹਿਸਾਬ ਨਾਲ ਚੱਲਦੀ ਹੈ ਤੇ ਮਹਾਬ੍ਰਹਮੰਡ ਤੇ ਮਹਾਕੜੀ ਹੈ ਜੋ ਮਹਾਸ਼ਿਵ ਦੇ ਪ੍ਰਤੀਪਲ ਯਾਨੀ ਹਰ ਇੱਕ ਘੜੀ ਦੇ ਹਿਸਾਬ ਨਾਲ ਚੱਲਦੀ ਹੈ। ਇਸੇ ਤਰ੍ਹਾਂ ਯੂਨੀਵਰਸ ਤੇ ਵੀ ਸਪੀਡ ਹੈ ਅਤੇ ਯੂਨੀਵਰਸ ਦੀ ਸਪੀਡ ਪਰਮ ਮਹਾਸ਼ਿਵ ਦੇ ਕੋਲ ਦੀ ਪਰਮ ਮਹਾਕੜੀ ਹੈ। ਗੈਲੈਕਸੀ ਦੇ ਮਹਾਸ਼ਿਵ ਕੋਲ ਮਹਾਕੜੀ ਹੈ ਅਤੇ ਬ੍ਰਹਮੰਡ ਦੇ ਮਾਲਕ ਸ਼ਿਵ ਕੋਲ ਘੜੀ ਹੈ। ਬ੍ਰਹਮੰਡ ਦੀ ਘੜੀ ਸੈਕਿੰਡ ਦੇ ਹਿਸਾਬ ਨਾਲ ਚੱਲਦੀ ਹੈ। ਗੈਲੈਕਸੀ ਦੀ ਘੜੀ ਮਿੰਟ ਦੇ ਹਿਸਾਬ ਨਾਲ ਚੱਲਦੀ ਹੈ ਅਤੇ ਯੂਨੀਵਰਸ ਦੇ ਮਾਲਿਕ ਪਰਮ ਮਹਾਸ਼ਿਵ ਦੀ ਘੜੀ ਘੰਟੇ ਦੇ ਹਿਸਾਬ ਨਾਲ ਚੱਲਦੀ ਹੈ। ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਟਾਈਮ ਕਿਸ ਦੇ ਹਿਸਾਬ ਨਾਲ ਚੱਲਦਾ ਹੈ। ਆਨੰਦ, ਬਾਪੂ ਜੀ, ਜੋ ਅਮਰ ਕਥਾ ਸੀ ਉਹ ਕੀ ਸੀ ਅਤੇ ਸ਼ਿਵ ਨੇ ਪਾਰਵਤੀ ਨੂੰ ਕਿਉਂ ਸੁਣਾਈ। ਬਾਪੂ ਜੀ, ਸ਼ਿਵ ਨੇ ਪਾਰਵਤੀ ਨੂੰ ਅਮਰ ਕਥਾ ਅਮਰਨਾਥ 'ਚ ਸੁਣਾਈ ਜਿੱਥੇ ਲੋਕੀ ਜਾਂਦੇ ਹਨ। ਸ਼ਿਵ ਦਾ ਮਤਲਬ ਸ਼ੰਕਰ। ਸ਼ੰਕਰ ਨੇ ਪਾਰਵਤੀ ਨੂੰ ਅਮਰ ਕਥਾ ਇਸ ਲਈ ਸੁਣਾਈ ਸੀ ਕਿ ਚਲੋ ਪਾਰਵਤੀ ਨੂੰ ਅਮਰ ਬਣਨ ਦਾ ਗਿਆਨ ਦੇਵਾਂ। ਸ਼ਿਵ ਚਾਹੁੰਦੇ ਹੋਣਗੇ ਕਿ ਪਾਰਵਤੀ ਨੂੰ ਅਮਰ ਹੋਣ ਦਾ ਗਿਆਨ ਮਿਲੇ। ਜਿਸ ਤਰ੍ਹਾਂ ਕੋਈ ਆਤਮਾ ਅਮਰ ਲੋਕ ਜਾਣਾ ਚਾਹੁੰਦੀ ਹੋਵੇ ਜਾਂ ਅਮਰ ਗਿਆਨ ਲੈਣਾ ਚਾਹੁੰਦੀ ਹੋਵੇ ਤੇ ਉਹ ਅਮਰ ਲੋਕ ਕਿਸ ਤਰ੍ਹਾਂ ਜਾ ਸਕਦੀ ਹੈ, ਉਸ ਦੇ ਲਈ ਉਸ ਨੂੰ ਅਮਰ ਲੋਕ ਜਾਣ ਦਾ ਗਿਆਨ ਹੋਣਾ ਚਾਹੀਦਾ। ਤੇ ਇਸੇ ਤਰ੍ਹਾਂ ਦੇ ਗਿਆਨ ਦੇ ਲਈ ਸ਼ੰਕਰ ਨੇ ਪਾਰਵਤੀ ਨੂੰ ਅਮਰ ਕਥਾ ਸੁਣਾਈ ਸੀ, ਮਤਲਬ ਅਮਰ ਬਣਨ ਦੀ ਕਥਾ ਸੁਣਾਈ ਸੀ। ਆਨੰਦ, ਬਾਪੂ ਜੀ, ਪਰ ਉਹ ਜੋ ਕਥਾ ਸੀ ਉਹ ਤੇ ਅੱਜ ਕਿਸੇ ਨੂੰ ਪਤਾ ਨਹੀਂ ਕਿ ਕਥਾ ਕੀ ਸੀ, ਕਿਉਂਕਿ ਉਸ ਦਾ ਕੋਈ ਵਿਟਨੈਸ ਜਾਂ ਗਵਾਹ ਨਹੀਂ ਹੈ। ਆਪ ਜੀ ਕੁਝ ਦੱਸ ਸਕਦੇ ਹੋ ਕਿ ਉਸ ਕਥਾ ਦੀ ਹਾਈਲਾਈਟ ਜਾਂ ਮੁੱਖ ਗੱਲਾਂ ਕੀ ਸਨ। ਬਾਪੂ ਜੀ, ਭਗਵਾਨ ਸ਼ੰਕਰ ਭਗਤੀ ਮਾਰਗ ਵਾਲਿਆਂ ਦੇ ਖਾਸ ਪਿਆਰੇ ਹਨ। ਬਚਪਨ ਤੇ ਮੈਂ ਵੀ ਭੋਲੇਨਾਥ ਦੀ ਚੰਗੀ ਭਗਤੀ ਕੀਤੀ ਹੈ, ਪਰ ਉਸ ਸਮੇਂ ਤੇ ਅਮਰ ਕਥਾ ਇਸ ਤਰ੍ਹਾਂ ਦੱਸਦੇ ਸਨ, ਪਰ ਕੁਝ ਸਮਝ 'ਚ ਨਹੀਂ ਆਉਂਦਾ ਸੀ। ਪਰ ਅੱਜ ਅਮਰ ਕਥਾ ਕੀ ਹੈ ਉਹ ਮੈਂ ਜਾਣਦਾ ਹਾਂ। ਭਗਵਾਨ ਸ਼ੰਕਰ ਨੇ ਪਾਰਵਤੀ ਨੂੰ ਅਮਰ ਹੋਣ ਦਾ ਗਿਆਨ ਸੁਣਾਇਆ। ਇਸ ਗੱਲ ਦਾ ਕੋਈ ਰਿਕਾਰਡ ਜਾਂ ਸਬੂਤ ਤੇ ਸ਼ਾਸਤਰਾਂ ਤੇ ਨਹੀਂ ਹੈ। ਤੇ ਅਮਰ ਕਥਾ ਦੇ ਗਿਆਨ ਦਾ ਮਤਲਬ ਕੀ ਹੈ। ਅਮਰ ਕਥਾ ਦੇ ਗਿਆਨ ਦਾ ਮਤਲਬ ਅਮਰ ਬਣਨ ਦਾ ਗਿਆਨ, ਤੇ ਇਹ ਇੱਕ ਨੌਲੇਜ ਜਾਂ ਗਿਆਨ ਹੈ। ਪਰ ਉਹ ਗਿਆਨ ਕੀ ਸੀ ਇਹ ਤੇ ਸ਼ਾਸਤਰਾਂ ਤੇ ਨਹੀਂ ਹੈ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਆਤਮਾ ਮਾਤ ਲੋਕ ਤੋਂ ਅਮਰ ਲੋਕ ਤੇ ਕਿਸ ਤਰ੍ਹਾਂ ਜਾ ਸਕਦੀ ਹੈ। ਵੈਕੁੰਠ ਜਾਂ ਵਿਸ਼ਨੂਪੁਰੀ ਕਿਸ ਤਰ੍ਹਾਂ ਜਾ ਸਕਦੀ ਹੈ। ਸ਼ਿਵਪੁਰੀ ਕਿਸ ਤਰ੍ਹਾਂ ਜਾ ਸਕਦੀ ਹੈ। ਪਰਮ ਧਾਮ ਕਿਸ ਤਰ੍ਹਾਂ ਜਾ ਸਕਦੀ ਹੈ। ਆਤਮਾ ਦੇ ਪਰਮਾਤਮਾ ਬਣਨ ਦੀ ਕਹਾਣੀ ਯਾਨੀ ਜੀਵ ਤੋਂ ਸ਼ਿਵ ਬਣਨ ਦੀ ਕਹਾਣੀ ਨੂੰ ਅਮਰ ਕਥਾ ਕਵਾਂਗੇ। ਆਨੰਦ, ਤੇ ਬਾਪੂ ਜੀ, ਸ਼ੰਕਰ ਭਗਵਾਨ ਤੇ ਮੁਕਤੀ ਨਹੀਂ ਦੇ ਸਕਦੇ ਨਾ। ਬਾਪੂ ਜੀ, ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਜੋ ਸਿਰਜਣਾ ਕਰਦਾ ਹੈ ਉਹੀ ਵਿਸਰਜਣ ਜਾਂ ਸਮਾਪਤੀ ਕਰਦਾ ਹੈ। ਸ਼ੰਕਰ ਵੀ ਪਰਮ ਆਤਮਾ ਸ਼ਿਵ ਦਾ ਇੱਕ ਸਾਕਾਰੀ ਰੂਪ ਹੈ। ਸ਼ਿਵ ਨਿਰਾਕਾਰੀ, ਆਕਾਰੀ ਅਤੇ ਸਾਕਾਰੀ 3 ਰੂਪਾਂ ਤੇ ਕੰਮ ਕਰਦੇ ਹਨ। ਆਨੰਦ, ਬਾਪੂ ਜੀ, ਹਾਲ ਹੀ ਤੇ ਮੈਂ ਏਸ਼ੀਅੰਟ ਏਲੀਅਨ ਦੇ ਹਿਸਟਰੀ ਟੀਵੀ ਦਾ ਇੱਕ ਐਪੀਸੋਡ ਸੁਣਿਆ ਸੀ। ਉਸ ਤੇ ਉਹਨਾਂ ਨੇ ਸ਼ਿਵ ਦੇ ਬਾਰੇ ਤੇ ਕੁਝ ਸੀਕ੍ਰੇਟ ਦੱਸੇ ਸਨ
ਕਿ ਜੋ ਸ਼ਿਵਲਿੰਗ ਹੈ ਉਹ ਇੱਕ ਐਟੋਮਿਕ ਪਾਵਰ ਹਾਊਸ ਹੈ ਅਤੇ ਯੂਨੀਵਰਸ ਤੋਂ ਪਾਵਰ ਲੈਣ ਲਈ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਪੁਰਾਣੇ ਟਾਈਮ ਤੇ। ਇਸ ਕਰਕੇ ਪੂਰੀ ਦੁਨੀਆ ਤੇ ਸ਼ਿਵਲਿੰਗ ਮਿਲ ਰਹੇ ਹਨ। ਕੀ ਇਹ ਗੱਲ ਸੱਚ ਹੈ? ਬਾਪੂ ਜੀ ਵੇਖੋ, ਸ਼ਿਵਲਿੰਗ ਮਤਲਬ ਇੱਕ ਪੱਥਰ ਦਾ ਲਿੰਗ ਹੈ, ਠੀਕ ਹੈ ਨਾ ਆਨੰਦ? ਪਹਿਲਾਂ ਉਸਨੂੰ ਵੱਖਰੇ ਤਰੀਕੇ ਨਾਲ ਬਣਾਉਂਦੇ ਸੀ ਸ਼ਾਇਦ। ਬਾਪੂ ਜੀ ਕਿਸ ਤਰ੍ਹਾਂ ਵੱਖਰੇ ਤਰੀਕੇ ਨਾਲ ਬਣਾਉਂਦੇ ਸੀ? ਅੱਜ ਦੁਨੀਆ ਤੇ ਜਿੱਥੇ ਵੀ ਸ਼ਿਵਲਿੰਗ ਮਿਲ ਰਿਹਾ ਹੈ ਉਹ ਪੱਥਰ ਦਾ ਹੀ ਮਿਲਦਾ ਹੈ ਨਾ ਆਨੰਦ? ਹਾਂ, ਜ਼ਿਆਦਾਤਰ ਤੇ ਪੱਥਰ ਦਾ ਹੀ ਮਿਲਦਾ ਹੈ, ਪਰ ਹੋ ਸਕਦਾ ਹੈ ਉਸ ਤੇ ਕੋਈ ਇਸ ਤਰ੍ਹਾਂ ਦੇ ਤੱਤ ਜਾਂ ਮਟੀਰੀਅਲ ਹੋਵੇ ਜੋ ਪਰਿਜਨਾਂ ਨੂੰ ਯਾਨੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਅਟਰੈਕਟ ਕਰ ਰਹੇ ਹੋਣ, ਜਿਸ ਤਰ੍ਹਾਂ ਕਿ ਆਪ ਜੀ ਦੱਸ ਰਹੇ ਹੋ ਕਿ ਡਾਇਮੰਡ ਦਾ ਹੁੰਦਾ ਸੀ। ਬਾਪੂ ਜੀ ਬ੍ਰਹਮਾ ਦੇ ਪਹਿਲੇ ਪਰਾਤ ਦੇ ਇਸ ਤਰ੍ਹਾਂ ਦੇ ਯਾਨੀ ਪੱਥਰ ਦੇ ਸ਼ਿਵਲਿੰਗ ਨਹੀਂ ਹੁੰਦੇ ਸੀ, ਉਹ ਤੇ ਡਾਇਮੰਡ ਦੇ ਸ਼ਿਵਲਿੰਗ ਹੁੰਦੇ ਸਨ ਤੇ ਡਾਇਮੰਡ ਦੇ ਸ਼ਿਵਲਿੰਗ ਡਾਇਮੰਡ ਹੋਣ ਕਰਕੇ ਚਮਕਦੇ ਸਨ ਤੇ ਇਸ ਤਰ੍ਹਾਂ ਉਹ ਨਿਰਾਕਾਰ ਸ਼ਿਵ ਦੇ ਪ੍ਰਤੀਕ ਦੇ ਰੂਪ ਤੇ ਹੁੰਦੇ ਸਨ। ਜੋ ਬ੍ਰਹਮਾ ਦੀ ਉਪਾਸਨਾ ਕਰਦੇ ਹਨ, ਬ੍ਰਹਮ ਰਿਸ਼ੀ ਹਨ, ਉਹ ਨਿਰਾਕਾਰ ਸ਼ਿਵ ਨੂੰ ਪੂਜਣ ਦੇ ਲਈ ਪਹਿਲਾਂ ਡਾਇਮੰਡ ਦਾ ਸ਼ਿਵਲਿੰਗ ਰੱਖਦੇ ਸਨ। ਪਹਿਲਾਂ ਇਸ ਡਾਇਮੰਡ ਦੇ ਸ਼ਿਵਲਿੰਗ ਦਾ ਨਾਂ ਜੋਤੀ ਲਿੰਗ ਸੀ, ਕਿਉਂਕਿ ਜੋਤੀ ਮਤਲਬ ਪ੍ਰਕਾਸ਼ ਤੇ ਇਸ ਵਿੱਚੋਂ ਪ੍ਰਕਾਸ਼ ਨਿਕਲਦਾ ਸੀ ਨਾ। ਡਾਇਮੰਡ ਹੋਣ ਕਰਕੇ ਤੇ ਸਾਇੰਸ ਵਾਲੇ ਤੇ ਸਾਡੇ ਸਾਰੇ ਵੇਦ ਉਪਨਿਸ਼ਦ ਪੜ੍ਹ ਕੇ ਹੀ ਦੱਸ ਰਹੇ ਹਨ ਆਨੰਦ। ਪਰ ਇਹ ਗੱਲ ਤੇ ਸੱਚ ਹੈ ਕਿ ਸ਼ਿਵਲਿੰਗ ਨੂੰ ਪਹਿਲਾਂ ਪਾਵਰ ਹਾਊਸ ਦੀ ਤਰ੍ਹਾਂ ਪੂਜਾ ਕਰਦੇ ਸਨ, ਮਤਲਬ ਪਾਵਰ ਹਾਊਸ ਯੂਨੀਵਰਸ ਤੋਂ ਲਿਆਉਣ ਲਈ ਪਾਵਰ ਲਿਆਉਣ ਲਈ ਪੂਜਾ ਕਰਦੇ ਸਨ। ਬਾਪੂ ਜੀ ਬ੍ਰਹਮਾ ਦਾ ਜਦੋਂ ਪਹਿਲਾ ਪਰਾਦ ਸੀ ਉਦੋਂ ਇਹ ਸਭ ਨਿਰਾਕਾਰ ਸ਼ਿਵ ਦੇ ਰੂਪ ਦੇ ਸਿੰਬਲ ਜਾਂ ਪ੍ਰਤੀਕ ਸਨ। ਅੱਜ ਸ਼ਾਇਦ ਕੋਈ ਇਸ ਗੱਲ ਨੂੰ ਦੱਸ ਨਹੀਂ ਸਕੇਗਾ। ਮੈਂ ਜਦੋਂ ਧਿਆਨ ਅਵਸਥਾ ਤੇ ਜਾਂਦਾ ਹਾਂ ਉਦੋਂ ਆਲਮਾਈਟੀ ਅਥਾਰਟੀ ਜੋ ਮੇਰਾ ਆਪਣਾ ਆਕਾਰੀ ਰੂਪ ਹੈ ਉਹ ਮੈਨੂੰ ਵਿਖਾਉਂਦਾ ਹੈ ਕਿ ਪਹਿਲਾਂ ਇਸ ਤਰ੍ਹਾਂ ਦੇ ਲਿੰਗ ਸਨ, ਜੋਤੀਲਿੰਗ ਦੀ ਤਰ੍ਹਾਂ ਦੇ, ਤੇ ਉਹ ਲਿੰਗ ਉੱਪਰੋਂ ਦੀ ਧਰਤੀ ਤੇ ਪਰਮ ਲਾਈਟ ਖਿੱਚਦੇ ਸਨ। ਕਾਸਮਿਕ ਪਾਵਰ ਕਹਿੰਦੇ ਹਨ ਨਾ ਅੱਜ ਕੱਲ੍ਹ ਸਾਇੰਸ ਵਾਲੇ, ਇਹਨੂੰ ਕਾਸਮਿਕ ਪਾਵਰ ਕਹਿੰਦੇ ਹਨ। ਤੇ ਉਹ ਪਾਵਰ ਕਿੱਥੋਂ ਦੀ ਆਉਂਦੀ ਸੀ? ਸਾਡੇ ਬ੍ਰਹਮੰਡ ਤੋਂ, ਯਾਨੀ ਸਾਡੇ ਬ੍ਰਹਮੰਡ ਤੋਂ ਜੋਤੀਲਿੰਗ ਕਾਸਮਿਕ ਪਾਵਰ ਖਿੱਚਦੇ ਸਨ ਤੇ ਸਾਇੰਸ ਵਾਲੇ ਸਾਡੇ ਬ੍ਰਹਮੰਡ ਨੂੰ ਯੂਨੀਵਰਸ ਕਹਿੰਦੇ ਹਨ। ਤੇ ਕਾਸਮਿਕ ਪਾਵਰ ਨੂੰ ਖਿੱਚਣ ਦੇ ਲਈ ਪਹਿਲਾਂ ਇੱਕ ਇਸ ਤਰ੍ਹਾਂ ਦੇ ਜੋਤੀਲਿੰਗ ਦੀ ਰਚਨਾ ਕੀਤੀ ਗਈ ਸੀ ਅਤੇ ਉਸ ਜੋਤੀਲਿੰਗ ਤੋਂ ਕਾਸਮਿਕ ਪਾਵਰ ਆਉਂਦੀ ਸੀ, ਪਰਮ ਧਾਮ ਤੋਂ ਕਾਸਮਿਕ ਪਾਵਰ ਆਉਂਦੀ ਸੀ ਅਤੇ ਫਿਰ ਉਹ ਕਾਸਮਿਕ ਪਾਵਰ ਤੋਂ ਆਤਮਾ ਦਾ ਧਿਆਨ ਲੱਗਣ ਕਰਕੇ ਆਤਮਾ ਤੇ ਪਾਵਰ ਆਉਂਦੀ ਸੀ। ਤੇ ਇਸ ਇੱਕ ਤਰ੍ਹਾਂ ਨਾਲ ਮੀਡੀਆ ਜਾਂ ਸਾਧਨ ਸੀ। ਜਿਸ ਤਰ੍ਹਾਂ ਪਹਿਲਾਂ ਜੋ ਜੋਤੀਲਿੰਗ ਸੀ ਹੁਣ ਉਹ ਸ਼ਿਵਲਿੰਗ ਬਣ ਗਿਆ ਤੇ ਡੈਫੀਨੇਸ਼ਨ ਜਾਂ ਪਰਿਭਾਸ਼ਾ ਬਦਲਦੀ ਜਾਂਦੀ ਹੈ। ਇਸੇ ਤਰ੍ਹਾਂ ਗਿਆਨ ਦੀ ਵੀ ਪਰਿਭਾਸ਼ਾ ਜਾਂ ਡੈਫੀਨੇਸ਼ਨ ਵੀ ਬਦਲ ਜਾਂਦੀ ਹੈ ਅਤੇ ਗਿਆਨ ਵੀ ਬਦਲ ਜਾਂਦਾ ਹੈ। ਹੌਲੀ ਹੌਲੀ ਸਭ ਕੁਝ ਬਦਲ ਗਿਆ। ਅੱਜ ਕੱਲ੍ਹ ਗਿਆਨ ਦਾ ਮਤਲਬ ਵੱਖਰਾ ਹੀ ਹੋ ਗਿਆ ਹੈ। ਤੇ ਗੱਲ ਬਿਲਕੁਲ ਸੱਚ ਹੈ ਜੋ ਅੱਜ ਕੱਲ੍ਹ ਸਾਇੰਸ ਵਾਲੇ ਦੱਸ ਰਹੇ ਹਨ। ਪਰ ਅੱਜ ਕੱਲ੍ਹ ਜਿੰਨੇ ਵੀ ਸ਼ਿਵਲਿੰਗ ਪੱਥਰ ਦੇ ਹੈ ਨਾ ਉਹ ਪਹਿਲਾਂ ਡਾਇਮੰਡ ਦੇ ਸਨ ਆਨੰਦ। ਬਾਪੂ ਜੀ ਸਪੋਜ਼ ਅੱਜ ਕੋਈ ਡਾਇਮੰਡ ਦਾ ਸ਼ਿਵਲਿੰਗ ਬਣਾ ਲਵੇ ਤੇ ਕੀ ਉਸ ਤੇ ਪਾਵਰ ਆਏਗੀ? ਬਾਪੂ ਜੀ ਪਰਮ ਧਾਮ ਤੇ ਪਾਵਰ ਨਹੀਂ ਹੈ ਤੇ ਕਿੱਥੋਂ ਦੀ ਆਏਗੀ? ਹੁਣ ਤੇ ਪਰਮ ਧਾਮ ਵੀ ਨੀਚੇ ਆ ਗਿਆ, ਸ਼ਿਵ ਵੀ ਨੀਚੇ ਆ ਗਿਆ, ਨਿਰਾਕਾਰ ਸ਼ਿਵ ਵੀ ਨੀਚੇ ਆ ਗਿਆ। ਹੁਣ ਤੇ ਬਹੁਤ ਨੀਚੇ ਹਨ। ਸਾਡਾ ਬ੍ਰਹਮੰਡ ਤੇ ਹੁਣ ਛੋਟੇ ਜਿਹੇ ਰਾਈ ਦੇ ਦਾਣੇ ਜਿੰਨਾ ਹੋ ਗਿਆ ਹੈ ਨਾ, ਹੁਣ ਬਹੁਤ ਛੋਟਾ ਬਣ ਗਿਆ ਹੈ। ਪਹਿਲਾਂ 188 ਜਾਂ 188 ਕਿਲੋਮੀਟਰ ਦਾ ਡਾਇਮੀਟਰ ਸੀ। ਹੁਣ ਮੁਸ਼ਕਿਲ ਨਾਲ ਸਾਡਾ ਬ੍ਰਹਮੰਡ 300 400 ਯਾਨੀ 300 400 ਕਰੋੜ ਕਿਲੋਮੀਟਰ ਦਾ ਹੋ ਗਿਆ ਹੈ ਤੇ ਉਸ ਤੇ ਸਭ ਕੁਝ ਆ ਗਿਆ। ਸਾਰੇ 7 ਜਾਂ 7 ਲੋਕ ਵੀ ਆ ਗਏ। ਹੁਣ ਵੇਖੋ ਭੂ ਲੋਕ, ਭੂਵਰ ਲੋਕ, ਮਹਰ ਲੋਕ, ਜਨ ਲੋਕ, ਤਪ ਲੋਕ, ਬ੍ਰਹਮਾਪੁਰੀ, ਵਿਸ਼ਨੂਪੁਰੀ, ਇਹਨਾਂ ਸਾਰਿਆਂ ਦਾ ਜੇਕਰ ਟੋਟਲ ਲਗਾਓ ਨਾ ਯਾਨੀ 7 ਲੋਕਾਂ ਦਾ ਟੋਟਲ ਵੀ ਕਰੋ ਨਾ ਤਾਂ ਵੀ ਮੁਸ਼ਕਿਲ ਨਾਲ 500 700 ਕਰੋੜ ਕਿਲੋਮੀਟਰ ਹੁੰਦਾ ਹੈ। ਇਸ ਤੋਂ ਜ਼ਿਆਦਾ ਨਹੀਂ ਹੁੰਦਾ ਹੈ।
ਉੱਪਰ ਦੇ ਲੋਕਾਂ ਤੇ ਕਿਲੋਮੀਟਰ ਨਹੀਂ ਹੁੰਦਾ, ਉੱਥੇ ਯੋਜਨ ਤੇ ਹੁੰਦਾ ਹੈ। ਵੇਖੋ ਸਾਡਾ ਜੋ ਦੂਸਰੇ ਲੋਕ ਦਾ ਯਾਨੀ ਭੂਵਰ ਲੋਕ ਦਾ 1 ਲੱਖ ਯਾਨੀ 1 ਲੱਖ ਯੋਜਨ ਹੈ ਤੇ 1 ਲੱਖ ਯੋਜਨ ਮਤਲਬ 7 ਲੱਖ ਜਾਂ 7 ਲੱਖ ਕਿਲੋਮੀਟਰ ਹੁੰਦਾ ਹੈ ਅਨੰਤ। ਤੇ ਅੱਜ ਦੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਆਪ ਜੀ 7 ਕਿਲੋਮੀਟਰ ਨੂੰ 1 ਯੋਜਨ ਸਮਝੋ ਬਾਪੂ ਜੀ। ਇਸ ਕੈਲਕੂਲੇਸ਼ਨ ਦਾ ਹਿਸਾਬ ਮੈਂ ਦੱਸਦਾ ਹਾਂ ਕਿ 1 ਜਾਂ 1 ਯੋਜਨ ਬਰਾਬਰ ਹੈ 4 ਮੀਲ ਜਾਂ 4 ਮਾਈਲਸ ਅਤੇ 1 ਮੀਲ ਜਾਂ 1 ਮਾਈਲਸ ਬਰਾਬਰ ਹੈ 1.25 ਕਿਲੋਮੀਟਰ ਜਾਂ 145 ਕਿਲੋਮੀਟਰ ਤੇ 1 ਜਾਂ 1 ਯੋਜਨ ਦੇ ਬਰਾਬਰ ਹੈ 7 ਜਾਂ 7 ਕਿਲੋਮੀਟਰ ਤੇ 7 ਕਿਲੋਮੀਟਰ ਦਾ ਇੱਕ ਦੂਸਰਾ ਲੋਕ ਯਾਨੀ ਭੂਵਰ ਲੋਕ ਹੋਇਆ ਨਾ। ਹੁਣ ਤੀਸਰਾ ਜੋ ਲੋਕ ਹੈ ਜਿਸ ਨੂੰ ਸਵਰਗ ਲੋਕ ਕਹਿੰਦੇ ਹਨ, ਜਿੱਥੇ ਦੇਵਤਾ ਰਹਿੰਦੇ ਸੀ ਅਨੰਤ। ਪਰ ਬਾਪੂ ਜੀ ਕੀ ਇਹ ਕੈਲਕੂਲੇਸ਼ਨ ਠੀਕ ਹੈ ਆਪ ਜੀ ਦੀ ਦੇਵ ਦ੍ਰਿਸ਼ਟੀ ਦੇ ਹਿਸਾਬ ਨਾਲ? ਬਾਪੂ ਜੀ ਇਹ ਸਭ ਸਾਡੇ ਸ਼ਾਸਤਰਾਂ ਤੇ ਲਿਖਿਆ ਹੋਇਆ ਹੈ ਨਾ, ਜੋ ਵੀ ਮੈਂ ਗੱਲਾਂ ਦੱਸ ਰਿਹਾ ਹਾਂ ਅਨੰਤ। ਪਰ ਇਹ ਜੋ ਕਿਲੋਮੀਟਰ ਦੀ ਗੱਲ ਹੈ ਜਾਂ ਜੋ ਵੀ ਹੈ ਕਿ ਇਹ ਸਭ ਵੀ ਸ਼ਾਸਤਰਾਂ ਤੇ ਲਿਖਿਆ ਹੋਇਆ ਹੈ, ਕਿਉਂਕਿ ਉਸ ਵਕਤ ਤੇ ਕਿਲੋਮੀਟਰ ਨਹੀਂ ਸੀ ਬਾਪੂ ਜੀ, ਯੋਜਨ ਸੀ ਨਾ ਅਨੰਤ। ਇਹ ਜੋ ਯੋਜਨ ਹੈ ਇਹ ਤੇ ਸ਼ਾਸਤਰਾਂ ਤੇ ਲਿਖਿਆ ਹੈ ਕਿ ਸਾਡਾ ਦੂਸਰਾ ਲੋਕ ਯਾਨੀ ਭੂਵਰ ਲੋਕ 1 ਲੱਖ ਜਾਂ 1 ਲੱਖ ਯੋਜਨ ਹੈ। ਪਰ ਇਸ ਯੋਜਨ ਨੂੰ ਤੇ ਇਹ ਧਰਤੀ ਲੋਕ ਦੇ ਮਨੁੱਖਾਂ ਨੇ 7 ਜਾਂ 7 ਕਿਲੋਮੀਟਰ ਤੇ ਕਨਵਰਟ ਜਾਂ ਬਦਲ ਦਿੱਤਾ ਹੈ ਨਾ, ਕਿ ਭਈ 7 ਕਿਲੋਮੀਟਰ ਦਾ ਮਤਲਬ 1 ਯੋਜਨ ਹੋਏਗਾ ਜਾਂ 4 ਮੀਲ ਜਾਂ 4 ਮਾਈਲ ਦਾ ਮਤਲਬ 1 ਯੋਜਨ ਹੋਏਗਾ ਬਾਪੂ ਜੀ। ਅੱਜ ਜਿਸ ਤਰ੍ਹਾਂ ਪ੍ਰਕਾਸ਼ ਵਰਸ਼ ਨਾਲ ਨਾਪਦੇ ਹਨ ਨਾ, ਇੱਕ ਪ੍ਰਕਾਸ਼ ਵਰਸ਼ ਤੇ ਅੱਜ ਪ੍ਰਕਾਸ਼ ਵਰਸ਼ ਦੀ ਸਪੀਡ ਦੇ ਰਾਹੀਂ ਨਾਪਦੇ ਹਨ। ਪਹਿਲਾਂ ਰਿਸ਼ੀ ਮੁਨੀਆਂ ਕੋਲ ਦੇਵ ਦ੍ਰਿਸ਼ਟੀ ਹੁੰਦੀ ਸੀ ਤੇ ਦੇਵ ਦ੍ਰਿਸ਼ਟੀ ਦੇ ਰਾਹੀਂ ਪੂਰੇ ਬ੍ਰਹਮੰਡ ਨੂੰ ਨਾਪਦੇ ਸਨ। ਇਸ ਲਈ ਉਹਨਾਂ ਨੇ ਪਹਿਲੇ ਦੇ ਸਮੇਂ ਤੇ ਯੋਜਨ ਸ਼ਬਦ ਨੂੰ ਨਾਪਣ ਦੇ ਲਈ ਲਿਖਿਆ ਸਨ। ਜਿਸ ਤਰ੍ਹਾਂ ਵਿਆਸ ਮੁਨੀ ਨੇ ਵੀ ਦੇਵ ਦ੍ਰਿਸ਼ਟੀ ਤੋਂ ਸ਼ਾਸਤਰ ਲਿਖੇ ਹਨ ਨਾ। ਦੇਵ ਦ੍ਰਿਸ਼ਟੀ ਤੋਂ ਵਿਆਸ ਮੁਨੀ ਨੇ ਗੀਤਾ ਲਿਖੀ। ਜਦੋਂ ਕ੍ਰਿਸ਼ਨ ਦੇ ਰਾਹੀਂ ਗੀਤਾ ਗਿਆਨ ਦਿੱਤਾ ਗਿਆ ਤੇ ਵਿਆਸ ਮੁਨੀ ਨੇ ਦੇਵ ਦ੍ਰਿਸ਼ਟੀ ਦੇ ਰਾਹੀਂ ਆਪਣੀ ਆਤਮਾ ਦੇ ਗਿਆਨ ਦੀ ਰਿਕਾਰਡਿੰਗ ਕੀਤੀ ਅਤੇ ਫਿਰ ਆਤਮ ਸਰੂਪ ਤੇ ਟਿਕ ਕੇ ਦੇਵ ਦ੍ਰਿਸ਼ਟੀ ਦੇ ਰਾਹੀਂ ਗਣੇਸ਼ ਤੋਂ ਲਿਖਵਾਉਂਦੇ ਗਏ ਅਤੇ ਗਣੇਸ਼ ਤੋਂ ਸ਼ਾਸਤਰ ਵੀ ਲਿਖਵਾਏ ਹਨ ਨਾ। ਤੇ ਦੇਵ ਦ੍ਰਿਸ਼ਟੀ ਤੋਂ ਆਤਮਾ ਤੇ ਰਿਕਾਰਡਿੰਗ ਹੋ ਜਾਂਦੀ ਹੈ ਅਤੇ ਆਤਮ ਸਰੂਪ ਤੇ ਟਿਕਣ ਦੇ ਰਾਹੀਂ ਫਿਰ ਦੇਵ ਦ੍ਰਿਸ਼ਟੀ ਤੋਂ ਲਿਖਵਾਉਂਦੇ ਹਨ। ਇਸੇ ਤਰ੍ਹਾਂ ਮਹਾਬ੍ਰਹਮੰਡ ਦੀ ਵੀ ਸਮਝਣ ਵਾਲੀਆਂ ਗੱਲਾਂ ਹਨ ਤੇ ਜਦੋਂ ਮਹਾਬ੍ਰਹਮੰਡ ਤੋਂ ਆਤਮਾਵਾਂ ਆਉਂਦੀਆਂ ਹਨ ਤੇ ਉਹ ਜੋ ਮਹਾਬ੍ਰਹਮੰਡ ਦਾ ਗਿਆਨ ਭਰ ਕੇ ਆਉਂਦੀਆਂ ਹਨ ਆਪਣੀ ਆਤਮਾ ਤੇ ਉਹ ਦੂਸਰਿਆਂ ਦੇ ਰਾਹੀਂ ਇੱਥੇ ਕਿਤੇ ਲਿਖਵਾਉਂਦੀਆਂ ਹਨ ਨਾ ਅਨੰਤ। ਸ਼ਿਵ, ਮਹਾਸ਼ਿਵ ਅਤੇ ਪਰਮ ਮਹਾਸ਼ਿਵ ਦੇ ਭੇਦ ਦੇ ਬਾਰੇ ਤੇ ਇਸ ਵੀਡੀਓ ਦੇ ਅਗਲੇ ਭਾਗ ਯਾਨੀ ਭਾਗ 2 ਤੇ ਅਸੀਂ ਐਸੀ ਚਰਚਾ ਨੂੰ ਜਾਰੀ ਰੱਖਾਂਗੇ। ਹੁਣ ਤੱਕ ਦੇ ਸਵਾਲਾਂ ਦੇ ਜਵਾਬ ਦੇਣ ਲਈ ਬਾਪੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪਰਮ ਸ਼ਾਂਤੀ।